वाहेगुरु जी का खालसा वाहेगुरु जी की फतेह। सॉरी थोड़ी नेटवर्क ਦਾ ਇਸ਼ੂ ਸੀ। ਜਾਪਦੀ ਸੇਵਾ ਹਰਮਨਦੀਪ ਕੌਰ ਜੀ ਕਰਨਗੇ ਜੀ। ਹਰਮਨਦੀਪ ਕੌਰ ਜੀ ਜੁੜੇ ਹੋਏ ਨੇ ਤਾਂ ਹੈਂਡ ਰੇਜ਼ ਕਰ ਲੈਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਣਜੋਤ ਕੌਰ जुड़ के नहीं तो हैंड रेज कर लें। वाहिगुरु जी का खालसा वाहिगुरु जी की फतेह। राधा एक हमारा स्वामी सकल कटा का अंतर जामी। राधा एक हमारा स्वामी सकल कटा का अंतर जामी। वाहिगुरु जी
वाहेगुरु जी का खालसा वाहेगुरु जी की फतेह जी। बहुत अच्छा कीर्तन ਕੀਤਾ ਜੀ ਤੁਸੀਂ। ਕੀਰਤਨ ਦੀ ਸੇਵਾ ਕੀਰਤਨ ਤੋਂ ਬਾਅਦ ਅੱਜ ਦਾ ਪਹਿਲਾ ਸੈਸ਼ਨ ਹੈ ਜੀ ਭਾਈ ਰਾਮ ਸਿੰਘ ਜੀ। ਇਹਨਾਂ ਦਾ ਟੌਪਿਕ ਹੈ ਜੀ ਸਰਬ ਰੋਗ का औखद नाम। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਆਪਾਂ ਇੱਕ ਵਿਸ਼ੇ ਤੇ ਵਿਚਾਰ ਕਰਨ ਜਾ ਰਹੇ ਹਾਂ ਜਿਹੜਾ ਕਿ ਬਹੁਤ ਘੱਟ ਬਹੁਤ ਵੱਡਾ ਵਿਸ਼ਾ, ਬਹੁਤ ਹੀ ਵੱਡਾ ਵਿਸ਼ਾ ਤੇ ਬਹੁਤ ਘੱਟ ਆਪਾਂ ਇਹਦੇ ਉੱਤੇ ਵਿਚਾਰ ਕਰਦੇ ਹਾਂ। ਜੇ ਕਦੇ ਕਰਦੇ ਵੀ ਹਾਂ ਤਾਂ ਸਾਡਾ ਮਨ ਨਹੀਂ ਮੰਨਦਾ ਵੀ ਇਹ ਕਿਸ ਤਰ੍ਹਾਂ ਹੋ ਸਕਦਾ। ਸੋ ਦਾਸ ਕੈਲੀਫੋਰਨੀਆ ਲਾਸ ਐਂਜਲਸ ਸ਼ਹਿਰ, ਕੈਲੀਫੋਰਨੀਆ ਸਟੇਟ, USA ਦੇ ਵਿੱਚੋਂ ਆਪ ਜੀ ਦੇ ਦਰਸ਼ਨ ਕਰ ਰਿਹਾ। ਦਾਸ ਬਾਈ ਪ੍ਰੋਫੈਸ਼ਨ ਇੱਕ ਇਲੈਕਟ੍ਰੀਕਲ ਐਂਡ ਮਕੈਨੀਕਲ ਇੰਜੀਨੀਅਰ ਦੇ ਵਿੱਚ ਗ੍ਰੈਜੂਏਸ਼ਨ ਕਰਕੇ ਇੱਥੋਂ 35 ਸਾਲ 35 ਈਅਰ ਤੋਂ ਟੋਯੋਟਾ ਮੈਨੂਫੈਕਚਰਿੰਗ ਦੇ ਵਿੱਚ ਜੌਬ ਕਰ ਰਿਹਾ, ਜਿਹੜੀ ਜਾਪਾਨ ਦੀ ਕੰਪਨੀ ਆ। ਸੋ ਦਾਸ ਦਾ ਬਚਪਨ ਤੋਂ ਗੁਰਸਿੱਖੀ ਪਰਿਵਾਰ ਦੇ ਵਿੱਚ ਜਨਮ ਹੋਇਆ, ਪਰ 2016 ਦੇ ਵਿੱਚ 2016 ਦੇ ਵਿੱਚ ਸਾਡੇ ਲਾਸ ਐਂਜਲਸ ਸ਼ਹਿਰ ਦੇ ਵਿੱਚ ਇੱਕ ਕੈਂਪ ਲੱਗਿਆ ਸੀ ਸਰਬ ਰੋਗ ਕਾ ਔਖਦ ਨਾਮ, ਜਿਹੜੀ ਕਿ ਟੀਮ ਆਈ ਸੀ ਡਾਕਟਰ ਬਲਵੰਤ ਸਿੰਘ ਜੀ ਲੁਧਿਆਣੇ ਤੋਂ। ਮਾਡਲ ਟਾਊਨ ਦੇ ਵਿੱਚ 385L 385L ਸਰਬ ਰੋਗ ਕਾ ਔਖਦ ਨਾਮ ਦਾ ਸੈਂਟਰ ਵੀ ਹੈ, ਜਿੱਥੇ ਹਰ ਰੋਜ਼ 3 ਕੈਂਪ ਲੱਗਦੇ ਹਨ ਸਰਬ ਰੋਗ ਕਾ ਔਖਦ ਨਾਮ ਦੇ। ਸੋ ਉਹ ਕੈਂਪ ਜਦੋਂ ਸਾਡੇ ਲੱਗਿਆ ਲਾਸ ਐਂਜਲਸ, ਉਸ ਤੋਂ ਪਹਿਲਾਂ ਦਾਸ ਨੇ ਇੱਕ ਭਾਈ ਹਰਦਿਆਲ ਸਿੰਘ IAS ਰਿਟਾਇਰ, ਇਸ ਟਾਈਮ ਰਿਟਾਇਰ ਹੋ ਗਏ, ਚੰਡੀਗੜ੍ਹ ਦੇ ਵਿੱਚ ਮੈਡੀਕਲ ਡਿਪਾਰਟਮੈਂਟ ਦੇ ਵਿੱਚ ਸੈਕਟਰੀ ਟੂ ਗਵਰਨਮੈਂਟ, ਜਿਹੜੀ ਕਿ ਮੈਡੀਕਲ ਡਿਪਾਰਟਮੈਂਟ ਦੇ ਵਿੱਚ ਸਭ ਤੋਂ ਟੌਪ ਦੀ ਉੱਪਰਲੀ ਜਾਬ ਸੀ। ਜਿੰਨੇ ਵੀ ਪੰਜਾਬ ਦੇ CMO ਜਾਂ ਮੈਡੀਕਲ ਡਾਇਰੈਕਟਰ ਪੰਜਾਬ ਦੇ ਜਾਂ ਜਿੰਨੇ ਵੀ ਆਪਣੇ ਹਸਪੀਟਲ ਨੇ, ਉਹ ਸਾਰੇ ਉਹਨਾਂ ਦੇ ਅੰਡਰ ਸੀ। 1982 ਦੇ ਵਿੱਚ ਉਹਨਾਂ ਦਾ ਹਾਰਟ ਸਾਈਜ਼ ਐਕਸਪੈਂਡ ਹੋ ਗਿਆ। ਹਾਰਟ ਸਾਈਜ਼ ਐਕਸਪੈਂਡ ਹੋਇਆ ਤਾਂ ਉਹਨੇ, ਉਹ ਕਹਿੰਦੇ ਸਾਨੂੰ 24 ਘੰਟੇ 24 ਆਵਰ ਫੀਵਰ ਰਹਿੰਦਾ ਸੀ, ਤੇ ਜੇ ਥੋੜੀ ਜਿਹੀ ਵੀ ਐਕਟੀਵਿਟੀ ਕਰਦੇ ਸੀ ਉਹਨਾਂ ਦਾ ਚਿਹਰੇ ਦਾ ਰੰਗ ਨੀਲਾ ਪੈ ਜਾਂਦਾ ਸੀ, ਬਲੱਡ ਦੀ ਸਰਕੂਲੇਸ਼ਨ ਕੱਟ ਆਫ ਹੋ ਜਾਂਦੀ ਸੀ। ਸੋ ਉਹਨਾਂ ਡਾਕਟਰਾਂ ਨੂੰ ਪੁੱਛਿਆ, ਭਾਈ ਕੋਈ ਇਲਾਜ ਹੋ ਸਕਦਾ, ਇਹਦਾ ਕੀ ਬਿਮਾਰੀ ਆ? ਤੇ ਡਾਕਟਰ ਸਾਰੇ ਆਏ, ਵੱਡੇ ਵੱਡੇ ਡਾਕਟਰ ਆਏ, ਡਾਇਰੈਕਟਰ ਆਏ ਮੈਡੀਕਲ ਦੇ, CMO ਆਏ। ਸੋ ਉਹ ਕਹਿੰਦੇ ਭਾਈ ਸਾਹਿਬ ਵੀ ਇਹਦਾ ਕੋਈ ਇਲਾਜ ਨਹੀਂ ਹੈ। ਸਾਧ ਸੰਗਤ ਜੀ, ਅੱਜ ਨੋਟ ਕਰ ਲਿਓ, ਦੁਨੀਆ ਦੀ ਕਿਸੇ ਕੰਟਰੀ ਦੇ ਵਿੱਚ ਅੱਜ ਇਸ ਬਿਮਾਰੀ ਦਾ ਜਿਹੜਾ ਇੱਕ ਵਾਰੀ ਹਾਰਟ ਇਨਲਾਰਜਮੈਂਟ ਹੋ ਜਾਵੇ ਜਾਂ ਹਾਰਟ ਐਕਸਪੈਂਡ ਹੋ ਜਾਵੇ, ਇਹਦਾ ਕੋਈ ਇਲਾਜ ਨਹੀਂ ਹੈ। ਸੋ ਭਾਈ ਸਾਹਿਬ ਉਦਾਸ ਹੋ ਕੇ ਪੌਂਟਾ ਸਾਹਿਬ ਗਏ। ਪੌਂਟਾ ਸਾਹਿਬ ਜਾ ਕੇ ਮਹਾਰਾਜ ਅੱਗੇ ਅਰਦਾਸ ਬੇਨਤੀ ਕੀਤੀ ਤਾਂ ਅੰਦਰੋਂ ਉਹਨਾਂ ਨੂੰ ਜਿਵੇਂ ਇੱਕ ਰਸਤਾ ਦਿਖਿਆ, ਮਿਲਿਆ ਵੀ ਭਾਈ ਬਾਣੀ ਨੂੰ ਗਾਓ, ਵਾਹਿਗੁਰੂ ਸ਼ਬਦ ਨੂੰ ਗਾਓ ਤੇ ਕੰਨਾਂ ਨਾਲ ਸੁਣੋ। ਸੋ ਕਹਿੰਦੇ ਘਰੇ ਆ ਕੇ ਅਸੀਂ ਕਹਿੰਦੇ ਪਹਿਲੇ ਦਿਨ ਅੱਧਾ ਘੰਟਾ ਵਾਹਿਗੁਰੂ ਸ਼ਬਦ ਨੂੰ ਜਾਪ ਕੀਤਾ, ਕੰਨਾਂ ਨਾਲ ਸੁਣਿਆ। ਕਹਿੰਦੇ ਸਾਡਾ ਬੁਖਾਰ ਲੈ ਗਿਆ। ਜਦੋਂ ਬੁਖਾਰ ਲੈ ਗਿਆ ਤਾਂ ਕਹਿੰਦੇ ਸਾਨੂੰ ਇਸ ਤਰ੍ਹਾਂ ਹੋਇਆ, ਸਾਨੂੰ ਪਤਾ ਲੱਗਿਆ ਵੀ ਸਾਨੂੰ ਇੱਕ ਸਹੀ ਰਸਤਾ ਮਿਲ ਪਿਆ। ਕਹਿੰਦੇ ਉਸ ਦਿਨ ਤੋਂ ਅਗਲੇ ਦਿਨ ਤੋਂ ਕਹਿੰਦੇ ਅਸੀਂ 2.5 ਘੰਟੇ ਸਵੇਰੇ ਵਾਹਿਗੁਰੂ ਸ਼ਬਦ ਜਾਪ ਕਰਨਾ, ਇੱਕ ਸਾਹ ਦੇ ਵਿੱਚ 8 ਵਾਰੀ, ਜਿਵੇਂ ਉਹ ਦੱਸਦੇ ਆ ਭਾਈ ਸਾਹਿਬ ਆਪ। ਅੱਜ ਵੀ ਉਹਨਾਂ ਦੀ YouTube ਤੇ ਵੀਡੀਓ ਸਾਰੀਆਂ ਹੈਗੀਆਂ ਨੇ, ਰਿਕਾਰਡਡ ਨੇ। ਇਸ ਟਾਈਮ ਚੰਡੀਗੜ੍ਹ ਦੇ ਵਿੱਚ ਬਿਲਕੁਲ ਠੀਕ ਠਾਕ ਰਹਿ ਰਹੇ ਨੇ। 1982 ਤੋਂ ਲੈ ਕੇ ਦੇਖੋ, ਜਦੋਂ 1982 ਦੇ ਵਿੱਚ ਡਾਕਟਰਾਂ ਨੇ ਜਵਾਬ ਦਿੱਤਾ ਸੀ, ਜਿਵੇਂ ਉਹ ਦੱਸਦੇ ਆ ਆਪਣੀ ਵੀਡੀਓ ਦੇ ਵਿੱਚ, ਇੱਕ ਸਾਹ ਦੇ ਵਿੱਚ 8 ਵਾਰੀ ਵਾਹਿਗੁਰੂ 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 ਵਾਹਿਗੁਰੂ। ਇਸ ਤਰ੍ਹਾਂ ਉਹ ਕਹਿੰਦੇ ਅਸੀਂ 8 ਵਾਰੀ ਇੱਕ ਸਾਹ ਦੇ ਵਿੱਚ ਕਹਿਣਾ ਤੇ ਆਪਣੀ ਆਵਾਜ਼ ਨੂੰ ਕੰਨਾਂ ਦੇ ਨਾਲ ਸੁਣਨਾ। ਵਾਹਿਗੁਰੂ ਸ਼ਬਦ ਦੀ ਜਿਹੜੀ ਆਵਾਜ਼ ਨਿਕਲਦੀ ਹੈ, ਇਹਨੂੰ ਕੰਨਾਂ ਦੇ ਨਾਲ ਸੁਣਨਾ। ਸੋ ਕਹਿੰਦੇ ਸਾਡਾ ਦਿਨੋਂ ਦਿਨ ਫਰਕ ਪੈਣ ਲੱਗ ਗਿਆ ਤੇ ਸਾਨੂੰ ਮਹਿਸੂਸ ਹੋਣ ਲੱਗ ਗਿਆ ਵੀ ਅਸੀਂ ਠੀਕ ਹੋਣ ਲੱਗ ਗਏ। 3 ਮਹੀਨੇ ਬਾਅਦ ਕਹਿੰਦੇ ਸਾਨੂੰ ਲੱਗਿਆ ਅਸੀਂ ਬਿਲਕੁਲ ਠੀਕ ਹੋ ਗਏ। ਸੋ ਸਾਡੇ ਮਨ ਦੇ ਵਿੱਚ ਆਈ ਵੀ ਐਕਸਰੇ ਕਰਾਈਏ ਤੇ ਪਤਾ ਕਰੀਏ, ਕਨਫਰਮ ਕਰੀਏ ਵੀ ਠੀਕ ਆ ਕਿ ਨਹੀਂ ਠੀਕ। ਕਿਉਂਕਿ ਉਹਨਾਂ ਕੋਲ ਅੱਜ ਵੀ ਭਾਈ ਸਾਹਿਬ ਉਹ ਆਪਣੇ, ਉਹਨਾਂ ਕੋਲ ਐਕਸਰੇ ਹੈਗੇ ਨੇ ਜਿਹੜੇ ਬਿਫੋਰ, ਪਹਿਲਾਂ ਐਕਸਰੇ ਹੁੰਦਾ ਸੀ ਹਾਰਟ ਐਕਸਪੈਂਡ ਦਾ, ਤੇ ਅੱਜ ਬਿਲਕੁਲ ਨੋਰਮਲ ਹਾਰਟ ਦਾ ਐਕਸਰੇ। ਉਹ YouTube ਤੇ ਵੀਡੀਓ ਪਾਈ ਹੋਈ ਆ ਉਹਨਾਂ ਨੇ, ਭਾਈ ਹਰਦਿਆਲ ਸਿੰਘ ਜੀ, ਆਪਣੇ IAS ਸਰਬ ਰੋਗ ਕਾ ਔਖਦ ਨਾਮ ਤੁਸੀਂ ਐਂਟਰ ਕਰ ਲਿਓ
ਉਹਦੇ ਉੱਤੇ ਨਿਕਲਿਆ ਹੋਊਗੀ। ਉਹਦੇ ਤੇ ਦੋਨੇ ਐਕਸਰੇ ਦਿਖਾਉਂਦੇ ਆ, ਉਹ ਪਹਿਲਾ ਬਿਫੋਰ ਤੇ ਆਫਟਰ। ਜਿਹੜਾ ਪਹਿਲਾ ਐਕਸਰੇ ਉਹਦੇ ਵਿੱਚ ਹਾਰਟ ਸਾਈਜ਼ ਐਕਸਪੈਂਡ ਹੋਇਆ ਹੈ। ਬਹੁਤ ਬਹੁਤ ਧਿਆਨ ਦੇ ਨਾਲ ਜੇ ਉਹਨੂੰ ਤੁਸੀਂ ਪੌਜ਼ ਕਰਕੇ ਵੀਡੀਓ ਨੂੰ ਦੇਖੋ, ਉਹਨੂੰ ਮੇਜਰਮੈਂਟ ਕਰੋ ਤਾਂ ਮਿਲੀਮੀਟਰ ਇਨ ਮਿਲੀਮੀਟਰ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਵੀ ਉਹਦਾ ਹਾਰਟ ਦਾ ਸਾਈਜ਼ ਵੱਧ ਸੀਗਾ, ਜਾਂ ਕਿਹੜੇ ਡਾਕਟਰ ਪ੍ਰੋਫੈਸ਼ਨ ਦੇ ਵਿੱਚ ਉਹ ਤੁਹਾਨੂੰ ਦੱਸ ਸਕਦੇ ਆ। ਸੋ ਸਾਧ ਸੰਗਤ ਜੀ, 3 ਮਹੀਨੇ ਬਾਅਦ ਜਦੋਂ ਸਾਰੇ ਐਕਸਰੇ ਆਪਣੇ ਡਾਕਟਰਾਂ ਨੂੰ ਦਿਖਾਏ, ਅੰਮ੍ਰਿਤਸਰ ਖਾਲਸਾ ਕਾਲਜ ਦੇ ਵੱਡੇ ਜਿਹੜੇ ਡਾਇਰੈਕਟਰ ਸੀਗੇ ਮੈਡੀਕਲ ਕਾਲਜ ਦੇ, ਉਹਨਾਂ ਨਾਲ ਗੱਲ ਕੀਤੀ। ਹੋਰ ਵੱਡੇ ਵੱਡੇ ਡਾਕਟਰ ਜਿਹੜੇ ਉਹਨਾਂ ਦੇ ਅੰਡਰ ਸੀ, ਉਹਨਾਂ ਨਾਲ ਗੱਲ ਕੀਤੀ ਤੇ ਬੜੇ ਹੈਰਾਨ ਹੋਏ ਸਾਰੇ ਉਹਨਾਂ ਨੇ, ਕਿਉਂਕਿ ਸਾਰਿਆਂ ਨੇ ਦੇਖਿਆ ਸੀ, ਪਹਿਲਾਂ ਸਿਚੁਏਸ਼ਨ ਦੇਖੀ ਸੀ, ਉਹਨਾਂ ਨੇ ਐਕਸਰੇ ਦੇਖੇ ਸੀ। ਉਹ ਕਹਿੰਦੇ ਕਿ ਏਡੀ ਵੱਡੀ ਸ਼ਕਤੀ ਬਾਣੀ ਦੇ ਵਿੱਚ, ਵੀ ਐਡੀ ਵੱਡੀ ਸ਼ਕਤੀ ਆ, ਆਪਾਂ ਇਹਨੂੰ ਗਾਹਾਂ ਹੋਰ ਤੇ ਐਕਸਪੈਰੀਮੈਂਟ ਕਰੀਏ। ਸੋ ਉਹਨਾਂ ਨੇ ਐਕਸਪੈਰੀਮੈਂਟ ਕੀਤਾ। ਗੋਇੰਦਵਾਲ ਸਾਹਿਬ 1983 ਦੇ ਵਿੱਚ ਕੈਂਪ ਲੱਗਿਆ। ਗੋਇੰਦਵਾਲ ਸਾਹਿਬ ਜਿਹਦੇ ਵਿੱਚ ਵੱਡੇ ਵੱਡੇ ਪੰਜਾਬ ਦੇ ਮੈਡੀਕਲ ਡਾਕਟਰ ਆਏ, ਡਾਇਰੈਕਟਰ ਆਏ, CMO ਆਏ। ਉਹਨਾਂ ਨੇ ਸਾਰੇ ਜਿੰਨੇ ਵੀ ਪੇਸ਼ੈਂਟ ਉੱਥੇ ਸੈਂਕੜੇ ਦੇ ਹਿਸਾਬ ਨਾਲ ਪੇਸ਼ੈਂਟ ਆਏ, ਉਹਨਾਂ ਨੇ ਆਪਣੇ ਮੈਡੀਕਲ ਰਿਪੋਰਟਾਂ ਤਿਆਰ ਕੀਤੀਆਂ, ਇਕੱਲੇ ਇਕੱਲੇ ਪੇਸ਼ੈਂਟ ਬਾਈ ਨੇਮ, ਉਹਨਾਂ ਨੂੰ ਕੀ ਬਿਮਾਰੀ, ਉਹਨਾਂ ਦੀ ਕੀ ਰੀਡਿੰਗ, ਉਹਨਾਂ ਦੇ ਬਲੱਡ ਪ੍ਰੈਸ਼ਰ ਦੇ ਕੀ ਪੈਰਾਮੀਟਰ ਨੇ, ਸਾਰੇ ਹੋਰ ਮੈਡੀਕਲ ਪੈਰਾਮੀਟਰ ਕੀ ਨੇ, ਸਾਰੇ ਨੋਟ ਕੀਤੇ ਗਏ। 4-5 ਦਿਨ ਬਾਣੀ ਦੇ ਵਿੱਚ ਬਾਣੀ ਗਾਈ ਗਈ, ਸੁਣੀ ਗਈ, ਪੜ੍ਹਾਈ ਗਈ, ਉੱਥੇ ਬਾਣੀ ਸੰਗਤੀ ਰੂਪ ਦੇ ਵਿੱਚ ਬਾਣੀ ਗਾਈ ਗਈ। ਤਾਂ ਸਾਧ ਸੰਗਤ ਜੀ, ਜਦੋਂ ਕੈਂਪ ਦੀ ਸਮਾਪਤੀ ਹੋਈ ਤਾਂ ਸਾਰਿਆਂ ਦੇ ਰਿਜ਼ਲਟ ਦੁਬਾਰੇ ਫਿਰ ਚੈੱਕ ਕੀਤੇ ਗਏ, ਸਾਰੀਆਂ ਰੀਡਿੰਗਾਂ, ਸਾਰੇ ਟੈਸਟ ਕੀਤੇ ਗਏ। ਸਾਰੇ ਡਾਕਟਰ ਹੈਰਾਨ ਹੋ ਗਏ, ਹਰ ਇੱਕ ਪੇਸ਼ੈਂਟ ਦੀ ਇੰਪਰੂਵਮੈਂਟ ਹੋਈ, ਹਰ ਇੱਕ ਦੀ। ਕਈ ਪੇਸ਼ੈਂਟ 100% ਇੰਪਰੂਵ, ਕੋਈ 80%, ਕੋਈ 70, ਕੋਈ 50, ਹਰ ਇੱਕ ਪੇਸ਼ੈਂਟ ਦੀ ਇੰਪਰੂਵਮੈਂਟ ਹੋਈ। ਸੋ ਉਹ ਕਹਿੰਦੇ ਬਿਲਕੁਲ ਸਹੀ ਹੈ, ਜੇ ਮਹਾਰਾਜ ਨੇ ਬਾਣੀ ਦੇ ਵਿੱਚ ਕਿਹਾ ਸਰਬ ਰੋਗ ਕਾ ਔਖਦ ਨਾਮ ਹੈ ਤਾਂ ਇਹ ਹੈ। ਹੋਰ ਵੀ ਜਿੰਨੇ ਵੀ ਬਾਣੀ ਦੇ ਵਿੱਚ ਸ਼ਬਦ ਆਉਂਦੇ ਆ, ਅਨੇਕਾਂ ਸ਼ਬਦ ਆਉਂਦੇ ਆ ਬਾਣੀ ਦੇ ਵਿੱਚ। ਸੋ ਉਸ ਤੋਂ ਬਾਅਦ ਉਹਨਾਂ ਦੇ ਮਨ ਚ ਆਇਆ ਵੀ ਇਹਨੂੰ ਸੰਸਾਰ ਦੇ ਵਿੱਚ ਦੱਸਿਆ ਜਾਵੇ, ਇਹ ਮੈਸੇਜ ਦਿੱਤਾ ਜਾਵੇ। ਸੋ ਭਾਈ ਸਾਹਿਬ ਨੇ ਉਸ ਟਾਈਮ ਦੇ ਵਿੱਚ ਇੰਗਲੈਂਡ, USA, ਕੈਨੇਡਾ, ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ, ਹੋਰ ਵੀ ਸਿੰਗਾਪੁਰ, ਮਲੇਸ਼ੀਆ, ਥਾਈਲੈਂਡ, ਅੱਡੋ ਅੱਡ ਥਾਵਾਂ ਤੇ ਜਾ ਕੇ ਇਹ ਕੈਂਪ ਲਾਏ। 3-3, 4-4 ਦਿਨ ਦਾ ਕੈਂਪ ਲਾਇਆ। ਸੋ 2016 ਦੇ ਵਿੱਚ ਦਾਸ ਨੂੰ ਇਹ ਵੀਡੀਓ ਮਿਲੀ ਸੀ। ਸੋ ਦਾਸ ਦਾ ਇੰਟਰਸਟ ਹੋ ਗਿਆ ਸੀ ਵੀ ਜੇ ਐਡੀ ਵੱਡੀ ਸ਼ਕਤੀ ਹੈ ਗੁਰਬਾਣੀ ਦੇ ਵਿੱਚ, ਤਾਂ ਸਾਨੂੰ ਆਪ ਨਹੀਂ ਪਤਾ ਪਹਿਲੀ ਗੱਲ ਤਾਂ, ਤੇ ਨਾ ਹੀ ਅਸੀਂ ਸੰਸਾਰ ਨੂੰ ਦੱਸ ਸਕੇ। ਸੋ ਦਾਸ ਦੇ ਮਨ ਚ ਆਇਆ ਤੇ ਕੁਦਰਤੀ ਉਹ 2016 ਦੇ ਵਿੱਚ ਕਹਿਲਗੇਟ ਕੈਂਪ ਲੱਗਿਆ ਸੀ ਸਰਬ ਰੋਗ ਕਾ ਔਖਦ ਨਾਮ। ਸੋ ਦਾਸ ਦੇ ਮਾਸੀ ਦੇ ਲੜਕੇ ਰਹਿੰਦੇ ਸੀ ਉੱਥੇ, ਤੇ ਉਹਨਾਂ ਨੂੰ ਬੇਨਤੀ ਕੀਤੀ ਭਾਈ ਸਾਹਿਬ ਨਾਲ, ਡਾਕਟਰ ਸਾਹਿਬ ਨਾਲ ਸਾਡੀ ਗੱਲ ਕਰਾਓ। ਸੋ ਉਹਨਾਂ ਨੇ ਡਾਕਟਰ ਸਾਹਿਬ ਨਾਲ ਗੱਲ ਕਰਾਈ ਤੇ ਅਸੀਂ ਬੇਨਤੀ ਕੀਤੀ ਡਾਕਟਰ ਬਲਵੰਤ ਸਿੰਘ ਜੀ ਨੂੰ ਵੀ ਭਾਈ ਸਾਹਿਬ, ਡਾਕਟਰ ਸਾਹਿਬ ਸਾਡੇ ਆ ਕੇ ਕੈਂਪ ਲਾਓ ਲਾਸ ਐਂਜਲਸ। ਸੋ ਉਹਨਾਂ ਨੇ ਬੇਨਤੀ ਪ੍ਰਵਾਨ ਕਰਕੇ 4 ਦਿਨ ਦਾ ਕੈਂਪ ਲੱਗਿਆ। 4 ਦਿਨ ਦੇ ਕੈਂਪ ਦੇ ਵਿੱਚ ਸਾਧ ਸੰਗਤ ਜੀ, ਜਿੰਨੀ ਵੀ ਸੰਗਤ ਆਉਂਦੀ ਸੀ ਪਹਿਲੇ ਦਿਨ ਤੋਂ, ਫਸਟ ਡੇ, ਇੰਨੀ ਖੁਸ਼ ਹੋ ਰਹਿਣ ਲੱਗੀ ਸੰਗਤ, ਇੰਨੀ ਖੁਸ਼ੀ ਦੇ ਵਿੱਚ ਆਇਆ ਕਰੇ। ਉਹ ਸਾਰੇ ਮੈਨੂੰ ਦੱਸਿਆ ਕਰਨ ਵੀ ਚਿੰਤਾ ਤਾਂ ਜਿਸ ਦਿਨ ਦਾ ਸੀ, ਜਦੋਂ ਦਾ ਸੀ ਕੱਲ ਲਾਇਆ ਕੈਂਪ, ਚਿੰਤਾ ਤਾਂ ਰਹੀ ਕੋਈ ਨਹੀਂ, ਖੁਸ਼ੀ ਮਨ ਦੇ ਵਿੱਚ, ਇੰਨੀ ਖੁਸ਼ੀ ਆ, ਚੜ੍ਹਦੀ ਕਲਾ ਇੰਨੀ ਆ, ਥਕਾਵਟ ਕੋਈ ਹੈ ਨਹੀਂ ਵੀ ਅਸੀਂ ਦੱਸ ਨਹੀਂ, ਐਕਸਪਲੇਨ ਨਹੀਂ ਕਰ ਸਕਦੇ। ਸਾਰੇ ਕਹਿੰਦੇ ਸੀ। ਇੱਕ ਜਿਹੜੀ ਖਾਸ ਗੱਲ ਉਹਦੇ ਵਿੱਚ ਵੀ ਦਾਸ ਆਪਣੀ ਨਾਲ ਸ਼ੇਅਰ ਕਰੇ, ਉਹਦੇ ਵਿੱਚ ਇੱਕ ਪਹਿਲੇ ਦਿਨ ਫਸਟ ਡੇ ਇਹ ਕੈਂਪ ਹੁੰਦਾ ਸੀ ਸਾਡਾ 1.5 ਘੰਟਾ ਪਹਿਲਾਂ ਬਾਣੀ ਗਾਉਣੀ, ਸ਼ਬਦ ਗਾਉਣੇ ਗੁਰਬਾਣੀ ਦੇ ਸੰਗਤੀ ਰੂਪ ਦੇ ਵਿੱਚ, 1.5 ਘੰਟਾ, ਫਿਰ ਅੱਧੇ ਘੰਟੇ ਦੀ ਬ੍ਰੇਕ, ਫਿਰ 1.5 ਘੰਟਾ ਫਿਰ ਬਾਣੀ ਗਾਉਣੀ। ਜਦੋਂ ਬ੍ਰੇਕ ਸੀ ਪਹਿਲੇ ਦਿਨ ਦੀ, ਫਸਟ ਡੇ ਦੀ, ਲੰਚ ਟਾਈਮ ਆਪਣੇ ਲੰਗਰ ਦੇ ਵਿੱਚ, ਲੰਗਰ ਹਾਲ ਦੇ ਵਿੱਚ ਬੈਠੇ ਸੀ, ਡਾਕਟਰ ਸਾਹਿਬ ਬੈਠੇ ਸੀ। 2 ਬੱਚੇ ਆਏ ਜਿਹੜੇ ਸ਼੍ਰੀਲੰਕਾ ਤੋਂ ਸੀ, ਫੈਮਿਲੀ ਦੇ ਬੱਚੇ ਸੀ, ਇੱਕ ਭੈਣ ਤੇ ਭਾਈ, ਦੋਨੇ ਬ੍ਰਦਰ ਸਿਸਟਰ ਆਏ। ਉਹ ਆ ਕੇ ਮਿਲੇ, ਉਹ ਕਹਿੰਦੇ ਸਾਡੀ ਮਾਤਾ ਨੂੰ ਲਾਸਟ ਸਟੇਜ ਦਾ ਕੈਂਸਰ ਪੇਸ਼ੈਂਟ ਆ ਬਈ, ਉਹ ਕੁਰਸੀ ਦੇ ਉੱਤੇ ਸਿਰਫ 15 ਮਿੰਟ ਬਹਿ ਸਕਦੀ ਆ, ਉਸ ਤੋਂ ਬਾਅਦ ਬਹਿ ਨਹੀਂ ਸਕਦੀ। ਸੋ ਉਹ ਕਹਿੰਦੀ ਵੀ ਅਸੀਂ ਲੈ ਕੇ ਆਉਣਾ ਚਾਹੁੰਦੇ, ਵੀ ਲੈ ਆਈਏ। ਸੋ ਡਾਕਟਰ ਸਾਹਿਬ ਉੱਥੇ ਸੀ, ਡਾਕਟਰ ਸਾਹਿਬ ਕਹਿੰਦੇ ਤੁਸੀਂ ਲੈ ਆਇਓ ਉਹਨਾਂ ਨੂੰ, 15 ਮਿੰਟ ਬਾਅਦ ਆਪਾਂ ਦੀਵਾਨ ਹਾਲ ਦੇ ਵਿੱਚ ਹੀ ਉੱਥੇ ਪਿੱਛੇ ਬਹਿ ਜਾਣਗੇ ਤੇ ਉੱਥੇ ਹੀ ਆਪਾਂ ਪਾ ਦਾਂਗੇ, ਸਰਾਣਾ ਦੇ ਦਾਂਗੇ ਉਹਨਾਂ ਨੂੰ, ਕਿਉਂਕਿ ਥੱਲੇ ਆਪਣੀ ਜਿਹੜਾ ਆਪਣਾ ਗੁਰੂ ਘਰ ਦਾ ਹਾਲ ਆ, ਉਹਦੇ ਥੱਲੇ ਕਾਰਪੈਟ ਆ ਤੇ ਉਹ ਥੱਲੇ ਵਧੀਆ ਆਰਾਮ ਦੇ ਨਾਲ ਪੈ ਵੀ ਸਕਦੇ ਆ। ਸੋ ਪੈ ਕੇ ਬਾਣੀ ਸੁਣੀ ਜਾਣਗੇ, ਵੀ ਲੈ ਆਓ ਉਹਨਾਂ ਨੂੰ ਤੁਸੀਂ।
ਸੋ ਲੈ ਆਏ ਪਹਿਲੇ ਦਿਨ 15 ਮਿੰਟ ਬੈਠੇ ਉਹ ਮਾਤਾ। ਅਸੀਂ ਉਹਨਾਂ ਨੂੰ ਜਾ ਕੇ ਇੱਕ ਹੋਰ ਗੱਲ ਨੋਟ ਕਰ ਲਿਓ ਸਾਧ ਸੰਗਤ ਜੀ, ਨਾ ਤਾਂ ਉਹ ਪੰਜਾਬੀ ਬੋਲ ਸਕਦੇ ਸੀ, ਨਾ ਹਿੰਦੀ ਬੋਲ ਸਕਦੇ ਸੀ, ਤੇ ਨਾ ਹੀ ਇਹ ਸਮਝ ਸਕਦੇ ਸੀਗੇ। ਉਹ ਸਿਰਫ ਆਪਣੀ ਸ਼੍ਰੀਲੰਕਨ ਕੋਈ ਉਹਨਾਂ ਦੀ ਬੋਲੀ ਸੀਗੀ ਉਹ ਬੋਲਦੇ ਸੀ। ਉਹਨਾਂ ਦੇ ਬੱਚੇ ਸਮਝ ਲੈਂਦੇ ਸੀ ਤੇ ਬੱਚੇ ਸਾਨੂੰ ਇੰਗਲਿਸ਼ ਦੇ ਵਿੱਚ ਦੱਸਦੇ ਸੀ ਕੀ ਕਹਿੰਦੀ ਹੈ ਮਾਤਾ। ਸੋ ਅਸੀਂ ਬੱਚਿਆਂ ਨੂੰ ਕਿਹਾ ਵੀ ਇਹਨਾਂ ਨੂੰ ਪਾ ਦਿਓ, ਵੀ ਅਸੀਂ ਤੁਹਾਨੂੰ ਪਿੱਲੋ ਲਿਆ ਦਿੰਦੇ ਹਾਂ। ਉਹ ਬੱਚਿਆਂ ਨੇ ਮਾਤਾ ਨਾਲ ਗੱਲ ਕੀਤੀ, ਮਾਤਾ ਕਹਿੰਦੀ ਆਈ ਹੈਵ ਨੋ ਪ੍ਰੋਬਲਮ। ਜਾਣੀ ਬੱਚਿਆਂ ਨੇ ਸਾਨੂੰ ਦੱਸਿਆ, ਬੱਚੇ ਕਹਿੰਦੇ ਸਾਡੀ ਮਾਤਾ ਕਹਿੰਦੀ ਆਈ ਹੈਵ ਨੋ ਪ੍ਰੋਬਲਮ। ਅਸੀਂ 15 ਮਿੰਟ ਬਾਅਦ ਫਿਰ ਗਏ, ਉਹ ਬੱਚੇ ਸੇਮ ਥਿੰਗ ਕਹਿੰਦੇ ਨੋ ਸ਼ੀ ਹੈਵ ਨੋ ਪ੍ਰੋਬਲਮ। ਪਹਿਲੇ ਦਿਨ ਸਾਧ ਸੰਗਤ ਜੀ 1.5-2 ਘੰਟੇ ਉਹ ਬੈਠੀ ਰਹੀ ਕੁਰਸੀ ਦੇ ਉੱਤੇ ਸਾਰੇ ਕੈਂਪ ਦੇ ਵਿੱਚ। ਦੂਸਰੇ ਦਿਨ ਉਹ ਮਾਤਾ ਪੂਰੇ ਕੈਂਪ ਦੇ ਟਾਈਮ ਤੇ ਆ ਗਈ, ਕਿਉਂਕਿ ਟੋਟਲ ਟਾਈਮ ਆਲਮੋਸਟ 4 to 5 ਆਵਰਸ ਸੀ ਕੈਂਪ ਦਾ। ਜਦੋਂ ਸਮਾਪਤੀ ਹੋਈ ਤਾਂ ਉਹ ਜਾ ਰਹੀ ਸੀ, ਜਦੋਂ ਜਾ ਰਹੀ ਸੀ ਕੁਦਰਤੀ 10 ਪਾਰਕਿੰਗ ਲਾਟ ਦੇ ਵਿੱਚ ਇਸ ਤਰ੍ਹਾਂ ਹਾਲ ਨਿਕਲ ਰਿਹਾ ਤੇ ਸਾਹਮਣੇ ਇਸ ਤਰ੍ਹਾਂ ਪਾਰਕਿੰਗ ਲਾਟ ਆ। ਸੋ ਪਾਰਕਿੰਗ ਲਾਟ ਦੇ ਵਿੱਚ ਸਾਹਮਣੇ ਕੁਦਰਤੀ ਖੜਾ ਸੀ ਦਾਸ। ਜਦੋਂ ਨਿਗਾਹ ਪਈ ਤਾਂ ਉਹ ਸੰਗਤ ਆ ਰਹੀ, ਸਮਾਪਤੀ ਹੋ ਗਈ ਸੀ। ਸਭ ਤੋਂ ਮੂਹਰੇ ਉਹ ਮਾਤਾ ਆ ਰਹੀ ਸੀ, ਉਹਦੇ ਚਿਹਰੇ ਦੇ ਵਿੱਚ ਕੌਨਸਟੈਂਟ ਸਮਾਈਲ ਸੀ, ਕੌਨਸਟੈਂਟ। ਇੱਕ ਤਾਂ ਹੁੰਦੀ ਆ ਥੋੜੇ ਚਿਰ ਸਮਾਈਲ ਰਹਿ ਜਾਂਦੀ ਆ, ਉਹ ਦੁਬਾਰੇ ਚੇਂਜ ਹੋ ਜਾਂਦਾ ਚਿਹਰਾ। ਉਹਦੇ ਚਿਹਰੇ ਤੇ ਕੌਨਸਟੈਂਟ ਸਮਾਈਲ ਸੀ। ਉਹ ਚੱਲੀ ਆ ਰਹੀ ਸੀ ਦਾਸ ਦੇ ਮਨ ਚ। ਜਦ ਹੀ ਉਸ ਟਾਈਮ ਉਹ ਦਾਸ ਦਾ ਟਰਨਿੰਗ ਪੁਆਇੰਟ ਸੀ ਵੀ ਗੁਰਬਾਣੀ ਦੇ ਵਿੱਚ ਐਡੀ ਵੱਡੀ ਸ਼ਕਤੀ, ਇੱਕ ਲਾਸਟ ਸਟੇਜ ਦਾ ਕੈਂਸਰ ਦਾ ਪੇਸ਼ੈਂਟ ਜਿਹਦੀਆਂ ਕਿ ਆਲਮੋਸਟ 32 ਕੈਮੋਥੈਰੇਪੀ ਹੋ ਚੁੱਕੀਆਂ ਸੀ, ਜਿਹੜਾ ਸਰੀਰ, ਜਿਹੜਾ ਚਿਹਰਾ ਸੁੱਕਿਆ ਪਿਆ ਸੀ, ਪਰ ਉਹਦਾ ਚਿਹਰਾ ਖੁਸ਼ ਸਮਾਈਲ ਕਰਦਾ ਆ ਰਿਹਾ। ਤੇ ਨਾ ਇਹਨੂੰ ਕੋਈ ਸਮਝ ਨਹੀਂ ਲੱਗੀ, ਕੋਈ ਬਾਣੀ ਦੀ ਸਮਝ ਨਹੀਂ ਲੱਗੀ, ਕੋਈ ਅਸੀਂ ਇੰਗਲਿਸ਼ ਦੇ ਵਿੱਚ ਐਕਸਪਲੇਨ ਨਹੀਂ ਕੀਤਾ, ਕੋਈ ਅਸੀਂ ਇੰਗਲਿਸ਼ ਦੇ ਵਿੱਚ ਡਿਸਪਲੇ ਨਹੀਂ ਕੀਤਾ। ਅਸੀਂ ਸਿਰਫ ਬਾਣੀ ਨੂੰ ਗਾਇਆ, ਕੋਈ ਡਿਸਪਲੇ ਨਹੀਂ ਸੀਗਾ, ਬਾਣੀ ਨੂੰ ਗਾਇਆ। ਸੰਗਤਾਂ ਨੇ ਸਾਰੀਆਂ ਨੇ ਗਾਇਆ, ਸਾਦੇ ਰੂਪ ਦੇ ਵਿੱਚ ਗਾਇਆ। ਇੱਕ ਭਾਈ ਸਾਹਿਬ ਬੈਠੇ ਸਟੇਜ ਤੇ ਬਾਣੀ ਦੇ ਸ਼ਬਦ ਗਾ ਰਹੇ ਸੀ ਤੇ ਸੰਗਤ ਪਿੱਛੇ ਉਸ ਤਰ੍ਹਾਂ ਹੀ ਇੱਕ ਇੱਕ ਤੋਂ ਉਹ ਗਾ ਰਹੇ ਸੀ ਅੱਗੇ, ਤੇ ਸੰਗਤ ਉਹਨਾਂ ਤੋਂ ਬਾਅਦ ਸੰਗਤ ਗਾ ਰਹੀ ਸੀ। ਦਾਸ ਦੇ ਮਨ ਚ ਆਇਆ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਦੀ ਬਾਣੀ ਦੇ ਵਿੱਚ ਕਿੰਨੀ ਕੁ ਵੱਡੀ ਸ਼ਕਤੀ ਹੈ। ਇਹ ਕੰਨਾਂ ਦੇ ਵਿੱਚ ਪੈਣ ਦੇ ਨਾਲ ਹੀ ਇੱਕ ਲਾਸਟ ਸਟੇਜ ਦਾ ਕੈਂਸਰ ਦਾ ਪੇਸ਼ੈਂਟ ਅੱਜ ਹੱਸਦਾ ਜਾ ਰਿਹਾ, ਜਦੋਂ ਕਿ ਸਾਧ ਸੰਗਤ ਜੀ ਇੱਕ ਕਿਸੇ ਪਰਿਵਾਰ ਦੇ ਵਿੱਚ ਕੈਂਸਰ ਦਾ ਪੇਸ਼ੈਂਟ ਆ ਜਾਵੇ ਫਸਟ ਸਟੇਜ ਦਾ, ਤਾਂ ਸਾਰੇ ਪਰਿਵਾਰ ਦੇ ਚਿਹਰੇ ਤੇ ਕਦੇ ਵੀ ਤੁਸੀਂ ਖੁਸ਼ੀ ਨਹੀਂ ਦੇਖੋਗੇ। ਇਹ ਲਾਸਟ ਸਟੇਜ ਦਾ ਕੈਂਸਰ ਪੇਸ਼ੈਂਟ ਫਿਰ ਆਪ ਖੁਦ, ਜਿਹਨੂੰ ਪਤਾ ਵੀ ਮੇਰੀ ਜ਼ਿੰਦਗੀ ਨਹੀਂ ਹੈ, ਜਿਹਤੇ ਦੁੱਖ ਏਡੇ ਵੱਡੇ ਆ, ਜਿਹਦੀਆਂ 32 ਕੈਮੋਥੈਰੇਪੀਆਂ ਹੋ ਚੁੱਕੀਆਂ ਨੇ। ਸੋ ਸਾਧ ਸੰਗਤ ਜੀ, ਲਾਸਟ ਦਿਨ ਜਦੋਂ ਕੈਂਪ ਲੱਗਦਾ, ਹਰੇਕ ਅਖੀਰਲੇ ਦਿਨ ਜਿੱਥੇ ਵੀ ਕੈਂਪ ਲੱਗਦਾ ਉੱਥੇ ਦੱਸਿਆ, ਕਿਹਾ ਜਾਂਦਾ, ਬੇਨਤੀ ਕੀਤੀ ਜਾਂਦੀ ਹੈ ਸੰਗਤ ਨੂੰ, ਭਾਈ ਜੇ ਕਿਸੇ ਨੂੰ ਕੋਈ ਫਰਕ ਪਿਆ ਉਹ ਆ ਕੇ ਦੱਸੋ, ਜੇ ਕਿਸੇ ਨੇ ਕੋਈ ਐਕਸਪੀਰੀਅੰਸ ਕੀਤਾ। ਸੋ ਸਭ ਤੋਂ ਪਹਿਲਾਂ ਉਹ ਮਾਤਾ ਆਈ, ਉਹਨੇ ਮਾਤਾ ਨੇ ਆ ਕੇ ਆਪਣੇ ਬੱਚੇ ਨਾਲ ਲਿਆਂਦੇ। ਉਹ ਬੱਚੇ ਇੰਗਲਿਸ਼ ਦੇ ਵਿੱਚ ਦੱਸਦੇ ਸੀ ਤੇ ਮਾਤਾ ਉਹਨਾਂ ਨੂੰ ਦੱਸਦੀ ਸੀ। ਉਹ ਸਟੇਜ ਤੇ ਆ ਗਈ ਮਾਤਾ, ਮਹਾਰਾਜ ਦੀ ਹਜ਼ੂਰੀ ਦੇ ਵਿੱਚ, ਜਿੱਥੇ ਸਟੇਜ ਲੱਗੀ ਹੁੰਦੀ ਹੈ ਉੱਥੇ ਆ ਗਈ। ਉਹ ਕਹਿੰਦੀ ਮੈਂ ਰਾਤ ਨੂੰ ਸੌ ਨਹੀਂ ਸਕਦੀ ਸੀ, ਪੇਨ, ਸਟ੍ਰੈਸ, ਡਿਪਰੈਸ਼ਨ ਇੰਨੀ ਜ਼ਿਆਦਾ ਸੀ। ਕਹਿੰਦੀ ਦਵਾਈਆਂ ਵੀ ਦਿੱਤੀਆਂ ਸੀ ਡਾਕਟਰ ਨੇ, ਪਰ ਮੈਨੂੰ ਨੀਂਦ ਨਹੀਂ ਆਉਂਦੀ ਸੀ, ਪੇਨ ਹੁੰਦੀ ਸੀ। ਕਹਿੰਦੀ ਜਿਸ ਦਿਨ ਮੈਂ ਪਹਿਲੇ ਦਿਨ ਕੈਂਪ ਲਾ ਕੇ ਗਈ ਹਾਂ, ਮੈਂ ਘਰੇ ਗਈ ਹਾਂ, ਮੇਰੀ ਨਾ ਪੇਨ ਉਸ ਦਿਨ ਦੀ ਤੇ ਨੀਂਦ ਕਹਿੰਦੀ ਮੈਨੂੰ ਇਸ ਤਰ੍ਹਾਂ ਆਉਂਦੀ ਹੈ ਮੈਂ ਦੱਸ ਨਹੀਂ ਸਕਦੀ। ਸਾਧ ਸੰਗਤ ਜੀ, ਦਾਸ ਦੇ ਮਨ ਚ ਆਇਆ ਵੀ ਹੋਇਆ ਕੀ ਹੈ, ਇਹ ਏਡੀ ਵੱਡੀ ਕਲਾ ਕਿਵੇਂ ਵਰਤ ਗਈ, ਇਸ ਤਰ੍ਹਾਂ ਕਿਵੇਂ ਹੋ ਗਿਆ। ਦਵਾਈਆਂ ਨਾਲ ਪੇਨ ਟੀ, ਦਵਾਈਆਂ ਨਾਲ ਨੀਂਦ ਨਹੀਂ ਆਈ। ਇਹ ਬਾਣੀ ਸੁਣ ਕੇ ਇੱਕ ਦਿਨ 2 ਘੰਟੇ ਉਹ ਵੀ ਕੋਈ ਸਮਝ ਨਹੀਂ ਲੱਗੀ। ਸੋ ਸਾਧ ਸੰਗਤ ਜੀ, ਉੱਥੇ ਮਹਾਰਾਜ ਨੇ ਇਹੀ ਬਖਸ਼, ਉਸ ਤੇ ਮਹਾਰਾਜ ਨੇ ਇਹੀ ਸੋਝੀ ਪਾਈ, ਸੁਣਿਆ ਦੁੱਖ ਪਾਪ ਕਾ ਨਾਸ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਮਹਾਰਾਜ ਦੀ ਬਾਣੀ ਕੀ ਕਹਿ ਰਹੀ ਹੈ ਜਪਜੀ ਸਾਹਿਬ ਦੇ ਵਿੱਚ? ਸਾਧ ਸੰਗਤ ਜੀ, 1 ਵਾਰੀ ਨਹੀਂ, 2 ਵਾਰੀ ਨਹੀਂ, 3 ਵਾਰੀ ਨਹੀਂ, 4 ਵਾਰੀ ਮਹਾਰਾਜ ਨੇ ਸਾਨੂੰ ਬਾਣੀ ਦੀ ਸ਼ਕਤੀ ਨੂੰ ਸਮਝਾਉਣ ਲਈ 4 ਵਾਰੀ ਇਹ ਤੁਕਾਂ ਚਾਰੀਆਂ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਸਿਰਫ ਇਹੀ ਨਹੀਂ, ਇਹ ਦੋ ਤੁਕਾਂ ਨੂੰ ਸਮਝਾਉਣ ਲਈ ਸਾਨੂੰ ਮਹਾਰਾਜ ਨੇ, ਸਾਨੂੰ ਵਿਸ਼ਵਾਸ ਦਿਵਾਉਣ ਲਈ 4 ਪੌੜੀਆਂ ਸੁਣਿਆ ਦੇ ਉੱਤੇ ਉਚਾਰੀਆਂ। 4 ਪੌੜੀਆਂ, ਹਰੇਕ ਪੌੜੀ ਦੇ ਵਿੱਚ 4 ਜਿਹੜੀਆਂ ਤੁਕਾਂ ਨੇ, ਪਹਿਲੀਆਂ 4 ਅੰਕਾਂ ਨੇ, ਉਹ ਸਾਨੂੰ ਦੱਸ ਰਹੀਆਂ ਬਾਣੀ ਦੀ ਕਿੱਡੀ ਕੁ ਵੱਡੀ ਸ਼ਕਤੀ ਹੈ ਬਾਣੀ ਨੂੰ ਸੁਣਨ ਦੀ, ਕੰਨਾਂ ਦੇ ਨਾਲ ਬਾਣੀ ਨੂੰ ਸੁਣਨ ਦੀ, ਧਿਆਨ ਦੇ ਨਾਲ, ਕੰਨਾਂ ਦੇ ਨਾਲ ਆਵਾਜ਼
ਜਦੋਂ ਬਾਣੀ ਨੂੰ ਅਸੀਂ ਗਾਉਂਦੇ ਆ, ਉਹ ਆਵਾਜ਼ ਨੂੰ ਕੰਨਾਂ ਦੇ ਨਾਲ ਸੁਣਨ ਦੀ ਕਿੰਨੀ ਕੁ ਵੱਡੀ ਸ਼ਕਤੀ ਆ। ਉਹਦੇ ਉੱਤੇ ਆਪਾਂ ਇੱਕ ਵਿਚਾਰ ਕਰਾਂਗੇ, ਬਹੁਤ ਲੰਬੀ ਵਿਚਾਰ ਆ ਇਹ, ਟਾਈਮ ਨਹੀਂ ਹੈ ਨਾ। ਸੁਣਿਆ ਸਿੱਧ ਪੀਰ ਸਰਨਾਥ, ਸੁਣਿਆ ਧਰਤ ਅਵਲ ਆਕਾਸ਼। ਸੁਣਨ ਦੇ ਨਾਲ ਮਹਾਰਾਜ ਕਹਿੰਦੇ ਇਹ ਧਰਤੀ ਤੇ ਆਕਾਸ਼, ਇਹ ਪ੍ਰਾਣੀ ਇਹ ਧੌਲੇ ਵੱਲ ਤੇ ਨਹੀਂ ਖੜੇ ਹੈਗੇ। ਇਹ ਕਿਹੜੀ ਸ਼ਕਤੀ ਹੈ ਜਿਹੜੀ ਹਵਾ ਦੇ ਵਿੱਚ ਇਹ ਧਰਤੀ ਅਬਾਊਟ 950 ਮਾਈਲ ਪਰ ਆਵਰ ਨਾਲ ਘੁੰਮ ਰਹੀ ਆ। ਇਹ ਕਿਹੜੀ ਸ਼ਕਤੀ ਆ ਜਿਸ ਸ਼ਕਤੀ ਦੇ ਨਾਲ ਇਹ ਹੋਲ ਧਰਤੀ ਸਾਰੀ ਇਹ ਸੂਰਜ ਦੇ ਆਲੇ ਦੁਆਲੇ ਘੁੰਮਦੀ ਪਹਿਲਾਂ ਇਹ ਘੁੰਮ ਰਹੀ ਹੈ ਐਕਸਲ ਦੇ ਉੱਤੇ ਅਬਾਊਟ 950 ਅਬਾਊਟ ਬਿਟਵੀਨ 950 ਐਂਡ 1000 ਮਾਈਲ ਪਰ ਆਵਰ ਨਾਲ। ਫਿਰ ਇਹ ਘੁੰਮਦੀ ਸੂਰਜ ਦੇ ਆਲੇ ਦੁਆਲੇ ਘੁੰਮ ਕੇ ਚੱਕਰ ਲਾ ਰਹੀ ਆ। ਉਹ ਸਪੀਡ ਹੈਗੀ ਅਬਾਊਟ more than 600 ਮਾਈਲ ਪਰ ਆਵਰ। ਇਹਦੇ ਆਲੇ ਦੁਆਲੇ ਧਰਤੀ ਦੇ ਕੋਈ, ਆਪ ਜੀ ਸਾਰੇ ਬੱਚੇ ਪੜ੍ਹੇ ਹੋਏ ਪੜ੍ਹ ਰਹੇ ਹੋ, ਇਹਦੇ ਕੋਈ ਸਪੋਰਟ ਨਹੀਂ ਹੈ, ਹਵਾ ਦੇ ਵਿੱਚ ਹੈ, ਇਹਨੂੰ ਕੋਈ ਫਾਊਂਡੇਸ਼ਨ ਨਹੀਂ ਹੈ ਇਹਦੀ ਕੋਈ। ਆਪਾਂ ਘਰ ਬਣਾਉਂਦੇ ਆ ਇੱਕ, ਉਹਦੀਆਂ ਪਹਿਲਾਂ ਫਾਊਂਡੇਸ਼ਨ ਕੱਢੀਆਂ ਜਾਂਦੀਆਂ, ਉਹ ਜ਼ਮੀਨ ਦੇ ਵਿੱਚ ਗੱਡਿਆ ਜਾਂਦਾ। ਪਰ ਜਿਹੜੀ ਧਰਤੀ ਆ ਸਾਰੀ ਇਹਦੀ ਕੋਈ ਫਾਊਂਡੇਸ਼ਨ ਨਹੀਂ ਹੈ। ਇਹ ਇੰਨੀ ਹਾਈ ਸਪੀਡ ਨਾਲ ਘੁੰਮ ਰਹੀ ਆ। ਇਹ ਰਾਉਂਡ ਹੈ, ਸਾਰਿਆਂ ਨੂੰ ਪਤਾ ਆਪਾਂ। ਸੋ ਮਹਾਰਾਜ ਕਹਿੰਦੇ ਹੇ ਪ੍ਰਾਣੀ, ਇਹ ਕਿਹੜੀ ਸ਼ਕਤੀ ਆ ਜਿਹੜੀ ਹਰ ਇੱਕ ਚੀਜ਼ ਨੂੰ ਕੰਟਰੋਲ ਕਰੀ ਬੈਠੀ ਆ। ਇਹ ਕਿਹੜੀ ਸ਼ਕਤੀ ਆ ਜਿਹੜੀ ਇਹ ਧਰਤੀ ਨੂੰ ਇੰਨੀ ਸਪੀਡ ਦੇ ਨਾਲ ਘੁਮਾ ਰਹੀ ਆ। ਇਹ ਕਿਹੜੀ ਸ਼ਕਤੀ ਆ ਜਿਹੜੀ ਇਹ ਸਾਰੀ ਨੂੰ ਸੂਰਜ ਦੇ ਆਲੇ ਦੁਆਲੇ ਘੁਮਾ ਕੇ ਲਿਆ ਰਹੀ ਆ। ਮਹਾਰਾਜ ਕਹਿੰਦੇ ਹੇ ਪ੍ਰਾਣੀ, ਇਹ ਨਾਮ ਜੋ ਬ੍ਰਹਿਮੰਡ ਦੇ ਵਿੱਚ ਗਾਇਆ ਜਾ ਰਿਹਾ, ਜਿਹਨੂੰ ਖੰਡ ਬ੍ਰਹਿਮੰਡ ਗਾ ਰਹੇ ਨੇ, ਜਿਹਨੂੰ ਚਾਰੇ ਖਾਣੀਆਂ ਗਾ ਰਹੀਆਂ, ਜਿਹੜਾ ਮਹਾਰਾਜ ਨੇ ਗਾਵੜ ਦੀ ਪੌੜੀਆਂ ਦੇ ਵਿੱਚ ਦੱਸਿਆ, ਉਹਦੇ ਵਿੱਚ ਆਪ ਜੀ ਨੇ ਆਪ ਦਰਸ਼ਨ ਕਰ ਲੈਣ। ਗਾਵਨ ਤੁਹਾਨੂੰ ਇੰਦਨ ਦਰਸ਼ਨ ਬੈਠੇ ਦੇਵਤਿਆਂ ਦੇ ਨਾਲੇ, ਉਹ ਸਾਰੀ ਪੌੜੀ ਦੇ ਵਿੱਚ ਗਾਵਨ ਤੁਹਾਨੂੰ ਖੰਡ ਮੰਡਲ ਬ੍ਰਹਮੰਡਾ ਕਰ ਰੱਖੇ ਤਾਰੇ। ਗਾਵਨ ਤੁਹਾਨੂੰ ਖਾਣੀ ਚਾਰੇ ਖਾਣੀਆਂ ਦੇ ਵਿੱਚ ਸਾਧ ਸੰਗਤ ਜੀ ਸਾਰਾ ਸੰਸਾਰ ਆ ਜਾਂਦਾ, ਛੋਟੇ ਜੀ ਤੋਂ ਲੈ ਕੇ ਵੱਡੇ ਮਨੁੱਖ ਤੱਕ, ਜਾਨਵਰ ਪੰਛੀ ਸਾਰੇ ਆ ਜਾਂਦੇ। ਬਾਰੇ ਕਹਿੰਦੇ ਸਾਰੇ ਗਾ ਰਹੇ। ਉਹ ਬਾਣੀ ਨੂੰ ਸੁਣ ਕੇ ਜਿਹੜਾ ਸਾਰਾ ਬ੍ਰਹਮੰਡ ਗਾ ਰਿਹਾ, ਸਾਰੇ ਗਾ ਰਹੇ ਨੇ। ਯੋਧ ਮਹਾਬਲ ਸੂਰਾ ਜਿੰਨੇ ਵੀ ਇਹ ਗਾ ਰਹੇ ਨੇ, ਸਾਰੀ ਸੰਸਾਰ ਸਾਰੀ ਸ੍ਰਿਸ਼ਟੀ ਬ੍ਰਹਮੰਡ ਗਾ ਰਿਹਾ। ਮਹਾਰਾਜ ਕਹਿੰਦੇ ਉਹ ਬਾਣੀ ਨੂੰ ਸੁਣ ਕੇ ਇਹ ਪ੍ਰਾਣੀ, ਇਹ ਸਾਰਾ ਜੋ ਧਰਤੀ ਆ, ਇਹ ਆਕਾਸ਼ ਆ, ਇਹ ਹਵਾ ਦੇ ਵਿੱਚ ਖੜੇ ਆ, ਹਵਾ ਦੇ ਵਿੱਚ ਘੁੰਮ ਰਹੇ ਨੇ, ਇਹਨਾਂ ਨੂੰ ਕੋਈ ਸਪੋਰਟ ਨਹੀਂ ਹੈ। ਤੇ ਸਾਧ ਸੰਗਤ ਜੀ, ਦਾਸ ਨੇ ਨਾਸਾ ਦੀਆਂ ਜਿਹੜੀ ਸਪੇਸ ਏਜੰਸੀ ਆ ਅਮਰੀਕਾ ਦੀ, ਦੁਨੀਆ ਦੀ ਸਭ ਤੋਂ ਵੱਡੀ, ਉਹਦੀਆਂ ਵੀ ਕਾਫੀ ਸਾਇੰਸਦਾਨਾਂ ਦੀਆਂ ਪੜ੍ਹੀਆਂ ਨੇ, YouTube ਦੇ ਉੱਤੇ ਵੀ ਉਹਦੇ ਦੇਖੇ ਨੇ, ਜਿਨ੍ਹਾਂ ਦੇ ਵਿੱਚ ਉਹਨਾਂ ਨੇ ਆਪ ਕਿਹਾ। ਇੱਕ YouTube ਦਾ ਦਾਸ ਕੋਲ ਲਿੰਕ ਪਿਆ, ਜੇ ਕਿਸੇ ਨੂੰ ਕੋਈ ਕੁਐਸਚਨ ਹੋਵੇ ਭੈਣ ਜੀ ਤੋਂ ਨੰਬਰ ਲੈ ਲੈਣਾ। ਭੈਣ ਜੀ ਆਪਣੇ ਸ਼ਾਇਦ ਨਾਂ ਉਹਨਾਂ ਦਾ ਜਸਪ੍ਰੀਤ ਆ, ਜਿਹੜੇ ਇਹ ਹੋਸਟ ਕਰਦੇ ਆ ਆਪਣੇ ਇਸ ਪ੍ਰੋਗਰਾਮ ਨੂੰ, ਉਹਨਾਂ ਤੋਂ ਨੰਬਰ ਲੈ ਲੈਣਾ। ਕਦੇ ਵੀ ਕਿਸੇ ਕੁਐਸਚਨ ਹੋਵੇ, ਕਦੇ ਵੀ ਕਿਸੇ ਦਾ ਵੀ ਇਹ ਨਹੀਂ ਹੋ ਸਕਦਾ, ਜਾਂ ਕੋਈ ਕਿਸੇ ਨੂੰ ਕੋਈ ਸ਼ੰਕਾ ਹੋਵੇ ਵੀ ਇਹ ਬਾਣੀ ਦੇ ਵਿੱਚ ਐਡੀ ਵੱਡੀ ਸ਼ਕਤੀ ਹੈ, ਸੋ ਆਪ ਜੀ ਨੇ ਨੰਬਰ ਲੈ ਲੈਣਾ ਉਹਨਾਂ ਤੋਂ। ਦਾਸ ਨਾਲ ਜਦੋਂ ਮਰਜ਼ੀ ਗੱਲ ਕਰ ਲੈਣੀ, ਮੈਸੇਜ ਭੇਜ ਦੇਣਾ, ਦਾਸ ਆਪ ਜੀ ਨੂੰ ਗੱਲ ਕਰ ਲੂਗਾ, ਕਾਲ ਕਰ ਲੂ। ਸੋ ਸਾਧ ਸੰਗਤ ਦਾਸ ਨੇ ਵੀ ਦੇਖਿਆ ਇਹ ਵੀ ਇਹ ਧਰਤੀ ਨੂੰ ਦੇਖੀਏ ਵੀ ਚਲੋ ਸਾਇੰਸ ਕੀ ਕਹਿੰਦੀ ਆ ਵੀ ਕਿਹੜੀ ਫੋਰਸ ਆ ਜਿਹੜੀ ਇਹਨੂੰ ਘੁਮਾ ਰਹੀ ਆ, ਇਹ ਕਿਵੇਂ ਹਵਾ ਦੇ ਵਿੱਚ ਘੁੰਮ ਰਹੀ ਆ, ਤੇ ਇੰਨੀ ਹਾਈ ਸਪੀਡ ਦੇ ਉੱਤੇ ਸਾਨੂੰ ਕਿਉਂ ਨਹੀਂ ਕੋਈ ਝਟਕਾ ਲੱਗ ਰਿਹਾ। ਕੀ ਗ੍ਰੈਵਿਟੀ ਹੈ? ਕਿ ਦਾਸ ਨੇ ਇੰਜੀਨੀਅਰਿੰਗ ਦੇ ਵਿੱਚ, ਸਾਇੰਸ ਦੇ ਵਿੱਚ, ਆਪਣੇ ਫਿਜ਼ਿਕਸ ਦੇ ਵਿੱਚ ਇਹ ਕਾਫੀ ਸਟੱਡੀ ਕੀਤੀ ਰਹੀ ਹੈ। ਪਹਿਲਾਂ ਗ੍ਰੈਵਿਟੀ ਦੇ ਉੱਤੇ ਵੀ ਅਸੀਂ ਕੈਲਕੂਲੇਸ਼ਨ ਕਰਕੇ ਨੂਮੈਰੀਕਲ ਕੱਢੇ ਨੇ। ਗ੍ਰੈਵਿਟੀ ਦੇ ਵਿੱਚ ਕਦੇ ਵੀ ਇਹਦੀ ਕੋਈ ਰੀਡਿੰਗ ਇੰਨੀ, ਜਿਹੜੀ ਫੋਰਸ ਆ ਗ੍ਰੈਵਿਟੀ ਦੀ ਇੰਨੀ ਜ਼ਿਆਦਾ ਨਹੀਂ ਹੈ, ਬਹੁਤ ਥੋੜੀ ਫੋਰਸ ਆ ਉਹ। ਜਿਵੇਂ ਕਿ ਇੱਕ ਸਿਓ ਦੇ ਉੱਤੋਂ ਆਪਾਂ ਸਿੱਟੀਏ, ਜਾਂ ਕੋਈ ਦਰਖਤ ਤੋਂ ਸੇਬ ਕੋਈ ਚੀਜ਼ ਸਿੱਟੀਏ, ਥੱਲੇ ਡਿੱਗਦੀ ਆ, ਨਾਰਮਲ ਸਪੀਡ ਨਾਲ ਥੱਲੇ ਡਿੱਗਦੀ ਆ। ਸੋ ਇੰਨੀ ਹਾਈ ਸਪੀਡ ਤੇ ਸਾਨੂੰ ਕਿਹੜੀ ਚੀਜ਼ ਕੰਟਰੋਲ ਕਰਕੇ ਰੱਖ ਰਹੀ ਆ, ਇਹਦੀ ਐਕਸਪਲੇਨੇਸ਼ਨ ਨਹੀਂ ਹੈਗੀ ਅੱਜ ਤੱਕ, ਕੋਈ ਐਕਸਪਲੇਨੇਸ਼ਨ ਨਹੀਂ ਹੈ, ਇਮੈਜੀਨੇਸ਼ਨ ਹੈ। ਇਹ ਕਹਿੰਦੇ ਗ੍ਰੈਵਿਟਾਈਨ, ਕਹਿੰਦੇ ਅੰਦਰ ਗ੍ਰੈਵਿਟਾਈਨ ਹੈ, ਕਹਿੰਦੇ ਧਰਤੀ ਦੇ ਵਿੱਚ ਜਿਹੜੀ ਸਾਨੂੰ ਖਿੱਚ ਕੇ ਰੱਖਦੀ, ਇਹਨਾਂ ਨੇ ਨਾਂ ਦਿੱਤਾ ਗ੍ਰੈਵਿਟਾਈਨ, ਇਮੈਜੀਨੇਸ਼ਨ ਕਰ ਲਈ। ਪਰ ਸਾਧ ਸੰਗਤ ਜੀ ਇਹਨਾਂ ਨੇ ਆਪ ਕੁਦਰਤੀ ਇੱਕ ਦਿਨ ਦਾਸ YouTube ਤੇ ਦੇਖ ਰਿਹਾ ਸੀ, ਉਹਦੇ ਤੇ ਇੱਕ ਵੀਡੀਓ ਪਾਪ ਅਪ ਹੋ ਗਈ। ਉਹ ਕੋਈ ਸਪੇਸ ਸਾਇੰਸਦਾਨ ਆ, ਸਾਇੰਟਿਸਟ ਦਾ ਸਪੇਸ ਦਾ, ਉਹ ਕਹਿੰਦਾ, ਉਹਨੇ ਆਪਣੀ ਵੀਡੀਓ ਪਾਈ ਹੋਈ ਆ, ਉਹਨੇ ਲਿਖਿਆ 10 things we never going to find out। ਉਹ ਕਹਿੰਦਾ 10 ਇਹੋ ਜਿਹੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਅਸੀਂ ਕਦੇ ਵੀ ਇਹਨੂੰ ਲੱਭ ਨਹੀਂ ਸਕਾਂਗੇ, ਕੀ ਚੀਜ਼ ਹੈ, ਕਿਹੜੀ ਸ਼ਕਤੀ ਹੈ, ਕੀ ਹੈ, ਇਹਨੂੰ ਐਕਸਪਲੇਨ ਨਹੀਂ ਕਰ ਸਕਾਂਗੇ, we never going to find out। ਉਹਦੇ ਵਿੱਚ ਸਭ ਤੋਂ ਪਹਿਲੇ ਜਿਹੜੇ ਟੌਪਿਕ ਆ ਉਹ ਗ੍ਰੈਵਿਟੀ ਹੈ। ਉਹ ਕਹਿੰਦੇ ਗ੍ਰੈਵਿਟੀ ਬਾਰੇ ਸਾਨੂੰ ਕੋਈ ਨਹੀਂ ਪਤਾ, ਕਿਵੇਂ ਹੈ, ਕਿਉਂ ਹੈ,
ਕਿੰਨੀ ਸਟਰੋਂਗ ਹੈ, ਕਿਵੇਂ ਸਾਨੂੰ ਹੋਲਡ ਕਰ ਰਹੀ ਹੈ, ਕਿਵੇਂ ਇਹ ਸਾਰੀਆਂ ਚੀਜ਼ਾਂ ਨੂੰ ਹੋਲਡ ਕਰ ਰਹੀ ਹੈ, ਇੰਨੀ ਹਾਈ ਸਪੀਡ ਤੇ ਧਰਤੀ ਘੁੰਮ ਰਹੀ ਹੈ, ਸਾਰਿਆਂ ਨੂੰ ਹੋਲਡ ਕਰ ਰਹੀ ਹੈ। ਸਾਧ ਸੰਗਤ ਜੀ, ਉੱਥੇ ਮਹਾਰਾਜ ਦੀ ਬਾਣੀ ਦੱਸ ਰਹੀ ਹੈ, ਇਹ ਪ੍ਰਾਣੀ, ਇਹ ਧਰਤੀ ਤੇ ਆਕਾਸ਼ ਬ੍ਰਹਿਮੰਡ ਦੇ ਵਿੱਚ ਜੋ ਵੀ ਕੁਝ ਹੋ ਰਿਹਾ, ਇਹ ਸੂਰਜ ਚੰਦ ਤਾਰੇ, ਇਹ ਕਿਹੜੀ ਸ਼ਕਤੀ ਆ? ਇਹ ਨਾਮ ਦੀ ਸ਼ਕਤੀ ਹੈ। ਮਹਾਰਾਜ ਬਾਣੀ ਦੇ ਵਿੱਚ ਹੋਰ ਵੀ ਤੁਕਾਂ ਆਉਂਦੀਆਂ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਆਕਾਸ਼ ਪਤਾਲ। ਪਰ ਜਪਜੀ ਸਾਹਿਬ ਦੇ ਵਿੱਚ ਮਹਾਰਾਜ ਸੁਣਿਆ ਧਰਤ ਧਵਲ ਆਕਾਸ਼, ਸੁਣਿਆ ਦੀਪ ਲੋ ਪਾਤਾਲ। ਮਹਾਰਾਜ ਕਹਿੰਦੇ ਨਾਮ ਨੂੰ ਸੁਣ ਕੇ ਇਹ ਪ੍ਰਾਣੀ, ਇਹ ਨਾਮ ਨੂੰ ਸੁਣ ਕੇ ਮਹਾਰਾਜ ਕਹਿੰਦੇ ਏਡੇ ਏਡੇ ਕੰਮ ਹੋ ਰਹੇ ਨੇ, ਇਹ ਧਰਤੀ ਅਸਮਾਨ ਹਵਾ ਦੇ ਵਿੱਚ ਘੁੰਮ ਰਹੇ ਨੇ, ਖੜੇ ਨੇ। ਮਹਾਰਾਜ ਕਹਿੰਦੇ ਹੇ ਪ੍ਰਾਣੀ, ਤੇਰੇ ਦੁੱਖ ਤੇ ਪਾਪ ਤਾਂ ਬਹੁਤ ਛੋਟੇ ਆ। ਮਹਾਰਾਜ ਸਾਨੂੰ ਪਹਿਲਾਂ ਐਗਜ਼ਾਮਪਲ ਦੇ ਕੇ ਸਮਝਾ ਰਹੇ ਨੇ, ਜਿਵੇਂ ਬੱਚਿਆਂ ਨੂੰ ਸਮਝਾਉਂਦੇ ਆਪਾਂ, ਜਿਵੇਂ ਟੀਚਰ ਸਮਝਾਉਂਦੇ ਆ ਬੱਚਿਆਂ ਨੂੰ, ਇਹ ਬੱਚੋ ਇਹਦੇ ਆਹ ਬੈਨੀਫਿਟ ਹੈ, ਆਹ ਬੈਨੀਫਿਟ ਹੈ, ਆਹ ਬੈਨੀਫਿਟ ਆ। ਫਿਰ ਉਹ ਦੱਸਦੇ ਆ ਵੀ ਭਾਈ ਤੁਸੀਂ ਕਰੋ ਵੀ ਤੁਹਾਡਾ ਵੀ ਆਹ ਬੈਨੀਫਿਟ ਹੋਊਗਾ। ਸੋ ਮਹਾਰਾਜ ਸਾਨੂੰ ਉਸੇ ਤਰ੍ਹਾਂ ਸਮਝਾ ਰਹੇ ਨੇ। ਪਹਿਲਾਂ ਸਾਨੂੰ ਦੇ ਲਾਭ ਦੱਸ ਰਹੇ ਨੇ 4 ਤੁਕਾਂ ਦੇ ਵਿੱਚ, ਹਰੇਕ ਸੁਨਿਆਂ ਦੀ ਪੌੜੀ ਦੇ ਵਿੱਚ ਬਾਣੀ ਸੁਣਨ ਦੇ ਲਾਭ ਦੱਸ ਰਹੇ ਨੇ, ਕਿੱਡੇ ਕਿੱਡੇ ਵੱਡੇ ਲਾਭ ਨੇ। ਵੀ ਮਹਾਰਾਜ ਕਹਿੰਦੇ ਹੇ ਪ੍ਰਾਣੀ, ਤੇਰੇ ਦੁੱਖ ਤੇ ਪਾਪ ਤਾਂ ਬਹੁਤ ਛੋਟੇ ਆ, ਤੂੰ ਬਾਣੀ ਨੂੰ ਸੁਣ, ਕੰਨਾਂ ਨਾਲ ਧਿਆਨ ਨਾਲ ਸੁਣ ਬਾਣੀ ਨੂੰ, ਤੇਰੇ ਦੁੱਖ ਤੇ ਪਾਪ ਚਲੇ ਜਾਣਗੇ। ਸਾਧ ਸੰਗਤ ਜੀ, ਇਕੱਲੇ ਦੁੱਖ ਤੇ ਪਾਪ, ਕਈ ਵਾਰੀ ਇੱਥੇ ਅਸੀਂ ਕਨਫਿਊਜ਼ ਹੋ ਜਾਂਦੇ ਵੀ ਦੁੱਖ ਕਿਹੜੇ ਨੇ। ਜਿਵੇਂ ਆਪ ਖਾਸ ਕਰਕੇ ਬਹੁਤੇ ਬੱਚੇ ਆ, ਬੱਚਿਆਂ ਦਾ ਖਿਆਲ ਕਰਨੇ ਨਹੀਂ ਵੀ ਸਾਨੂੰ ਤਾਂ ਕੋਈ ਦੁੱਖ ਹੈ ਹੀ ਨਹੀਂ, ਸਾਨੂੰ ਤਾਂ ਕੋਈ ਬਿਮਾਰੀ ਨਹੀਂ ਹੈਗੀ। ਬੱਚਿਓ, ਇਹ ਦੁੱਖ ਇਹ ਨਹੀਂ ਹੈ ਵੀ ਇਹ ਆਪਣੇ ਵੀ ਬਿਮਾਰੀ ਕਰਕੇ ਦੁੱਖ ਨੇ। ਦੁੱਖ ਕਿਹੜਾ? ਜਿਸ ਕਾਰਨ ਕਰਕੇ ਆਪਣੇ ਮਨ ਨੂੰ ਚਿੰਤਾ ਹੋ ਜਾਂਦੀ, ਉਹ ਸਾਡਾ ਦੁੱਖ ਆ। ਜਿਸ ਕਾਰਨ ਕਰਕੇ ਸਾਡੇ ਮਨ ਨੂੰ ਚਿੰਤਾ ਹੋ ਜਾਂਦੀ ਹੈ, ਉਹ ਸਾਡਾ ਦੁੱਖ ਆ। ਉਹ ਕਿਸੇ ਕਾਰਨ ਕਰਕੇ ਵੀ ਹੋ ਜਾਵੇ, ਸਾਨੂੰ ਐਡਮਿਸ਼ਨ ਨਹੀਂ ਮਿਲੀ ਕਿਸੇ ਯੂਨੀਵਰਸਿਟੀ ਦੇ ਵਿੱਚ, ਕਾਲਜ ਦੇ ਵਿੱਚ, ਸਕੂਲ ਦੇ ਵਿੱਚ, ਉਹ ਸਾਡਾ ਦੁੱਖ ਆ। ਸਾਨੂੰ ਕੋਈ ਸਾਡੀ ਫੀਸ ਨਹੀਂ ਹੋ ਰਹੀ, ਕਿਸੇ ਕਾਰਨ ਕਰਕੇ ਸਾਡੇ ਕੋਲ ਫੀਸ ਨਹੀਂ ਹੈ, ਅਸੀਂ ਜਾਣਾ ਚਾਹੁੰਦੇ ਹਾਂ, ਉਹ ਵੀ ਸਾਡਾ ਦੁੱਖ ਆ। ਸਾਨੂੰ ਕਿਸੇ ਕਿਸਮ ਕਰਕੇ ਕੋਈ ਵੀ ਚਿੰਤਾ ਹੋ ਗਈ ਸਾਡੇ ਮਨ ਨੂੰ, ਉਹ ਸਾਡਾ ਦੁੱਖ ਆ। ਸੋ ਸਾਧ ਸੰਗਤ ਜੀ, ਇਹ ਬੱਚਿਆਂ ਤੋਂ ਲੈ ਕੇ ਪਹਿਲਾਂ ਦਾਸ ਜਦੋਂ ਇਹ ਚੱਲਿਆ ਇੱਧਰ, ਜਦੋਂ ਦਾਸ ਦੀ ਇਹ ਟਰਨਿੰਗ ਪੁਆਇੰਟ ਹੋਇਆ, ਤਾਂ ਪਹਿਲਾਂ ਦਾਸ ਸਿਰਫ ਰੋਗੀਆਂ ਤੱਕ ਗੱਲ ਕਰਦਾ ਸੀ, ਬਿਮਾਰਾਂ ਤੱਕ ਜਾਂਦਾ ਸੀ, ਬਿਮਾਰਾਂ ਦੇ ਘਰਾਂ 'ਚ ਜਾਂਦਾ ਸੀ, ਫੋਨ ਤੇ ਗੱਲ ਕਰਦਾ ਸੀ, ਉਹਨਾਂ ਦੇ ਘਰਾਂ ਦੇ ਜਾ ਕੇ ਸ਼ਬਦ ਗਾਉਂਦੇ ਹੁੰਦੇ ਸੀ, ਤੇ ਉਹਨਾਂ ਨੂੰ ਬਹੁਤ ਫਰਕ ਪੈਂਦਾ ਸੀ, ਦੁੱਖ ਬਹੁਤ ਘਟ ਜਾਂਦਾ ਸੀ। ਤੇ ਹੌਲੀ ਹੌਲੀ ਦਵਾਈਆਂ ਘਟਣ ਲੱਗ ਜਾਂਦੀਆਂ ਸੀ। ਇਹ ਦਾਸ ਨਾਲ ਐਕਸਪੀਰੀਅੰਸ ਹੋਣ ਲੱਗ ਗਿਆ ਸੀ ਸਾਡੇ ਘਰਾਂ ਦੇ ਵਿੱਚ। ਜਦੋਂ ਪਹਿਲਾ ਕੈਂਪ ਲੱਗਿਆ 2016 ਦੇ ਵਿੱਚ, ਉੱਥੇ ਇੱਕ ਹੋਰ ਹੋਏ, ਉੱਥੇ 4 ਪੇਸ਼ੈਂਟ ਜਿਹੜੇ ਆਏ ਉਸ ਦਿਨ ਉੱਠ ਕੇ ਆਏ। ਆਪਾਂ ਥੋੜਾ ਜਿਹਾ ਚੇਂਜ ਕਰ ਦਈਏ, ਬੈਕ ਟੂ ਨੋਰਮਲ, ਅੱਜ ਪਹਿਲੇ ਆਈਏ ਪਹਿਲੇ ਟੌਪਿਕ ਤੇ। ਜਦੋਂ ਕੈਂਪ ਦੀ ਸਮਾਪਤੀ ਹੋਈ, ਸਭ ਤੋਂ ਪਹਿਲਾਂ ਸ੍ਰੀਲੰਕਾ ਦੀ ਮਾਤਾ, ਦੂਸਰੇ ਨੰਬਰ ਤੇ ਸਾਡੇ ਭਾਈ ਮਹਿੰਦਰ ਸਿੰਘ ਜੀ, ਸਾਡੇ ਐਨਾਹਿਮ ਦੇ ਵਿੱਚ ਰਹਿੰਦੇ ਆ, ਇੱਥੇ ਲਾਸ ਐਂਜਲਸ ਦੇ ਵਿੱਚ ਇੱਕ ਛੋਟਾ ਜਿਹਾ ਸ਼ਹਿਰ ਆ, ਇਹਦੇ ਵਿੱਚ ਛੋਟੇ ਛੋਟੇ ਸ਼ਹਿਰ ਨੇ, ਹੈ ਸਾਰੇ ਇਕੱਠੇ, ਤੇ ਇਕੱਠੇ ਨੂੰ ਵੱਡਾ ਲਾਸ ਐਂਜਲਸ ਕਹਿ ਦਿੰਦੇ ਆਪਾਂ। ਐਨਾਹਿਮ ਦੇ ਵਿੱਚ ਭਾਈ ਮਹਿੰਦਰ ਸਿੰਘ ਅੱਜ ਵੀ ਰਹਿ ਰਹੇ ਨੇ। ਇਹਨਾਂ ਦੀ ਆਵਾਜ਼ ਦੇ ਵਿੱਚ ਵੋਕਲ, ਇੱਥੇ ਗਲੀ ਦੀ ਸਰਜਰੀ ਹੋਈ ਤੇ ਡਾਕਟਰ ਕਹਿੰਦੇ ਵੀ ਭਾਈ ਤੇਰੀ ਵੋਕਲ ਕੋਡ ਹੁੰਦੀ ਹੈ ਜਿਹਦੇ ਨਾਲ ਸਾਡੀ ਆਵਾਜ਼ ਆਉਂਦੀ ਹੈ। ਉਹ ਕਹਿੰਦੇ ਵੋਕਲ ਕੋਡ ਦੇ ਬਿਲਕੁਲ ਬਹੁਤ ਕਲੋਜ਼ ਆ, ਜਦੋਂ ਅਸੀਂ ਸਰਜਰੀ ਕਰਾਂਗੇ ਜੇ ਡੈਮੇਜ ਥੋੜਾ ਬਹੁਤਾ ਵੀ ਡੈਮੇਜ ਹੋ ਗਿਆ ਤਾਂ ਤੇਰੀ ਆਵਾਜ਼ ਜਾ ਸਕਦੀ ਹੈ। ਉਹ ਕਹਿੰਦੇ ਬਿਲਕੁਲ ਉਹੀ ਹੋਇਆ, ਆਵਾਜ਼ ਚਲੀ ਗਈ ਤੇ ਮੇਰੀ ਆਵਾਜ਼ ਨਿਕਲਦੀ ਸੀ ਪਰ ਸਮਝ ਨਹੀਂ ਕੋਈ ਸਕਦਾ ਸੀ ਵੀ ਕੀ ਕਹਿ ਰਿਹਾ। ਉਹ ਕਹਿੰਦੇ ਮੈਨੂੰ ਪਹਿਲਾਂ ਸ਼ੌਕ ਹੁੰਦਾ ਸੀਗਾ, ਮੈਂ ਜਦੋਂ ਰਾਗੀ ਜੱਥਿਆਂ ਨੇ ਆਉਣਾ ਗੁਰੂ ਘਰਾਂ ਦੇ ਵਿੱਚ, ਅਸੀਂ ਪਿੱਛੇ ਬੈਠ ਕੇ ਕਹਿੰਦੇ ਉੱਚੀ ਉੱਚੀ ਮੈਂ ਕੀਰਤਨ ਕਰਨਾ ਪਿੱਛੇ ਬੈਠ ਕੇ ਉਹਨਾਂ ਦੇ। ਕਹਿੰਦੇ ਮੇਰੇ ਮਨ 'ਚ ਉਹੀ ਹਰ ਰੋਜ਼ ਆਉਣਾ ਵੀ ਸੱਚੇ ਪਾਤਸ਼ਾਹ ਵੀ ਇਹ ਤਾਂ ਕੀ ਹੋ ਗਿਆ, ਵੀ ਹੁਣ ਮੈਂ ਕੀਰਤਨ ਵੀ ਨਹੀਂ ਕਰ ਸਕਦਾ, ਮੈਂ ਬਾਣੀ ਗਾ ਨਹੀਂ ਸਕਦਾ ਉੱਚੀ। ਸੋ ਕਹਿੰਦੇ ਮੈਂ ਆਪਣੇ, ਜਦੋਂ ਮੈਨੂੰ ਪਤਾ ਲੱਗਿਆ ਸਰਵ ਰੋਗ ਔਖ ਦਾ ਨਾਮ ਦਾ ਕੈਂਪ ਲੱਗਿਆ, ਕਹਿੰਦੇ ਮੈਂ ਇਹ ਆਸ ਲੈ ਕੇ ਆਇਆ ਸੀਗਾ। ਤੇ ਉਹ ਕਹਿੰਦੇ ਅੱਜ ਮੈਨੂੰ ਇਹ ਨਹੀਂ ਪਤਾ ਲੱਗਦਾ ਵੀ ਇਹ ਆਵਾਜ਼ ਮੇਰੀ ਅੱਜ ਮਹਾਰਾਜ ਨੇ ਬਖਸ਼ਿਸ਼ ਕੀਤੀ ਆ ਜਾਂ ਇਹ ਮੇਰੀ ਪਹਿਲੀ ਆਵਾਜ਼ ਵਾਪਸ ਆ ਗਈ। ਬੱਚਿਓ, ਅਸੀਂ ਜੱਜਮੈਂਟ ਕੋਈ ਵੀ, ਉੱਥੇ 300 ਦੇ ਕਰੀਬ ਸੰਗਤ ਸੀ, 350 ਸੀ ਸੰਗਤ ਦਾ, ਕੋਈ ਵੀ ਇਹ ਜੱਜਮੈਂਟ ਨਹੀਂ ਕਰ ਸਕਦਾ ਸੀ ਵੀ ਭਾਈ ਸਾਹਿਬ ਦੀ ਕੋਈ ਟਾਈਮ ਸੀ ਕੱਲ ਜਾਂ ਪਿਛਲੇ ਹਫ਼ਤੇ ਲਾਸਟ ਵੀਕ ਜਾਂ ਕੈਂਪ ਤੇ ਆਉਣ ਤੋਂ ਪਹਿਲਾਂ ਇਹਨਾਂ ਦੀ ਕੋਈ ਗੱਲ ਨਹੀਂ ਸਮਝ ਸਕਦਾ ਸੀ, ਇੰਨੀ ਕਲੀਅਰ ਆਵਾਜ਼ ਸੀ। ਸੋ ਹੋਰ ਇੱਕ ਬਜ਼ੁਰਗ ਉੱਠੇ, ਉਹਨਾਂ ਨੇ ਆਪਣੀ ਦਸਤਾਰ ਇੱਥੋਂ ਥੋੜੀ ਚੱਕ ਕੇ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਚੱਕ ਕੇ ਦਿਖਾਈ, ਇੱਥੇ ਪੂਰਾ ਇੱਕ ਗਿੱਠ ਦਾ ਕੱਟ ਲੱਗਿਆ ਹੋਇਆ ਸੀਗਾ ਇੱਕ। ਕਹਿੰਦੇ 6 ਮਹੀਨੇ ਹੋਏ, ਕਹਿੰਦੇ ਟਿਊਮਰ ਸੀਗਾ, ਡਾਕਟਰ ਨੇ ਕੱਢਤਾ ਸੀਗਾ, ਪਰ 올ਡ ਏਜ ਹੋਣ ਕਰਕੇ, ਡਾਇਬੀਟੀ ਹੋਣ ਕਰਕੇ ਜ਼ਖਮ ਨਹੀਂ ਠੀਕ ਹੋ ਰਿਹਾ ਸੀ। ਲਹੂ ਰਾਤ, ਉਹ ਕਹਿੰਦੇ ਰਾਤ ਨੂੰ ਖਾਜ ਹੋਈ ਜਾਣੀ, ਕਹਿੰਦੇ ਇਹਦੇ ਵਿੱਚ ਸਾਰੀ ਰਾਤ। ਕਹਿੰਦੇ ਬਹੁਤ ਮੈਨੂੰ ਪਤਾ ਸੀ, ਕਹਿੰਦੇ ਕਿਵੇਂ ਮੈਂ ਕੱਢਦਾ ਹੁੰਦਾ ਸੀ, ਕੀ ਫੀਲਿੰਗ ਸੀਗੀ, ਆਪਾਂ ਵੀ ਦੇਖ ਲਈ ਕੀ ਫੀਲਿੰਗ ਹੋਈ ਇਹਦੇ ਵਿੱਚ।
ਲਹੂ ਤੇ ਰਾਧ ਪਈ ਜਾਂਦੀ ਸੀ। ਸਾਧ ਸੰਗਤ ਜੀ, ਉਹ ਕਹਿੰਦੇ ਜਿਸ ਦਿਨ ਤੋਂ ਮੈਂ ਕੈਂਪ ਤੇ ਆਇਆ ਤੇ ਉਹਨਾਂ ਨੇ ਚੱਕ ਕੇ ਦਿਖਾਇਆ, ਸਾਰੀ ਸੰਗਤ ਨੇ ਦੇਖਿਆ ਹੈ। ਉਹ ਜਿਹੜਾ ਜ਼ਖਮ ਸੀਗਾ, ਸਿਰਫ ਜਿਵੇਂ ਇੱਕ ਲੀਕ ਲੱਗੀ ਹੁੰਦੀ ਹੈ ਨਾ, ਇੱਕ ਜਿਵੇਂ ਆਪਾਂ ਕੱਪੜੇ ਦੇ ਵਿੱਚ ਸਿਉਣ ਪਾ ਦਿੰਦੇ ਹਾਂ, ਇਸ ਤਰ੍ਹਾਂ ਸੁੱਕਿਆ ਪਿਆ ਸੀ। ਬਿਲਕੁਲ ਕੋਈ ਉਹਦੇ ਵਿੱਚ ਜ਼ਖਮ ਨਹੀਂ ਸੀ, ਕੋਈ ਵੀ ਸੁੱਕਾ ਹੋਇਆ ਜ਼ਖਮ। ਤੇ ਉਹ ਵਿਚਾਰੇ ਮਹਾਰਾਜ ਦਾ ਧੰਨਵਾਦ ਕਰਦੇ ਨਾ, ਉਹ ਇੰਨਾ ਧੰਨਵਾਦ ਕਰਨ, ਕਹਿੰਦੇ ਮੈਨੂੰ ਪਤਾ ਵੀ ਮੇਰਾ ਕਿੰਨਾ ਮੈਂ ਖੁਸ਼ ਹਾਂ ਤੇ ਕਿੰਨਾ ਮੈਨੂੰ ਸੁੱਖ ਆ। ਹੋਰ ਇੱਕ ਮਾਤਾ ਜੀ ਉੱਠੇ, ਉਹ ਕਹਿੰਦੇ ਸਾਨੂੰ ਬਾਤ ਆਈ ਜਾਂਦੀ ਸੀ ਪਰ ਉਲਟੀ ਨਹੀਂ ਆਉਂਦੀ ਸੀ, ਬਾਤ ਆਈ ਜਾਂਦੀ ਸੀ। ਪਰ ਅੱਜ ਮੇਰੇ ਜਿਸ ਦਿਨ ਤੋਂ ਕਹਿੰਦੇ ਮੈਂ ਕੈਂਪ ਲਾਉਣ ਲੱਗੀ ਹਾਂ, ਮੇਰੇ ਉਹ ਚੀਜ਼ ਪਤਾ ਨਹੀਂ ਕਿੱਧਰ ਚਲੀ, ਜਿਹੜੀ ਕਿ ਦਵਾਈ ਦੇ ਨਾਲ ਵੀ ਨਹੀਂ ਠੀਕ ਹੋਈ ਸੀ। ਸੋ ਦਾਸ, ਉਸ ਤੋਂ ਬਾਅਦ ਸਾਡੇ ਘਰਾਂ ਦੇ ਵਿੱਚ ਇੱਕ ਬੀਬੀ 2 ਸਾਲ ਤੋਂ ਮੰਜੇ ਤੇ ਪਈ ਸੀ, ਜਿਹਨੂੰ ਡਾਕਟਰਾਂ ਨੇ 6 ਮਹੀਨੇ ਦਾ ਟਾਈਮ ਦਿੱਤਾ ਸੀਗਾ। ਕਿਡਨੀ 70% ਡੈਮੇਜ ਸੀ। ਰੀੜ ਦੀ ਹੱਡੀ ਦੇ ਵਿੱਚ ਓਸਟੋਪਰੋਸਿਸ ਕਰਕੇ 24 ਆਵਰ ਪੇਨ ਰਹਿੰਦੀ ਸੀ। ਪੇਨ ਕਿਲਰ ਡਾਕਟਰ ਮੋਰਫਨ ਦਿੰਦੇ ਸੀ, ਮੋਰਫਨ ਦੇ ਨਾਲ ਕਿਡਨੀ ਡੈਮੇਜ ਹੋ ਗਈ ਸੀ 70%। ਤੇ ਡਾਕਟਰ ਨੇ 6 ਮਹੀਨੇ ਦਾ ਟਾਈਮ ਦਿੱਤਾ ਸੀ। ਗੁਰਸਿੱਖ ਪਰਿਵਾਰ ਸੀ। ਸਭ ਤੋਂ ਪਹਿਲਾਂ ਅਸੀਂ ਉਹਨਾਂ ਦੇ ਘਰੇ ਗਏ। ਅਸੀਂ ਕਿਹਾ ਭਾਈ ਸਾਹਿਬ, ਤੁਸੀਂ ਪਰਿਵਾਰ ਗੁਰਸਿੱਖ ਹੋ, ਤੁਸੀਂ ਬਾਣੀ ਪੜ੍ਹਦੇ ਹੋ, ਤੁਸੀਂ ਇੱਕ ਕੰਮ ਕਰ ਲਓ, ਸਾਡੀ ਬੇਨਤੀ ਮੰਨ ਲਓ। ਗਾਵੀਆ ਸੁਣੀਆ ਮਨ ਰੱਖਿਆ ਭਾਓ, ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਇਹ ਜਪਜੀ ਸਾਹਿਬ ਦੀ ਬਾਣੀ ਤੋਂ ਆਉਂਦੀ ਆ। ਇਹਨੂੰ ਮਨ ਦੇ ਵਿੱਚ ਮੰਨ ਲਓ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰ ਹੈ। ਬਾਣੀ ਜੋ ਕਹਿ ਰਹੀ ਹੈ, ਮਹਾਰਾਜ ਕਹਿੰਦੇ ਬਾਣੀ ਤੇ ਗੁਰੂ ਦੇ ਵਿੱਚ ਕੋਈ ਭੇਦ ਨਹੀਂ ਹੈ। ਬਾਣੀ ਗੁਰੂ ਹੈ, ਗੁਰੂ ਬਾਣੀ ਹੈ। ਮਹਾਰਾਜ ਕਹਿੰਦੇ ਗੁਰਬਾਣੀ ਕਹੈ ਸੇਵਕ ਜਨ ਮੰਨੈ। ਜੋ ਗੁਰਬਾਣੀ ਕਹਿ ਰਹੀ ਆ, ਜੇ ਕਿਤੇ ਸੇਵਕ ਮੰਨ ਲੈਣ, ਮਹਾਰਾਜ ਕਹਿੰਦੇ ਗੁਰੂ ਤੁਹਾਨੂੰ ਭਾਈ ਕਰਕੇ ਦਿਖਾਊਗਾ। ਜੋ ਗੁਰਬਾਣੀ ਕਹਿ ਰਹੀ ਆ, ਉਹ ਗੁਰੂ ਪ੍ਰੂਵ ਕਰਕੇ ਦੱਸੂਗਾ। ਸੋ ਸਾਧ ਸੰਗਤ ਜੀ, ਬਿਲਕੁਲ ਸਹੀ ਹੈ। ਬਾਣੀ ਦੀ ਇੱਕ ਤੁਕ 100% ਰਾਈਟ ਆ। ਇੱਕ ਤੁਕ ਸਾਡੀ ਸਮਝ ਤੇ ਆ ਸਕਦੀ ਬਾਣੀ ਹੈ। ਇਹ ਗੁਰਬਾਣੀ ਦੇ ਦਾਸ ਨੂੰ ਪੱਕਾ ਨਹੀਂ ਪਤਾ ਲੱਗਾ, ਕਿਸੇ ਨੇ ਦੱਸਿਆ ਵੀ 300 ਟੀਕੇ ਨੇ ਜਪਜੀ ਸਾਹਿਬ ਦੇ ਵਿੱਚ। 300 ਅੱਡੋ-ਅੱਡ ਗਿਆਨੀਆਂ ਨੇ ਅੱਡੋ-ਅੱਡ ਆਪੋ ਆਪਣੀ ਸਮਝ ਨਾਲ ਇਹਦੇ ਅਰਥ ਕੀਤੇ ਬਾਣੀ ਦੇ। ਸਾਧ ਸੰਗਤ ਜੀ, ਉਹ ਕਹਿੰਦੇ ਵੀ ਸਾਰੇ ਠੀਕ ਨੇ, ਸਾਰੇ ਠੀਕ ਨੇ। ਤੇ ਇਹਦੇ ਤਾਂ ਕੋਈ ਅਥਾਹ ਇਹ ਸਮੁੰਦਰ ਆ, ਇੱਕ ਸਮੁੰਦਰ ਦਾ ਅੰਤ ਨਹੀਂ ਲਿਆ ਸਕਦਾ। ਉਹੀ ਤਰੀਕੇ ਨਾਲ ਅਸੀਂ ਗੁਰਬਾਣੀ ਦਾ ਅੰਤ ਨਹੀਂ ਲੈ ਸਕਦੇ। ਪਰ ਅਸੀਂ ਗੁਰਬਾਣੀ ਦੇ ਸਮੁੰਦਰ ਦੇ ਵਿੱਚੋਂ ਜੇ ਸਾਡੇ ਇੱਕ ਕਿਣਕਾ ਵੀ ਸਾਡੇ ਮਨ ਦੇ ਵਿੱਚ ਵਸ ਗਿਆ, ਤਾਂ ਸਾਡਾ ਜੀਵਨ ਇਹ ਆਨੰਦਮਈ, ਸੁਖਦਾਈ, ਆਨੰਦਮਈ ਜੀਵਨ ਅਸੀਂ ਬਤੀਤ ਕਰ ਸਕਦੇ ਹਾਂ। ਐਡੀ ਵੱਡੀ ਸ਼ਕਤੀ ਹੈ ਇਹ। ਸਾਰੀ ਦੁਨੀਆ ਕੱਲੀ ਆਪਾਂ ਨਹੀਂ ਵੀ ਸਿੱਖ, ਇਹ ਜਗਤ ਗੁਰੂ ਨੇ। ਦੇਖੋ, ਸ੍ਰੀਲੰਕਾ ਦੀ ਮਾਤਾ ਆਈ, ਉਹਦਾ ਪਤਾ ਨਹੀਂ ਕਿਹੜਾ ਧਰਮ ਸੀਗਾ, ਉਹਨੂੰ ਗੁਰਬਾਣੀ ਬਿਲਕੁਲ ਨਹੀਂ ਆਉਂਦੀ ਸੀ, ਨਾ ਉਹ ਸਮਝ ਸਕਦੀ ਸੀ। ਉਹ ਵੀ ਸੁੱਖ ਲੈ ਕੇ ਗਈ ਗੁਰਬਾਣੀ ਤੋਂ। ਉਹਦੇ ਕੰਨਾਂ ਦੇ ਵਿੱਚ ਬਾਣੀ ਪਈ, ਸੁਣਿਆ ਦੁੱਖ ਪਾਪ ਕਾ ਨਾਸ। ਜੇ ਆਨੰਦ ਸਾਹਿਬ ਦੀ ਬਾਣੀ ਦੇ ਵਿੱਚ ਮਹਾਰਾਜ ਕਿਵੇਂ ਉਚਾਰ ਰਹੇ ਨੇ, ਬਾਣੀ ਨੂੰ ਸੁਣਨ ਦੇ ਲਾਭ। ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਮਹਾਰਾਜ ਕਹਿੰਦੇ ਸਾਰੇ ਦੁੱਖ, ਸਾਰੇ ਰੋਗ, ਸੰਤਾਪ ਹੁੰਦੀ ਹੈ ਬਹੁਤ ਭਾਰੀ ਚਿੰਤਾ, ਜਿਹੜੀ ਹਰ ਟਾਈਮ ਮਨ ਚਿੰਤਾ ਦੇ ਵਿੱਚ ਰਹੇ, ਸਟ੍ਰੈਸ ਦੇ ਵਿੱਚ ਰਹੇ, ਡਿਪਰੈਸ਼ਨ ਦੇ ਵਿੱਚ ਰਹੇ। ਮਹਾਰਾਜ ਕਹਿੰਦੇ ਉਤਰ ਜਾਂਦੇ ਆ ਗੁਰਬਾਣੀ ਨੂੰ ਸੁਣ ਕੇ। ਤੇ ਸਾਧ ਸੰਗਤ ਜੀ, ਬਿਲਕੁਲ ਸਹੀ ਆ। ਦਾਸ ਜੋ ਵੀ ਗੱਲ ਕਰ ਰਿਹਾ, ਦਾਸ ਕੋਈ ਗਿਆਨੀ ਨਹੀਂ ਹੈ, ਦਾਸ ਦਾ ਕੋਈ ਪ੍ਰੋਫੈਸ਼ਨ ਨਹੀਂ ਹੈ, ਦਾਸ ਦਾ ਟੈਕਨੀਕਲ ਪ੍ਰੋਫੈਸ਼ਨ ਆ। ਅੱਜ ਤੱਕ ਅਬਾਊਟ 40 ਈਅਰ ਤੋਂ ਉੱਤੇ ਹੋ ਗਏ ਟੈਕਨੀਕਲ ਪ੍ਰੋਫੈਸ਼ਨ ਦੇ ਵਿੱਚ। ਪਰ ਦਾਸ ਨੇ ਜੋ ਵੀ ਆਪਣੇ ਪ੍ਰੋਫੈਸ਼ਨ ਦੇ ਵਿੱਚ ਕੀਤਾ, ਪ੍ਰੈਕਟੀਕਲ ਕੀਤਾ। ਜਿਵੇਂ ਬੱਚੇ ਆਪਣੇ ਜਾਂਦੇ ਆ ਸਕੂਲਾਂ ਦੇ ਵਿੱਚ, ਕੈਮਿਸਟਰੀ ਦੀ ਲੈਬ ਹੁੰਦੀ ਆ, ਹੋਰ ਵੀ ਆਪਣੀਆਂ ਫਿਜ਼ਿਕਸ ਦੀਆਂ ਲੈਬਾਂ ਵੀ ਹੁੰਦੀਆਂ ਨੇ। ਉਹਦੇ ਵਿੱਚ ਆਪਾਂ ਨੂੰ ਪ੍ਰੋਜੈਕਟ ਦਿੱਤਾ ਜਾਂਦਾ, ਉਹਦਾ ਪ੍ਰੋਸੀਜਰ ਦਿੱਤਾ ਜਾਂਦਾ, ਉਹਦਾ ਇੰਸਟਰੂਮੈਂਟ ਦਿੱਤਾ ਜਾਂਦਾ ਸਾਨੂੰ। ਅਸੀਂ ਪ੍ਰੋਸੀਜਰ ਦੇ ਹਿਸਾਬ ਨਾਲ ਸਟੈਪ ਬਾਈ ਸਟੈਪ ਉਹਨੂੰ ਫਾਲੋ ਕਰਦੇ ਹਾਂ ਤੇ ਪ੍ਰੈਕਟੀਕਲ ਕਰਦੇ ਹਾਂ। ਫਿਰ ਉਹ ਪ੍ਰੈਕਟੀਕਲ ਕਰਕੇ ਅਸੀਂ ਰਿਜ਼ਲਟ ਦੇਖਦੇ ਹਾਂ ਵੀ ਸਾਡੇ ਰਿਜ਼ਲਟ ਜੋ ਥਿਊਰੀ ਕਹਿ ਰਹੀ ਹੈ ਉਹਦੇ ਬਰਾਬਰ ਕਿੱਥੇ ਕੁ ਆਏ। ਸੋ ਦਾਸ ਨੇ ਉਹੀ ਥਿੰਕਿੰਗ ਕਰਕੇ, ਉਸੇ ਤਰੀਕੇ ਦੇ ਨਾਲ ਦਾਸ ਪ੍ਰੈਕਟੀਕਲ ਹਮੇਸ਼ਾ ਪ੍ਰੈਕਟੀਕਲ ਕਰਦਾ ਸੀ, ਪ੍ਰੈਕਟੀਕਲ ਕਰਕੇ ਦੇਖੀਏ। ਸੋ ਦਾਸ ਜੋ ਅੱਜ ਆਪ ਜੀ ਨਾਲ ਬਾਣੀ ਦੀ ਵਡਿਆਈ, ਬਾਣੀ ਦੀ ਬਖਸ਼ਿਸ਼, ਬਾਣੀ ਦੀ ਸ਼ਕਤੀ ਜੋ ਸਾਂਝੀ ਕਰ ਰਿਹਾ, ਇਹ ਦਾਸ ਨੇ ਆਪਣੇ ਜੀਵਨ ਦੇ ਵਿੱਚ ਪ੍ਰੈਕਟੀਕਲ ਦੇਖੀ, ਅੱਖਾਂ ਨਾਲ। ਇਹ ਅੱਖਾਂ ਨਾਲ ਦੇਖੀ ਪ੍ਰੈਕਟੀਕਲ, ਉਹੀ ਦਾਸ ਆਪ ਜੀ ਨਾਲ ਸਾਂਝੀ ਕਰ ਰਿਹਾ। ਐਡੀ ਵੱਡੀ ਸ਼ਕਤੀ ਆ ਜਿਹਦਾ ਸਾਨੂੰ ਬਿਲਕੁਲ ਨਹੀਂ ਪਤਾ ਹੈ। ਗੁਰਬਾਣੀ ਦੇ ਵਿੱਚ ਐਡੀ ਵੱਡੀ ਸ਼ਕਤੀ ਹੈ ਜਿਹਦਾ ਸੰਸਾਰ ਨੂੰ ਬਿਲਕੁਲ ਨਹੀਂ ਪਤਾ। ਅਸੀਂ ਬਹੁਤ ਸੁਣੇ, ਦੀਵਾਨਾਂ ਦੇ ਵਿੱਚ ਸੁਣਿਆ,
ਭਾਈ ਬਾਣੀ ਨੂੰ ਕੋਈ ਮਨ ਲਾ ਕੇ ਪੜ੍ਹੋ, ਬਾਣੀ ਨੂੰ ਧਿਆਨ ਨਾਲ ਸੁਣੋ। ਬਾਣੀ ਦਾ ਗਿਆਨ ਆ, ਬਾਣੀ ਦੇ ਵਿੱਚ ਤੁਸੀਂ ਗਿਆਨ ਨੂੰ ਸਮਝੋ, ਬਾਣੀ ਨੂੰ ਸਮਝੋ, ਬਾਣੀ ਨੂੰ ਹੌਲੀ ਪੜ੍ਹੋ, ਤੇਜ਼ ਨਾ ਪੜ੍ਹੋ। ਪਰ ਸਾਧ ਸੰਗਤ ਜੀ ਇਹ ਤਾਂ ਹੈ ਹੀ ਬਿਲਕੁਲ ਸਹੀ ਆ, ਬਾਣੀ ਨੂੰ ਹੌਲੀ ਪੜ੍ਹੋ, ਧਿਆਨ ਨਾਲ ਪੜ੍ਹੋ, ਸ਼ੁੱਧ ਪੜ੍ਹੋ, ਬਾਣੀ ਚੋਂ ਗਿਆਨ ਲਓ, ਇਹ ਤਾਂ ਹੈ। ਪਰ ਇਸ ਤੋਂ ਜੋ ਇੱਕ ਹਜ਼ਾਰਾਂ ਕਰੋੜਾਂ ਗੁਣਾ ਵੱਧ ਚੀਜ਼ ਆ, ਉਹ ਹੈ ਗੁਰਬਾਣੀ ਦੀ ਸ਼ਕਤੀ, ਜਿਹਦੇ ਤੇ ਅਸੀਂ ਕਦੇ ਵੀ ਨਹੀਂ ਗੱਲ ਕਰ ਰਹੇ। ਜੇ ਕਿਤੇ ਅਸੀਂ ਲੱਗ ਜਾਂਦੇ ਉਸ ਦਿਨ ਦੇ, ਅੱਜ ਸਾਰਾ ਸੰਸਾਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਗੇ ਮੱਥਾ ਟੇਕਣਾ ਸਾਰੇ ਸੰਸਾਰ ਨੇ। ਇਹ ਵੀ ਗੁਰੂ ਦੀ ਕੋਈ ਖੇਡ ਆ, ਇਹ ਗੁਰੂ ਨੇ ਕੋਈ ਪਰਦਾ ਪਾ ਕੇ ਰੱਖਿਆ, ਗੁਰੂ ਦੀ ਕੋਈ ਮੌਜ ਆ। ਐਡੀ ਵੱਡੀ ਸ਼ਕਤੀ ਆ ਜਿਹਨੂੰ ਕਿ ਡਾਕਟਰ ਬਲਵੰਤ ਸਿੰਘ ਜੀ ਕਹਿੰਦੇ ਹੁੰਦੇ ਆ। ਉਹ ਕਹਿੰਦੇ ਸੀ ਕਦੇ ਵੀ ਡਾਕਟਰ, ਆਪ MD ਡਾਕਟਰ ਨੇ, ਉਹ ਕਹਿੰਦੇ ਅਸੀਂ ਕਦੇ ਵੀ ਐਕਸਪਲੇਨ ਨਹੀਂ ਕਰ ਸਕਦੇ ਇਹਨੂੰ ਵੀ ਇਹ ਕਿਵੇਂ ਹੋਇਆ, ਕਿਵੇਂ ਹੋਇਆ, ਇਹਨੂੰ ਕਹਿੰਦੇ ਕੋਈ ਵੀ ਨਹੀਂ ਐਕਸਪਲੇਨ ਕਰ ਸਕਦਾ। ਸੋ ਸਾਧ ਸੰਗਤ ਜੀ, ਦਾਸ ਕੋ ਸੈਂਕੜੇ ਟੈਸਟੀਮੋਨੀ ਨੂੰ ਪਏ ਨੇ, ਕਿਉਂਕਿ ਦਾਸ ਆਪਣੀ ਜੌਬ ਦੇ ਨਾਲ ਨਾਲ ਕੈਂਪ ਲਾਉਂਦਾ, ਸ਼ਨੀਚਰ ਐਤਵਾਰ ਸੈਚਰਡੇ ਸੰਡੇ, ਜਾਂ ਛੁੱਟੀ ਲੈ ਕੇ ਜੌਬ ਤੋਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਜਿਵੇਂ ਕੈਨੇਡਾ ਦੇ ਵਿੱਚ ਕੈਲਗਰੀ, ਵਿਨੀਪੈਗ, ਵੈਨਕੂਵਰ, ਲੰਡਨ, ਦੁਬਈ, ਇੰਡੀਆ ਦੇ ਵਿੱਚ, USA ਦੇ ਵਿੱਚ। ਸੋ ਦਾਸ ਆਪਣੇ ਵੀਕ ਆਫ ਲੈ ਕੇ ਕੈਂਪ ਲਾ ਕੇ ਆਉਂਦੇ ਆ, ਬਾਣੀ ਗਾਉਂਦੇ ਆ। ਸਾਡੇ ਨਾਲ ਹਰੇਕ ਕੈਂਪ ਦੇ ਵਿੱਚ ਉੱਥੋਂ ਸੰਗਤਾਂ ਦੇ ਫੋਨ ਆਉਂਦੇ ਆ, ਠੀਕ ਹੁੰਦੇ ਆ, ਖੁਸ਼ ਹੁੰਦੇ ਆ, ਪਹਿਲੇ ਦਿਨ ਹੀ ਖੁਸ਼ ਹੋ ਜਾਂਦੇ ਆ। ਸਟ੍ਰੈਸ ਤੇ ਡਿਪਰੈਸ਼ਨ ਦੇ ਅਨੇਕਾਂ ਸਾਡੇ ਕੋਲ ਪੇਸ਼ੈਂਟ ਨੇ ਜਿਹੜੇ 20 ਸਾਲ ਤੋਂ ਦਵਾਈ ਲੈ ਰਹੇ ਸੀ, ਮਹੀਨੇ 2 ਮਹੀਨੇ ਦੇ ਵਿੱਚ ਅੱਜ ਕੋਈ ਵੀ ਗੋਲੀ ਨਹੀਂ ਲੈ ਰਹੇ ਤੇ ਬੜੀ ਖੁਸ਼ੀ ਦੇ ਨਾਲ ਜ਼ਿੰਦਗੀ ਜਿਉ ਰਹੇ ਨੇ। ਇਹੋ ਜਿਹੇ ਕੇਸ ਵੀ ਨੇ ਸਾਡੇ ਜਿਹੜੇ ਕਹਿੰਦੇ ਸੀ ਸੁਸਾਈਡ ਕਰ ਲੈਣੀ ਆ, ਅਸੀਂ ਜ਼ਿੰਦਗੀ ਰਹਿਣੀ ਨਹੀਂ। ਉਹ ਅੱਜ ਸਾਧ ਸੰਗਤ ਜੀ ਬਿਨਾਂ ਦਵਾਈ ਤੋਂ ਬੜੀ ਖੁਸ਼ੀ ਦੇ ਨਾਲ ਜਿਉ ਰਹੇ ਨੇ। ਅਸੀਂ ਇੱਕ ਬੇਨਤੀ ਕਰਦੇ, ਅਸੀਂ ਕਦੇ ਵੀ ਕਿਸੇ ਦੀ ਦਵਾਈ ਨਹੀਂ ਬੰਦ ਕਰਦੇ। ਅਸੀਂ ਕਹਿੰਦੇ ਡਾਕਟਰ ਦੇ ਜਾਓ, ਦਵਾਈ ਲਓ, ਜਿਹੜੀ ਦਵਾਈ ਲੈ ਰਹੇ ਹੋ ਉਹਨੂੰ ਲਈ ਚੱਲੋ, ਕੀਪ ਕੰਟੀਨਿਊ। ਸਿਰਫ ਸਾਡੀ ਇੱਕ ਬੇਨਤੀ ਆ ਵੀ ਨਾਲ ਨਾਲ ਜਿੱਥੇ ਦੁਨਿਆਵੀ ਦਵਾਈ ਲੈਂਦੇ ਹੋ, ਉੱਥੇ ਨਾਲ ਨਾਮ ਦੀ ਦਵਾਈ ਆਰੰਭ ਕਰ ਦਿਓ। ਨਾਮ ਔਖਦ, ਜਿਹਨੂੰ ਮਹਾਰਾਜ ਨੇ ਬਾਰ-ਬਾਰ ਬਾਣੀ ਚ ਕਿਹਾ, ਨਾਮ ਔਖਦ ਜੇ ਹਿਰਦੈ ਹਤਾਵੈ ਤਾਹੇ ਰੋਗ ਸੁਪਨਾ ਨਹੀਂ ਆਵੇ। ਸੋ ਨਾਮ ਔਖਦ ਮਹਾਰਾਜ ਕਹਿੰਦੇ ਨਾਲ ਲੈ ਲਓ ਭਾਈ। ਸਿਮਰ ਸਿਮਰ ਗੁਰ ਸਤਿਗੁਰ ਆਪਣਾ ਸਗਲਾ ਦੁੱਖ ਮਿਟਾਇਆ, ਤਾਪ ਰੋਗ ਗਏ ਗੁਰ ਬਚਨੀ ਮਨ ਇੱਛੇ ਫਲ ਪਾਇਆ। ਮਹਾਰਾਜ ਕਹਿੰਦੇ ਬਾਣੀ ਨੂੰ, ਨਾਮ ਨੂੰ ਸਿਮਰੀ ਚੱਲ, ਕਰਦਾ, ਤੁਰਦਾ ਫਿਰਦਾ, ਬਹਿੰਦਾ ਉੱਠਦਾ, ਸਕੂਲ ਜਾਂਦਾ, ਜਦੋਂ ਤੇਰੇ ਕੋਲ ਟਾਈਮ ਆ, ਵਾਹਿਗੁਰੂ ਸ਼ਬਦ, ਜਪਜੀ ਸਾਹਿਬ ਦੀ ਪਹਿਲੀ ਪੌੜੀ, ਕੋਈ ਵੀ ਪੌੜੀ ਲਾ ਲਾ, ਬਾਣੀ ਦੀ ਕੋਈ ਸ਼ਬਦ ਲੈ ਲਾ। ਮਹਾਰਾਜ ਕਹਿੰਦੇ ਨੂੰ ਗਾਈ ਚੱਲ, ਮਨ ਦੇ ਵਿੱਚ ਗਾਈ ਚੱਲ, ਉੱਚੀ ਗਾਈ ਚੱਲ। ਮਹਾਰਾਜ ਕਹਿੰਦੇ ਕੀ ਹੋਊਗਾ? ਸਗਲਾ ਦੁੱਖ ਮਿਟਾਇਆ, ਤੇਰੇ ਸਾਰੇ ਦੁੱਖ ਮਿਟ ਜਾਣਗੇ। ਫਿਰ ਮਹਾਰਾਜ ਕਹਿੰਦੇ ਤਾਪ ਰੋਗ ਗਏ ਗੁਰ ਬਚਨੀ, ਸਾਰੇ ਤੇਰੇ ਤਾਪ ਤੇ ਰੋਗ ਵੀ ਚਲੇ ਜਾਣਗੇ। ਮਹਾਰਾਜ ਕਹਿੰਦੇ ਫਿਰ ਹੋਰ ਕੀ ਹੋਊ? ਮਨ ਇੱਛੇ ਫਲ ਪਾਇਆ, ਤੈਨੂੰ ਮਨ ਇੱਛੇ ਫਲ ਵੀ ਮਿਲ ਜਾਣਗੇ। ਸੋ ਆਪਾਂ ਸਿਰਫ ਹੁਣ ਇਹਦਾ ਬਹੁਤ ਜ਼ਿਆਦਾ ਐਗਜ਼ਾਮਪਲਾਂ ਦੇ ਸਾਧ ਸੰਗਤ ਡਾਕਟਰ ਬਲਵੰਤ ਸਿੰਘ ਜੀ, ਉਹਨਾਂ ਬਾਰੇ ਵੀ ਆਪਾਂ ਜੇ ਕਦੇ ਅੱਗੇ ਟਾਈਮ ਮਿਲਿਆ, ਜਦੋਂ ਵੀ ਆਪਾਂ ਨੂੰ ਟਾਈਮ ਮਿਲੂਗਾ ਅੱਗੇ ਵੀ, ਦਾਸ ਕੋਲ ਖੁੱਲਾ ਟਾਈਮ, ਦਾਸ ਇਹ ਟਾਈਮ ਕਿਸੇ ਵੀ ਟਾਈਮ ਲਾ ਸਕਦਾ। ਜਿਸ ਦਿਨ ਵੀ ਆਪਣੇ ਆਪ ਜੀ ਕੋਲ ਟਾਈਮ ਹੋਇਆ ਤਾਂ ਜ਼ਰੂਰ ਦਾਸ ਅੱਗੇ ਡਾਕਟਰ ਬਲਵੰਤ ਸਿੰਘ ਜੀ ਕਿਵੇਂ ਮੰਨੇ। ਉਹਨਾਂ ਦਾ ਮਨ ਨਹੀਂ ਮੰਨਦਾ ਸੀ, ਕਿਉਂਕਿ ਉਹ ਡਾਕਟਰ ਸੀ ਆਪ, MD। ਸੋ ਉਹ ਕਹਿੰਦੇ ਵੀ ਸਾਡਾ ਮਨ ਨਹੀਂ ਮੰਨਦਾ ਸੀ ਵੀ ਇਹ ਕਿਵੇਂ ਹੋ ਸਕਦਾ ਬਈ ਭਾਈ IAS ਆ ਸਾਡਾ। ਭਾਈ ਹਰਦਿਆਲ ਸਿੰਘ ਜੀ ਉਹਨਾਂ ਨੂੰ ਕਹਿੰਦੇ ਹੁੰਦੇ ਸੀ, ਉਹਨਾਂ ਦੇ ਬ੍ਰਦਰ ਨੇ ਡਾਕਟਰ ਬਲਵੰਤ ਸਿੰਘ ਜੀ, ਬਈ ਭਾਈ ਸਾਹਿਬ ਬਈ ਤੁਸੀਂ ਕੈਂਪ ਲਾਇਆ ਕਰੋ। ਤੇ ਉਹ ਕਹਿੰਦੇ ਵੀ ਸਾਡਾ ਮਨ ਨਹੀਂ ਮੰਨਦਾ ਸੀਗਾ ਵੀ ਇਹ ਕੈਂਪ ਦੇ ਨਾਲ ਲਾ ਕੇ ਇੱਕ ਗੁਰਬਾਣੀ ਦੇ ਨਾਲ ਬਿਨਾਂ ਦਵਾਈ ਤੋਂ ਵੀ ਦਵਾਈ ਤੋਂ ਬਿਨਾਂ ਵੀ ਹੋ ਜਾਂਦੇ ਠੀਕ ਪੇਸ਼ੈਂਟ। ਸੋ ਕਹਿੰਦੇ ਪਹਿਲੇ ਕੈਂਪ ਦੇ ਵਿੱਚ ਕਹਿੰਦੇ ਅਸੀਂ ਜਦੋਂ ਬਾਰ-ਬਾਰ ਕਹਿੰਦੇ ਭਾਈ ਸਾਹਿਬ ਨੇ, ਸਾਡੇ ਬ੍ਰਦਰ ਨੇ ਕਹਿਣਾ, ਕਹਿੰਦੇ ਸਾਡਾ ਮਨ ਨਾ ਮੰਨਣਾ। ਫਿਰ ਇੱਕ ਦਿਨ ਅਸੀਂ ਕਿਹਾ ਚਲੋ ਟਰਾਈ ਕਰਕੇ ਦੇਖ ਲੈਂਦੇ ਹਾਂ। 10 ਪੇਸ਼ੈਂਟ ਲਏ ਜਿਨ੍ਹਾਂ ਦੇ ਵਿੱਚ ਇੰਨੀ ਸੀਰੀਅਸ ਕੰਡੀਸ਼ਨ ਸੀ, 5 ਦੀ। ਉਹ ਕਹਿੰਦੇ ਸਾਨੂੰ ਲੱਗਦਾ ਸੀ 5 ਦਿਨ ਦੇ ਵਿੱਚ ਇਹ ਸਰੀਰ ਛੱਡ ਜਾਣਗੇ। ਇੱਕ ਕੈਂਸਰ ਦਾ ਪੇਸ਼ੈਂਟ ਸੀ ਜਿਹਨੂੰ ਐਵਰੀ 6 ਆਵਰ ਪੇਨ ਦਾ ਟੀਕਾ ਲੱਗਦਾ ਸੀ। ਕਹਿੰਦੇ ਜੇ ਅਸੀਂ ਲੁਧਿਆਣੇ ਆਪਣੀ ਕੋਠੀ ਦੇ ਵਿੱਚ ਉੱਥੇ ਪ੍ਰਬੰਧ ਕਰਕੇ ਕੈਂਪ ਲਾਇਆ 5 ਦਿਨ ਦਾ, ਉਹ ਕਹਿੰਦੇ ਜਿਹੜਾ ਪੇਸ਼ੈਂਟ ਸੀ ਕੈਂਸਰ, ਉਹਨੂੰ ਸਾਨੂੰ ਟੀਕਾ ਲਾਉਣ ਦੀ ਲੋੜ ਨਹੀਂ ਪਈ। ਤੇ ਕਹਿੰਦੇ 10 ਦੇ 10 ਪੇਸ਼ੈਂਟ 100% ਠੀਕ ਹੋ ਕੇ ਗਏ। ਕਹਿੰਦੇ ਉਹ ਕਹਿੰਦੇ ਸਾਡਾ ਟਰਨਿੰਗ ਪੁਆਇੰਟ ਸੀ ਡਾਕਟਰ ਸਾਹਿਬ। ਕਹਿੰਦੇ ਉਹਨਾਂ ਦੀ ਵੀਡੀਓ ਪਈ ਹੋਈ ਆ, ਬਹੁਤ ਇਨਫੋਰਮੇਸ਼ਨ ਹੈ ਇੰਟਰਨੈਟ ਦੇ ਉੱਤੇ। ਤੇ ਲੁਧਿਆਣੇ ਹਰ ਰੋਜ਼ ਆਉਂਦੀ ਆ ਸੰਗਤ, ਦਿੱਲੀ ਤੋਂ, ਆਪਣੇ ਇੱਧਰੋਂ ਹੋਰ ਇੰਡੀਆ ਦੇ ਵਿੱਚੋਂ, ਹਰੇਕ ਧਰਮ ਦੇ ਆ ਰਹੇ ਨੇ, ਸਾਰੇ ਲਾਹਾ ਲੈ ਕੇ ਠੀਕ ਹੋ ਕੇ ਜਾ ਰਹੇ ਨੇ। ਇਹੋ ਜਿਹੀਆਂ ਬਿਮਾਰੀਆਂ ਠੀਕ ਹੁੰਦੀਆਂ ਜਿਨ੍ਹਾਂ ਨੂੰ ਅਸੀਂ ਦੇਖ ਨਹੀਂ ਸਕਦੇ, ਅਸੀਂ ਸਮਝ ਨਹੀਂ ਸਕਦੇ। ਸੋ ਸਾਧ ਸੰਗਤ ਜੀ, ਹਰ ਵੇਲੇ ਕੋਈ ਮਾਰ ਜੀਵਾਲ ਨਾ ਸਕੇ। ਜਿਹੜਾ ਮਰਨਾ ਜੰਮਣਾ ਇੱਕ ਨਿਰੰਕਾਰ ਦੇ ਹੱਥ ਦੇ ਵਿੱਚ, ਇਹਨੂੰ ਅਸੀਂ ਕੁਛ ਨਹੀਂ ਨਾ ਵਧਾ ਸਕਦੇ, ਦਿਨ ਨਾ ਘਟਾ ਸਕਦੇ। ਪਰ ਸਾਧ ਸੰਗਤ ਜੀ, ਦੁੱਖ ਸਾਡੀ ਕੁਆਲਿਟੀ ਆਫ ਲਾਈਫ
ਅਸੀਂ ਇੰਪਰੂਵ ਕਰ ਸਕਦੇ ਹਾਂ ਬਾਣੀ ਨੂੰ ਸੁਣ ਕੇ, ਬਾਣੀ ਨੂੰ ਗਾ ਕੇ ਪ੍ਰੇਮ ਦੇ ਨਾਲ। ਸੋ ਆਪਾਂ ਹੁਣ ਇੱਕ ਸ਼ਬਦ ਗਾਉਣਾ, ਜੇ ਟਾਈਮ ਹੋਇਆ ਆਪਾਂ 2 ਸ਼ਬਦ ਗਾ ਲਾਂਗੇ। ਸੋ ਇਹ ਧਿਆਨ ਰੱਖਣਾ, ਜੋ ਦਾਸ ਗਾਊਗਾ ਆਵਾਜ਼ ਆਊਗੀ ਸ਼ਬਦ ਦੀ, ਉਹ ਆਪ ਨੇ ਕੰਨਾਂ ਦੇ ਨਾਲ ਦੋਨੇ ਕੰਨਾਂ ਤੱਕ ਲੈ ਕੇ ਜਾਣੀ ਹੈ, ਤੇ ਉਸ ਤੋਂ ਬਾਅਦ ਦਾਸ ਤੋਂ ਬਾਅਦ ਆਪ ਜੀ ਨੇ ਉਹ ਸ਼ਬਦ ਗਾਉਣਾ, ਉਸ ਤਰ੍ਹਾਂ ਉਹੀ ਤੁਕ ਗਾਉਣੀ ਆਪ ਜੀ ਨੇ। ਉਹ ਤੁਕ ਜਦੋਂ ਆਪ ਜੀ ਨੇ ਗਾਉਣੀ ਆ, ਫਿਰ ਆਪ ਜੀ ਨੇ ਆਪਣੀ ਆਵਾਜ਼ ਨੂੰ ਫਿਰ ਕੰਨਾਂ ਤੱਕ ਸੁਣਨਾ। ਸੋ ਆਪਾਂ ਇੱਕ ਸ਼ਬਦ ਗਾਈਏ, ਭੈਰੋ ਮਹੱਲੇ 5ਵੇਂ ਦਾ ਸ਼ਬਦ ਹੈ। ਉਠਤ ਸੁਖੀਆ ਬੈਠਤ ਸੁਖੀਆ, ਉਠਤ ਸੁਖੀਆ ਬੈਠਤ ਸੁਖੀਆ, ਪਉ ਨਹੀਂ ਲਾਗੈ ਜੈਸੇ ਬੁਝਿਆ, ਪਉ ਨਹੀਂ ਲਾਗੈ ਜੈਸੇ ਬੁਝਿਆ, पौ नहीं लागे जैसे बुझिया। राखा एक हमारा स्वामी, राखा एक हमारा स्वामी, राखा एक हमारा स्वामी, राखा एक हमारा स्वामी। सगल कटा का अंतर जामी, सगल कटा का अंतर जामी, कटा का अंतर जामी, सगल कटा का अंतर जामी। रहाऊ सोए अचिंता जाग अचिंता, सोए अचिंता जाग अचिंता, चिंता जाग चिंता, सोए अचिंता जाग चिंता। जहाँ कहाँ प्रभु तू वर्तंता, जहाँ कहाँ प्रभु तू वर्तंता, कहाँ प्रभु तुम वरतंता, जहाँ कहाँ प्रभु तुम वरतंता। घर सुख वसया बाहर सुख पाया, घर सुख वसया बाहर सुख पाया, सुख वसया बाहर सुख पाया, घर सुख वसया बाहर सुख पाया। कहो नानक गुर मंत्र दृढ़ाया, कहो नानक गुर मंत्र दृढ़ाया, गुर मंत्र दृढ़ाया, कहो नानक गुर मंत्र दृढ़ाया। वाहिगुरु 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 वाहिगुरु, वाहिगुरु 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 वाहिगुरु, वाहिगुरु 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 वाहिगुरु, वाहिगुरु 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 वाहिगुरु, वाहिगुरु 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 वाहिगुरु, वाहिगुरु 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 वाहिगुरु। वाहिगुरु जी का खालसा, वाहिगुरु जी की फतेह। सो बच्चिओ, इस तरीके दे नाल घरां दे विच शाम दे टाइम जां किसी टाइम भी 1 ਜਾਂ 2 मैंबर, माता पिता नूं भी दास दी बेनती आ, जे सारे नहीं तो 1 बजे कोई भी 1 मैंबर घर दा बाणी गाया करो शाम दे टाइम ते जां सवेरे, जिस टाइम भी आप नूं जां सनिचर ऐतवार जदों भी टाइम मिले, घर दे विच इकट्ठे होके 2-3 गुआंढी इकट्ठे होके परिवार, चलो अजकल करोना दा टाइम आ, उस तो बाद दे विच गा के देखियो साध संग जी बच्चिओ, थोड़ा स्ट्रैस लैवल किवें डाउन हुंदा, 1 मिनट थोड़ा मन किवें खुशी दे विच चले जांदा, थोड़े विच एनर्जी लैवल किवें हाई हो जांदा, थोड़ा कॉन्फिडेंस लैवल किवें हाई हो जांदा। ये दास नूं आप बच्चे ने कनेडा दे विच कॉलेज के बच्चे ने, यूनीवर्सिटी के बच्चे ने दस्सिया। वो बच्चे ने जो कैलगरी कैंप लाया, बेनती की भाई तुसीं बाणी सुनिया करो, कदे सानूं पढ़नी नहीं आउंदी बाणी, उन्हां दा कोई कसूर नहीं, बेचारे इधर जम्मे पले इधर ने कनेडा दे विच। सो असीं उन्हां नूं बेनती की भाई तुसीं जापजी साहब दी बाणी सुन लिया करो फोन दे उत्ते। वो सुनन लग गए, अज 5-5 बाणियां दी बाणी सुन रहे हैं। फिर दास ने उन्हां नूं पुछया भी तुहानूं की एक्सपीरियंस है, तुसीं एक्सपीरियंस शेयर करो अपना। फिर उन्होंने दस्सिया भी जिहड़ा साडा स्ट्रैस लैवल आ साडा बिल्कुल 0 हो जाता,
એનર્ਜੀ ਲੈਵਲ ਸਾਡਾ ਹਾਈ ਹੋ ਜਾਂਦਾ, ਕੌਨਫੀਡੈਂਸ ਸਾਡਾ ਵੱਧ ਜਾਂਦਾ, ਅਸੀਂ ਕੌਨਫੀਡੈਂਟ ਹੋ ਜਾਂਦੇ, ਸਾਡਾ ਫੀਅਰ ਚਲੇ ਜਾਂਦਾ। ਉਹ ਕਹਿੰਦੇ ਫੀਅਰਲੈਸ ਹੋ ਜਾਂਦੇ ਆ, ਸਾਨੂੰ ਕੋਈ ਇਹ ਨਹੀਂ ਹੁੰਦਾ ਵੀ ਸਾਨੂੰ ਆਹ ਸਕੂਲ ਦਾ ਕੰਮ ਆ ਜਾਂ ਇਸ ਤਰ੍ਹਾਂ ਵੀ ਸਾਡੇ ਕੋਲ ਹੋਣਾ ਨਹੀਂ, ਜਾਂ ਸਾਡਾ ਕੀ ਬਣੂ, ਸਾਡੀ ਜੌਬ ਦਾ ਕੀ ਬਣੂ, ਸਾਨੂੰ ਕਿੱਥੇ ਐਡਮਿਸ਼ਨ ਮਿਲੂ, ਸਾਡਾ ਟੈਸਟ ਦੇ ਵਿੱਚ ਕੀ ਹੋਊਗਾ। ਉਹ ਕਹਿੰਦੇ ਫੀਅਰ ਸਾਡਾ ਚਲੇ ਜਾਂਦਾ ਤੇ ਅਸੀਂ ਬੜੇ ਕੌਨਫੀਡੈਂਸ ਨਾਲ ਅਸੀਂ ਆਪਣੇ ਅਗਲੇ ਸਟੈਪ ਪੜ੍ਹਾਈ ਦੇ ਵਿੱਚ ਅਸੀਂ ਸਕਸੈਸਫੁਲ ਹੋ ਰਹੇ ਹਾਂ। ਤੇ ਇਸ ਟਾਈਮ ਬੱਚੇ ਦਾਸ ਕੋ ਵੀਡੀਓ ਵੀ ਪਈਆਂ ਨੇ, ਛੋਟੇ ਛੋਟੇ ਬੱਚੇ ਕੈਲਗਰੀ ਦੇ ਵਿੱਚ ਸਾਡੇ ਨਾਲ ਬੈਠ ਕੇ ਬਾਣੀ ਸ਼ਬਦ ਗਾਉਂਦੇ ਆ ਸਟੇਜ ਦੇ ਉੱਤੇ। ਤੇ ਕਿੰਨਾ ਟਾਈਮ ਲੱਗਿਆ ਦਾਸ ਨੇ ਉਹਨਾਂ ਪੇਰੈਂਟਸ ਨਾਲ ਗੱਲ ਕੀਤੀ ਵੀ ਇਹਨਾਂ ਬੱਚਿਆਂ ਨੂੰ ਕਿੰਨਾ ਟਾਈਮ ਲੱਗਿਆ ਇਹਨਾਂ ਨੂੰ ਯਾਦ ਕਰਨ, ਮੂੰਹ ਜ਼ਬਾਨੀ ਗਾਉਂਦੇ ਆ ਸਾਡੇ ਨਾਲ ਬੈਠ ਕੇ। ਉਹ ਪੇਰੈਂਟ ਕਹਿੰਦੇ ਭਾਈ ਸਾਹਿਬ ਵੀ ਇੱਕ ਦਿਨ ਗੁਰਦੁਆਰੇ ਕੈਂਪ ਲਾਇਆ ਸੀ, ਉਸ ਤੋਂ ਬਾਅਦ ਦੇ ਵਿੱਚ ਅਸੀਂ ਘਰੇ ਆਏ, 2-3 ਦਿਨ ਅਸੀਂ ਘਰੇ ਬਾਣੀ ਦੇ ਸ਼ਬਦ ਗਾਏ। ਤੀਸਰੇ ਚੌਥੇ ਦਿਨ ਬੱਚੇ ਸਾਨੂੰ ਦੱਸਦੇ ਸੀ ਤੁਸੀਂ ਕਿੱਥੋਂ ਗਲਤ ਪੜ੍ਹਦੇ ਹੋ। ਇਹ ਸਾਧ ਸੰਗਤ ਜੀ ਕਿਹੜੀ ਇਹ ਬੱਚਿਓ ਕੀ ਸ਼ਕਤੀ ਹੈ ਜੀ, ਕਿਉਂਕਿ ਮਹਾਰਾਜ ਨੇ ਬਾਣੀ ਨੂੰ ਬਾਰ-ਬਾਰ ਗਾਵਣ ਬਾਰੇ ਕਿਹਾ, ਬਾਣੀ ਨੂੰ ਗਾਵੋ। ਆਨੰਦ ਸਾਹਿਬ ਦੇ ਵਿੱਚ 10 ਤੋਂ 12 ਵਾਰੀ ਸ਼ਬਦ ਆਇਆ ਬਾਣੀ ਨੂੰ ਗਾਵਣ ਬਾਰੇ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ, ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਰਬਾਣੀ। ਇੱਕ ਇੱਕ ਪੌੜੀ ਦੇ ਵਿੱਚ 3-3 4-4 ਵਾਰੀ ਸਾਨੂੰ ਬਾਣੀ ਨੇ ਬਾਣੀ ਨੂੰ ਗਾਉਣ ਬਾਰੇ ਹੁਕਮ ਕੀਤਾ ਤੇ ਬਾਣੀ ਨੂੰ ਸੁਣਨ ਬਾਰੇ। ਇਹ ਸਰਵਣੋ ਮੇਰਿਓ ਸੱਚ ਹੈ ਸੁਣਨਾ ਨੋ ਪਠਾਏ। ਮਹਾਰਾਜ ਕਹਿੰਦੇ ਸਰਵਣੋ ਕਹਿੰਦੇ ਕੰਨਾਂ ਨੂੰ, ਮਹਾਰਾਜ ਕਹਿੰਦੇ ਕੰਨੋ ਤੁਹਾਨੂੰ ਸੱਚ ਸੁਣਨ ਲਈ ਬਣਾਇਆ ਸੀ। ਫਿਰ ਬਣਾ ਕੇ ਮਹਾਰਾਜ ਨੇ ਕਹਿੰਦੇ ਸਰੀਰ ਲਾਇਆ ਸੀ, ਸਰੀਰ ਲਾਏ ਸੁਣੋ ਕਾਹਦੇ ਲਈ? ਮਹਾਰਾਜ ਕਹਿੰਦੇ ਸੁਣੋ ਸਤ ਬਾਣੀ, ਸੱਚੀ ਬਾਣੀ ਸੁਣਨ ਲਈ। ਫਿਰ ਮਹਾਰਾਜ ਕਹਿੰਦੇ ਜਿੱਤ ਸੁਣੀ ਤਨ ਮਨ ਹਰਿਆ ਹੋਇਆ। ਮਹਾਰਾਜ ਕਹਿੰਦੇ ਮਨ ਤੇ ਤਨ ਜੇ ਤੂੰ ਬਾਣੀ ਨੂੰ ਸੁਣੇਗਾ ਹਰਾ ਹੋ ਜਾਊਗਾ। ਹਰਾ ਹੋ ਜੂ ਕੀ? ਜਿਵੇਂ ਆਪਾਂ ਕਹਿੰਦੇ ਵੀ ਹਰਾ ਹੋ ਗਿਆ, ਕਿਵੇਂ ਖਿੜ ਗਿਆ, ਉਹਦਾ ਮਤਲਬ ਕੀ? ਸਰੀਰ ਨੂੰ ਕੋਈ ਦੁੱਖ ਨਹੀਂ। ਜੇ ਸਰੀਰ ਨੂੰ ਦੁੱਖ ਆ ਕਿੱਥੇ ਮਨ ਹਰਾ ਹੋਊਗਾ? ਤੇ ਤਨ ਨੂੰ ਕੋਈ ਦੁੱਖ ਨਹੀਂ ਤੇ ਮਨ ਨੂੰ ਕੋਈ ਚਿੰਤਾ ਨਹੀਂ। ਸਾਧ ਸੰਗਤ ਜੀ ਇੰਨੀ ਜ਼ਿਆਦਾ ਅਥਾਹ ਸਮੁੰਦਰ ਹੈ, ਬਹੁਤ ਟਾਈਮ ਘੱਟ ਆ। ਸੋ ਭੈਣ ਜੀ ਨੂੰ ਬੇਨਤੀ ਆ ਵੀ ਦੱਸ ਦੇਣ ਜਦੋਂ ਆਪਾਂ ਇਹ ਸਮਾਪਤੀ ਕਰਨੀ ਆ ਜਾਂ ਕੁਐਸਚਨ ਬੱਚੇ ਨੇ ਕਰਨੇ ਆ। ਸੋ ਆਪਾਂ ਅਗਲੀ ਵਾਰੀ ਕਦੇ ਟਾਈਮ ਲੱਗਿਆ, ਦਾਸ ਕੋਲ ਖੁੱਲਾ ਟਾਈਮ ਹੈ, ਜਦੋਂ ਮਰਜ਼ੀ ਆਪ ਜੀ ਆਪਾਂ ਵਿਚਾਰ ਕਰ ਲਾਂਗੇ। ਹਾਂਜੀ, ਬੱਚਿਆਂ ਦੇ ਨਾ ਸਵਾਲ ਆ ਰਹੇ ਨੇ, ਹੈਂਡ ਰੇਜ਼ ਆ ਰਹੇ ਨੇ, ਬੱਚੇ ਗੱਲਬਾਤ ਕਰਨਾ ਚਾਹ ਰਹੇ ਨੇ। ਸੋ 10 ਮਿੰਟ ਦਾ ਸਮਾਂ ਅਸੀਂ ਬੱਚਿਆਂ ਨਾਲ ਗੱਲਬਾਤ ਕਰ ਸਕਦੇ ਹਾਂ ਜੀ। ਹਾਂਜੀ, ਸਭ ਤੋਂ ਪਹਿਲਾਂ ਬਲਜੀਤ ਸਿੰਘ ਜੀ। ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰ ਤੁਹਾਡਾ ਬਹੁਤ ਬਹੁਤ ਥੈਂਕ ਯੂ ਕਿ ਤੁਸੀਂ ਸਾਡਾ ਗੁਰਬਾਣੀ ਦੇ ਵਿਚਾਰ ਸਾਂਝੇ ਕੀਤੇ। ਸਰ ਮੇਰਾ ਇੱਕ ਕੁਐਸਚਨ ਸੀ ਕਿ ਨਾਸਾ ਦੀ ਫੁੱਲ ਫਾਰਮ ਕੀ ਹੈ? ਹਾਂਜੀ, ਨਾਸਾ ਦੀ ਫੁੱਲ ਫਾਰਮ ਕੀ ਹੈ ਸਰ? ਫੋਨ ਕੀ ਹੈ? ਫੋਨ? ਯੈਸ ਸਰ, ਫਾਰਮ ਕੀ ਹੈ? ਫੋਰਮ ਕੀ ਹੈ ਨਾਸਾ? ਫੋਰਮ ਕਿਵੇਂ? ਫੋਰਮ ਕਿਵੇਂ? ਨਾਸਾ ਦੇ ਆਪਣੇ ਇਹ ਸਪੇਸ ਏਜੰਸੀ ਜਿਹੜੀ ਅਮਰੀਕਾ ਦੀ ਸਭ ਤੋਂ ਵੱਡੀ ਜਿਹੜੀ ਆਪਣੀ ਸਪੇਸ ਦੇ ਵਿੱਚ ਜਿਹੜੀ ਰਿਸਰਚ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਖਾਲਸਾ ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ, ਗੁਰਬਾਣੀ ਵਿੱਚ ਤਾਂ ਬਹੁਤ ਜ਼ਿਆਦਾ ਸ਼ਕਤੀ ਆ ਜਿਸਦਾ ਕਿ ਆਪਾਂ ਕਦੇ ਅੰਦਾਜ਼ਾ ਵੀ ਨਹੀਂ ਲਗਾ ਸਕਦੇ। ਬਟ ਜੀ ਇਸ ਵਿੱਚ ਸਾਨੂੰ ਵੀ ਗੁਰਬਾਣੀ ਵਿੱਚ ਵਿਸ਼ਵਾਸ ਹੋਣਾ ਚਾਹੀਦਾ, ਮਤਲਬ ਕਿ ਆਪਾਂ ਵੀ ਪੋਜ਼ਿਟਿਵ ਹੋਈਏ ਵੀ ਅਸੀਂ ਠੀਕ ਹੋਵਾਂਗੇ, ਗੁਰਬਾਣੀ ਤੇ ਵਿਸ਼ਵਾਸ ਹੋਊਗਾ ਜੀ। ਪਰ ਜੀ ਕਦੇ ਬੰਦਾ ਜੀ ਮਤਲਬ ਕਿ ਡਿਪਰੈਸ਼ਨ 'ਚ ਚਲਾ ਜਾਂਦਾ, ਕਹਿੰਦਾ ਮੈਂ ਨਹੀਂ ਬਚ ਸਕਦਾ, ਹੁਣ ਮੈਂ ਮਰ ਜਾਣਾ ਜੀ। ਫਿਰ ਜੀ ਉਹਦੇ ਤੇ ਵੀ ਗੁਰੂ ਜੀ ਮਤਲਬ ਕਿ ਕਿਰਪਾ ਕਰਨਗੇ ਜੀ। ਫਿਰ ਦਾਸ ਕੋਲ ਸੈਂਕੜੇ ਐਗਜ਼ਾਮਪਲਾਂ ਨੇ ਜੀ, ਸੈਂਕੜੇ। ਇੱਕ ਨਹੀਂ ਵਿਦਨ 2 or 3 years ਜਿਹੜੇ ਕਿ ਕਹਿ ਰਹੇ ਸੀ ਵੀ ਬਿਲਕੁਲ ਅਸੀਂ ਆਪਣੀ ਜ਼ਿੰਦਗੀ ਲਾਈਫ ਸੁਸਾਈਡ ਕਰ ਲੈਣੀ। ਮੈਨੂੰ ਇੱਥੇ ਤੱਕ ਕਹਿੰਦਾ ਸੀ ਲਾਈਫ ਸੁਸਾਈਡ ਕਰ ਲੈਣੀ ਆ। ਦੂਸਰੇ ਤੀਸਰੇ ਦਿਨ ਇੱਕ ਬੀਬੀ ਦਾ ਫੋਨ ਆਇਆ ਸੀ ਦਾਸ ਨੂੰ, ਇੰਡੀਆ ਦੇ ਅੰਮ੍ਰਿਤਸਰ ਡਿਸਟ੍ਰਿਕਟ ਸੀ ਉਹਨਾਂ ਦਾ। ਉਹ ਕਹਿੰਦੇ ਸੀ ਮੈਂ ਤੇ ਆਪਣੇ ਪੁੱਤ ਨੇ ਦੋਨਾਂ ਨੇ ਅਸੀਂ ਜ਼ਿੰਦਗੀ ਖਤਮ ਕਰ ਲੈਣੀ ਆ, ਸਾਡੇ ਸਿਰ ਇੰਨਾ ਕਰਜ਼ਾ ਤੇ ਸਾਡਾ ਇੰਨੇ ਇੱਕ ਕਰਜ਼ਾ ਨਹੀਂ, ਏਡੇ ਵੱਡੇ ਸਾਡੇ ਮਾੜੇ ਹਾਲਾਤ। ਦੂਸਰੇ ਦਿਨ ਸਾਧ ਸੰਗਤ ਜੀ ਬੇਨਤੀ ਕੀਤੀ ਸੀ, ਆਪਣੇ ਦਾਸ ਨੇ ਬੇਨਤੀ ਕੀਤੀ ਸੀ ਇਹ ਕੰਮ ਨਾ ਕਰਿਓ, ਮੈਂ ਤੁਹਾਨੂੰ ਸ਼ਬਦ ਭੇਜਦਾ ਆਡੀਓ ਦੇ ਵਿੱਚ। ਆਪ ਜੀ ਕੋ ਕੋਈ ਵੀ ਬੱਚਿਆਂ ਨੂੰ ਦਾਸ ਦੱਸਣਾ ਚਾਹੁੰਦਾ, ਕਿਸੇ ਕੋ ਕੋਈ ਡਿਪਰੈਸ਼ਨ ਕੋਈ ਇਹੋ ਜਿਹਾ ਕੇਸ ਹੋਵੇ ਕਿਸੇ ਕਿਸਮ ਦਾ, ਦਾਸ ਨੂੰ ਫੋਨ ਦੇ ਉੱਤੇ ਆਡੀਓ ਸਾਡੀ ਰਿਕਾਰਡਿੰਗ ਭੇਜ ਦੇ ਸਕਦੇ ਹਾਂ ਸ਼ਬਦਾਂ ਦੀ। ਉਹਨੂੰ ਉਹਦੇ ਕੋਲ ਲਾ ਦਿਓ, ਬਸ ਉਹਨੂੰ ਸੁਣਨ ਲੱਗ ਜਾਓ। ਜੇ ਗਾ ਸਕਦੇ ਬਹੁਤ ਚੰਗੀ ਗੱਲ ਆ, ਨਹੀਂ ਸੁਣਨ ਲੱਗ ਜਾਣ। ਉਸ ਦਿਨ ਤੋਂ ਉਸ ਦੁੱਖ ਘਟਣ ਲੱਗ ਜੂਗਾ, ਸਟ੍ਰੈਸ ਘਟਣ ਲੱਗ ਜੂ, ਡਿਪਰੈਸ਼ਨ ਘਟਣ ਲੱਗ ਜੂ। ਸਾਡੇ ਕੋਲ ਇਹੋ ਜਿਹੇ ਕੇਸ ਆਏ ਬਹੁਤ ਜ਼ਿਆਦਾ। ਪੈਰਾਨੋਏ ਦਾ ਕੇਸ ਆਇਆ ਲੰਡਨ ਚੋਂ, 21 ਸਾਲ ਦਾ ਬੱਚਾ ਜਿਹੜਾ ਕਿ ਸਾਰੀ ਰਾਤ ਸੌ ਨਹੀਂ ਸਕਦਾ ਸੀ, ਸਟ੍ਰੈਸ ਲੈ ਗਿਆ, ਸਟ੍ਰੈਸ ਤੋਂ ਗਾਹਾਂ ਡਿਪਰੈਸ਼ਨ ਤੋਂ ਗਾਹਾਂ ਚੇਂਜ ਹੋ ਗਿਆ, ਪੈਰਾਨੋਏ ਹੋ ਗਿਆ, ਡਰੀ ਜਾਂਦਾ ਸਾਰੀ ਰਾਤ।
ਸਾਧ ਸੰਗਤ ਜੀ ਉਹਦੇ ਘਰੇ ਉਹਨਾਂ ਨੂੰ ਉਹਦਾ ਫੋਨ ਆਇਆ ਫਾਦਰ ਦਾ, ਉਹਨਾਂ ਨੂੰ ਬੇਨਤੀ ਕੀਤੀ ਅਸੀਂ ਕਿ ਇਹਦੇ ਕੋਲ ਬਾਣੀ ਦੇ ਸ਼ਬਦ ਅਸੀਂ ਤੁਹਾਨੂੰ ਭੇਜਦੇ ਹਾਂ, 24 ਘੰਟੇ ਲਾ ਦਿਓ ਘਰ ਦੇ ਵਿੱਚ। ਵਿਦਨ 2 ਵੀਕਸ ਲਾਸਟ ਨੂੰ ਮੈਸੇਜ ਆ ਗਿਆ 90% ਰਿਕਵਰ ਕਰ ਗਿਆ ਸੀ, 90%। ਸੋ ਇਹ ਬਹੁਤ ਸੌਖੀ, ਸਟ੍ਰੈਸ ਡਿਪਰੈਸ਼ਨ ਤਾਂ ਬਹੁਤ ਜਲਦੀ ਜਾਂਦੀ ਹੈ। ਹਾਂਜੀ ਹੋਰ ਦੱਸੋ ਜੀ। ਬਾਕੀ ਇਹ ਵੀ ਨਹੀਂ ਹੈਗਾ ਜੇ ਕਿਸੇ ਉੱਤੇ ਵਿਸ਼ਵਾਸ ਹੋਣਾ ਚਾਹੀਦਾ, ਵਿਸ਼ਵਾਸ ਤਾਂ ਹੋਣਾ ਚਾਹੀਦਾ, ਪਰ ਵਿਸ਼ਵਾਸ ਤੋਂ ਬਿਨਾਂ ਹੀ ਸਾਧ ਸੰਗਤ ਜੀ ਬੱਚਿਓ ਅਸੀਂ ਦੇਖਿਆ ਵਿਸ਼ਵਾਸ ਤੋਂ ਬਿਨਾਂ ਉਹ ਬਾਣੀ ਸੁਣਨ ਦੇ ਨਾਲ ਹੀ ਜਿਨ੍ਹਾਂ ਨੂੰ ਵਿਸ਼ਵਾਸ ਨਹੀਂ, ਵੀ ਜਿਨ੍ਹਾਂ ਨੂੰ ਬਾਣੀ ਸਮਝ ਨਹੀਂ ਆਉਂਦੀ ਉਹਨਾਂ ਨੂੰ ਕਿਵੇਂ ਵਿਸ਼ਵਾਸ ਹੋਊਗਾ। ਸ਼੍ਰੀਲੰਕਾ ਦੀ ਮਾਤਾ ਨੂੰ ਠੀਕ ਹੋਈ ਉਹਨੂੰ ਕਿਵੇਂ ਵਿਸ਼ਵਾਸ ਹੋਊ, ਤਾਂ ਸਮਝ ਨਹੀਂ ਕੋਈ ਆ ਰਹੀ ਸੀ ਕੀ ਕਰ ਰਹੇ ਆ। ਇਹ ਕੰਨਾਂ 'ਚ ਪੈਣ ਦੇ ਨਾਲ ਹੀ ਬਾਣੀ ਠੀਕ ਹੋਣ ਲੱਗ ਜਾਂਦਾ, ਪੇਸ਼ੈਂਟ ਠੀਕ ਹੋਣ ਲੱਗ ਜਾਂਦਾ। ਹਾਂਜੀ ਹੁਣ ਅਗਲਾ। ਹਾਂਜੀ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਜੀ ਫਤਿਹ। ਸਭ ਤੋਂ ਪਹਿਲਾਂ ਤੁਹਾਡਾ ਸਰ ਬਹੁਤ-ਬਹੁਤ ਧੰਨਵਾਦ ਕਿ ਸਾਨੂੰ ਗੁਰਬਾਣੀ ਬਾਰੇ ਤੁਸੀਂ ਸਿੱਖਿਆ ਦਿੱਤੀ। ਸਰ ਮੇਰਾ ਕੁਐਸਚਨ ਸੀਗਾ ਵੀ ਜਿਹੜਾ ਤੁਸੀਂ ਗੁਰਬਾਣੀ ਫਰਮਾਨ ਬੋਲਿਆ ਸੀ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਇਹ ਵਾਲਾ ਗੁਰਬਾਣੀ ਫਰਮਾਨ ਇੱਕ ਵਾਰ ਫਿਰ ਤੋਂ ਬੋਲ ਦਿਓ ਜੀ। ਬਾਣੀ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੈ। ਬਾਣੀ ਗੁਰੂ ਮਹਾਰਾਜ ਜੋ ਦਾਸ ਨੂੰ ਸਮਝ ਆਈ, ਇਸ ਤੋਂ ਕਿਉਂਕਿ ਗੁਰਬਾਣੀ ਦੇ 4 ਵੀ ਅਰਥ ਹੋ ਸਕਦੇ ਆ, ਇੱਕ ਤੁਕ ਦੇ 1000 ਅਰਥ ਵੀ ਹੋ ਸਕਦੇ ਆ, ਹਰੇਕ ਆਪੋ ਆਪਣੀ ਸਮਝ ਦੇ ਨਾਲ ਉਹਦਾ ਅਰਥ ਕੱਢ ਲੈਂਦੇ ਤੇ 1000 ਹੀ ਠੀਕ ਹੋ ਸਕਦੇ ਆ। ਇਹ ਗੁਰਬਾਣੀ ਅਥਾਹ ਸਮੁੰਦਰ ਆ, ਇਹਨੂੰ ਕੋਈ ਨਹੀਂ ਕਹਿ ਸਕਦਾ ਵੀ ਇਹੀ ਅਰਥ ਨੇ ਇਹਦੇ। ਸੋ ਦਾਸ ਨੂੰ ਜੋ ਸਮਝ ਮਾਰੇ ਨੇ, ਦਾਸ ਨੇ ਹੋਰ ਵੀ ਟੀਕਿਆਂ ਤੇ ਵੀ ਦੇਖੇ, ਦਰਸ਼ਨ ਕੀਤੇ ਅਰਥਾਂ ਦੇ। ਬਾਣੀ ਗੁਰੂ ਹੈ ਤੇ ਗੁਰੂ ਬਾਣੀ ਹੈ। ਮਹਾਰਾਜ ਕਹਿੰਦੇ ਕੋਈ ਅੰਤਰ ਨਹੀਂ ਹੈ ਬਾਣੀ ਤੇ ਗੁਰੂ ਦੇ ਵਿੱਚ ਬਾਣੀ ਅੰਮ੍ਰਿਤ ਸਾਰੇ। ਮਹਾਰਾਜ ਕਹਿੰਦੇ ਇਸ ਬਾਣੀ ਦੇ ਵਿੱਚ ਸਾਰੇ ਅੰਮ੍ਰਿਤ ਨੇ। ਮਹਾਰਾਜ ਬਾਣੀ ਦੇ ਵਿੱਚ ਭੋਜਨ ਨੂੰ ਵੀ ਅੰਮ੍ਰਿਤ ਕਹਿ ਰਹੇ ਨੇ, ਜਲ ਨੂੰ ਵੀ ਅੰਮ੍ਰਿਤ ਕਹਿ ਰਹੇ ਨੇ। ਇਸ ਤਰ੍ਹਾਂ ਬਾਣੀ ਦੇ ਵਿੱਚ ਸਾਰੇ ਅੰਮ੍ਰਿਤ ਅੱਡੋ ਅੱਡ, ਕੋਈ ਕਹਿ ਰਿਹਾ ਸਾਰੇ ਅੰਮ੍ਰਿਤ ਬਾਣੀ ਦੇ ਵਿੱਚ ਹਨ, ਕੋਈ ਇਸ ਤਰ੍ਹਾਂ ਸਮਝਾ ਰਿਹਾ, ਕੋਈ ਗਿਆਨੀ ਜੀ ਇਸ ਤਰ੍ਹਾਂ ਸਮਝਾ ਰਹੇ ਨੇ। ਜਿੰਨੇ ਵੀ ਸਾਰੀ ਬਾਣੀ ਦੇ ਵਿੱਚ ਅੰਮ੍ਰਿਤ ਹੈ, ਬਹੁਤ ਵੱਡਾ ਜਿਸ ਤਰ੍ਹਾਂ ਵੀ ਹੈ, ਸੋ ਸਾਰੀ ਬਾਣੀ ਦੇ ਵਿੱਚ ਅੰਮ੍ਰਿਤ ਹੈ। ਮਹਾਰਾਜ ਕਹਿੰਦੇ ਗੁਰਬਾਣੀ ਕਹੈ ਸੇਵਕ ਜਨ ਮਾਨੈ। ਜੇ ਗੁਰਬਾਣੀ ਕਹਿ ਰਹੀ ਹੈ ਭਾਈ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ, ਦੁਖ ਪਾਪ ਕਾ ਨਾਸ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਜੇ ਗੁਰਬਾਣੀ ਕਹਿ ਰਹੀ ਆ, ਜੇ ਅਸੀਂ ਮੰਨ ਲਈਏ ਵੀ ਹਾਂ ਵੀ ਹੋਣਗੇ, ਜੇ ਬਾਣੀ ਕਹਿ ਰਹੀ ਹੈ ਹੋਣਗੇ, ਜੇ ਅਸੀਂ ਮੰਨ ਲਈਏ, ਮਹਾਰਾਜ ਕਹਿੰਦੇ ਫਿਰ ਕੀ ਕਹਿੰਦੇ, ਪ੍ਰਤੱਖ ਗੁਰੂ ਨਿਸਤਾਰ ਹੈ। ਮਹਾਰਾਜ ਕਹਿੰਦੇ ਗੁਰੂ ਤੁਹਾਡਾ ਪ੍ਰਤੱਖ ਕਰਕੇ ਦਿਖਾਊਗਾ। ਜੇ ਬਾਣੀ ਕਹਿ ਰਹੀ ਹੈ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ। ਅਰਦਾਸ ਕਰਕੇ ਦੇਖ ਲਿਓ, ਪ੍ਰੈਕਟੀਕਲ ਕਰਕੇ ਦੇਖ ਲਿਓ, ਤੁਹਾਨੂੰ ਉਹਦੇ ਵਿੱਚ ਡਾਇਰੈਕਸ਼ਨ ਮਿਲੂ, ਤੁਹਾਨੂੰ ਪ੍ਰੋਬਲਮ ਦੇ ਵਿੱਚ ਡਾਇਰੈਕਸ਼ਨ ਮਿਲੂ, ਤੁਹਾਨੂੰ ਹੈਲਪ ਹੋਊਗੀ। ਇਹ ਦਾਸ ਨੇ ਪ੍ਰੈਕਟੀਕਲ ਕੀਤਾ, ਇਹਦੇ ਉੱਤੇ ਆਪਣਾ ਪ੍ਰੈਕਟੀਕਲ ਮੈਂ ਨਿੱਜੀ ਲਾਈਫ ਦੇ ਵਿੱਚ ਕੀਤਾ, ਮੈਂ ਟੈਕਨੀਕਲ ਆਪਣੀ ਜੌਬ ਦੇ ਵਿੱਚ ਕੀਤਾ। ਇੰਜੀਨੀਅਰਿੰਗ ਦੀ ਜੌਬ ਦੇ ਵਿੱਚ ਸਾਡੇ ਪ੍ਰੋਬਲਮ ਆਈਆਂ ਬਹੁਤ ਵੱਡੀਆਂ, ਉੱਥੇ ਗੁਪਤ ਅਰਦਾਸ ਕੀਤੀ ਖੜ ਕੇ, ਤੇ ਉਹ ਸਾਡੇ ਸਾਹਮਣੇ ਸੋਲਵ ਹੋਈ। ਜਿਹੜੀ ਕਿ ਜਦੋਂ ਜੈਪਨੀ ਇੰਜੀਨੀਅਰ ਉੱਥੇ ਖੜੇ ਸੀ, 10 ਇੰਜੀਨੀਅਰ ਵੀ ਖੜੇ ਸੀ, ਪ੍ਰੋਬਲਮ ਦਾ ਨਹੀਂ ਪਤਾ ਲੱਗ ਰਿਹਾ ਸੀ ਕੀ ਪ੍ਰੋਬਲਮ ਆ। ਉਹ ਮਹਾਰਾਜ ਦੀ ਕਿਰਪਾ ਨਾਲ ਦਾਸ ਨੇ ਖੜ ਕੇ ਉੱਥੇ ਮਨ ਦੇ ਵਿੱਚ ਅਰਦਾਸ ਕੀਤੀ, ਬਿਲਕੁਲ ਛੋਟੀ ਅਰਦਾਸ, 1 ਸਕਿੰਟ ਦੀ, ਸੱਚੇ ਪਾਤਸ਼ਾਹ ਇਹਦੇ ਵਿੱਚ ਹੈਲਪ ਕਰੋ। ਜਿਹੜੀ ਡਾਇਰੈਕਸ਼ਨ ਮਿਲ ਗਈ ਵੀ ਕੀ ਕਰਨਾ। ਸੋ ਇਹ ਮਹਾਰਾਜ ਤੁਹਾਨੂੰ ਡਾਇਰੈਕਸ਼ਨ, ਤੁਹਾਡੇ ਮਾਈਂਡ ਨੂੰ ਡਾਇਰੈਕਸ਼ਨ ਦੇ ਦਿੰਦੇ ਆ। ਸੋ ਬਾਣੀ ਨੂੰ ਜੋ ਕਹਿ ਰਹੀ ਅਸੀਂ ਮੰਨ ਲਈਏ। ਜੇ ਹੁਣ ਕਈ ਅਸੀਂ ਅਰਦਾਸ ਕਰਨਾ ਕੁਛ ਨਹੀਂ ਹੋਣਾ, ਫਿਰ ਕੁਛ ਨਹੀਂ ਹੋਣਾ। ਜੇ ਅਸੀਂ ਕਹੀਏ ਅਰਦਾਸ ਕਰਕੇ ਮੇਰਾ ਹਾਂ ਮਹਾਰਾਜ ਨੇ ਕਿਹਾ ਬਾਣੀ ਦੇ ਵਿੱਚ, ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ, ਤੇ ਉਹ ਹੋਊਗਾ। ਹਾਂਜੀ ਅਗਲਾ ਕੁਐਸਚਨ ਜੀ। ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ। ਸਰ ਤੁਸੀਂ ਦੱਸਿਆ ਸੀ ਕਿ ਕਿਸੇ ਜਗ੍ਹਾ ਤੇ ਰੋਜ਼ ਹੀ ਕੈਂਪ ਲੱਗਦਾ ਹੈ, ਤੇ ਕਿਹੜੀ ਜਗ੍ਹਾ ਤੇ ਸੀ? ਲੁਧਿਆਣੇ ਦੇ ਵਿੱਚ ਹੀ ਟਾਈਮ ਲੱਗਦਾ ਕੈਂਪ। ਹੁਣ ਅੱਜ ਕੱਲ੍ਹ ਥੋੜੇ ਕੋਵਿਡ ਕਰਕੇ ਆਨਲਾਈਨ ਕੈਂਪ ਲੱਗਦਾ। 385 L ਮਾਡਲ ਟਾਊਨ ਲੁਧਿਆਣਾ, 385 L ਮਾਡਲ ਟਾਊਨ ਲੁਧਿਆਣਾ। ਭੈਣ ਜੀ ਜਸਪ੍ਰੀਤ ਜਿਹੜੇ ਆਪਣੇ ਇੰਚਾਰਜ ਨੇ, ਇਹਨਾਂ ਨਾਲ ਤੁਸੀਂ ਗੱਲ ਕਰ ਲਿਓ, ਇਹ ਦੱਸ ਦੇਣਗੇ, ਸਾਰਾ ਨੰਬਰ ਵੀ ਦੇਣਗੇ। ਤੇ ਆਪਣੇ ਘਰ ਦੇ ਵਿੱਚ ਤੁਸੀਂ ਲਾ ਸਕਦੇ ਹੋ, ਸਾਡੇ ਨਾਲ ਫੋਨ ਤੇ ਕੰਟੈਕਟ ਕਰ ਲਿਓ, ਅਸੀਂ ਤੁਹਾਨੂੰ ਭੇਜ ਦਾਂਗੇ। ਹਾਂਜੀ ਅਗਲਾ ਜੀ ਕੁਐਸਚਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰ ਤੁਸੀਂ ਜੋ ਵੀ ਦੱਸਿਆ ਉਹਦੇ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਬਹੁਤ ਵਧੀਆ ਇਨਫੋਰਮੇਸ਼ਨ ਸ਼ੇਅਰ ਕੀਤੀ ਸਾਡੇ ਨਾਲ। ਹਾਂਜੀ ਸਰ ਮੇਰਾ ਕੁਐਸਚਨ ਇਹ ਸੀ, ਸਰ ਮੈਂ ਇਹ ਗੱਲ ਮੰਨਦੀ ਹਾਂ ਵੀ ਗੁਰਬਾਣੀ ਦੇ ਵਿੱਚ ਬਹੁਤ ਤਾਕਤ ਹੈ, ਉਹ ਸਾਰੇ ਦੁੱਖਾਂ ਨੂੰ ਦੂਰ ਕਰਦੀ ਆ। ਬਟ ਸਰ ਮੈਂ ਜਿੰਨੇ ਵਾਰ ਵੀ ਕਿਸੇ ਹੋਰ ਦੇ ਲਈ, ਸਪੈਸ਼ਲੀ ਮੈਂ ਆਪਦੇ ਘਰ ਚੋਂ ਜਾਂ ਕਿਸੇ ਵੀ ਲਈ ਅਰਦਾਸ ਕੀਤੀ ਆ, ਉਹ ਅਰਦਾਸ ਹਮੇਸ਼ਾ ਉਹਦਾਂ ਦੇ ਦੁੱਖ ਦਰਦ ਹਮੇਸ਼ਾ ਦੂਰ ਹੋਏ ਨੇ। ਬਟ ਸਰ ਮੈਂ ਜਿੰਨੇ ਵਾਰ ਵੀ ਦੂਰ ਹੋਇਆ ਕੁਛ,
ਵੀ ਮਤਲਬ ਹਾਂਜੀ ਜਾਂ ਮੇਰੇ ਕਿਤੇ ਅਰਦਾਸ ਕਰਨ ਚ ਕਮੀ ਆ ਜਾਂ ਪਾਠ ਕਰਨ ਚ ਜਾਂ ਕਿਵੇਂ? ਨਹੀਂ, ਕੋਈ ਕਮੀ ਨਹੀਂ ਹੈ, ਕਦੇ ਵੀ ਕਮੀ ਨਹੀਂ ਹੈ। ਪਰ ਸਾਨੂੰ ਇਹ ਨਹੀਂ ਜੋ ਅਸੀਂ ਅਰਦਾਸ ਕਰ ਰਹੇ ਹਾਂ ਸਾਡੇ ਲਈ ਸੌਖਾ, ਗੁਰੂ ਨੂੰ ਪਤਾ ਸਾਡੇ ਲਈ ਇਹ ਸੌਖਾ ਜਾਂ ਦੁੱਖ। ਗੁਰੂ ਕਈ ਨਹੀਂ ਵਾਰੀ ਸਰ, ਮਤਲਬ ਸਰ ਇਹ ਕਹਿਣਾ ਚਾਹੁੰਦੀ ਹਾਂ ਸਰ, ਮੇਰੇ ਨਾ ਮਤਲਬ ਸਿਰ ਦੇ ਵਿੱਚ ਪ੍ਰੋਬਲਮ ਆ ਤੇ ਇੱਧਰ ਆਈਬ੍ਰੋ ਤੇ ਸਿਰ ਦੇ ਵਿੱਚ ਮੇਰੇ ਵਾਲ ਨਹੀਂ ਹੈਗੇ ਇੱਥੇ। ਕਿ ਮੈਡੀਸਿਨ ਵਗੈਰਾ ਲੈ ਕੇ ਦੇਖ ਲਈ ਮੈਂ, ਮਤਲਬ ਬਚਪਨ ਤੋਂ ਹੀ ਪਾਠ ਵੀ ਕਰਦੀ ਹਾਂ ਤੇ ਅਰਦਾਸ ਵਗੈਰਾ ਵੀ ਗੁਰਦੁਆਰੇ ਵਿੱਚ, ਮੇਰੇ ਫੈਮਿਲੀ ਦੇ ਮੈਂਬਰ ਵੀ ਸਾਰੇ ਜਾਂਦੇ ਨੇ। ਬਟ ਸਰ ਮੇਰੇ ਮਤਲਬ ਪੀਜੀਆਈ ਤੱਕ ਤੋਂ ਵੀ ਜਾਏ, ਉਹਨਾਂ ਨੇ ਵੀ ਸਰਜਰੀ ਤੋਂ ਬਿਨਾਂ ਇਹਦਾ ਕੋਈ ਹੋਰ ਇਲਾਜ ਨਹੀਂ ਦੱਸਿਆ। ਹਾਂਜੀ ਦੇਖੋ, ਦਾਸ ਨਾਲ ਕੰਟੈਕਟ ਕਰ ਲਿਓ ਆਪ ਜੀ, ਸ਼ਬਦ ਭੇਜੂਗਾ ਰਿਕਾਰਡਿੰਗ ਦੇ। ਤੇ ਇੱਕ ਸਾਡੇ ਕੋਲ 2 ਇੱਥੇ ਕ੍ਰਿਸਚੀਅਨ ਫੈਮਿਲੀ ਦਾ ਬੱਚਾ ਸੀ, ਉਹ ਹਫ਼ਤੇ ਦੇ ਵਿੱਚ 2 ਵਾਰੀ 3 ਵਾਰੀ ਐਮਰਜੈਂਸੀ ਵਿੱਚ ਜਾਂਦਾ ਸੀਗਾ। ਉਹਨੂੰ ਇੱਕ ਬਿਮਾਰੀ ਸੀ ਇਹ ਜੀ, ਉਹ ਗਲੇ ਦੀ ਸਰਜਰੀ, ਉਹ ਕਹਿੰਦੇ ਡਾਕਟਰ ਕਹਿੰਦੇ ਸਰਜਰੀ ਕਰਨੀ ਪੈਣੀ ਹੈ ਸਾਹ ਦੀ ਨਾਲੀ ਦੀ। ਸੋ ਉਹ ਕਹਿੰਦੇ ਵੀ ਅਸੀਂ ਨਾ ਸਰਜਰੀ ਕਰਾ ਸਕਦੇ ਹਾਂ, ਨਾ ਸਾਡੇ ਕੋਲ ਪੈਸੇ ਨੇ। ਦਾਸ ਨੇ ਉਹਨਾਂ ਨੂੰ ਬੇਨਤੀ ਕੀਤੀ ਸੀ, ਮੇਰਾ ਗੁੱਡ ਫਰੈਂਡ ਸੀ, ਮੈਂ ਜੇ ਤੂੰ ਮਾਈਂਡ ਨਹੀਂ ਕਰਦਾ ਮੈਂ ਤੈਨੂੰ ਇੱਕ ਪ੍ਰੇਅਰ ਦੀ CD ਦਿੰਦਾ, ਇਹਦੇ ਕੋਲ ਆ ਦੇ ਬੱਚੇ ਦੀ 24 ਆਵਰ 2 month old ਬੇਬੀ ਸੀ। 4 ਮਹੀਨੇ ਬਾਅਦ ਜਦੋਂ ਦਾਸ ਨੂੰ ਮਿਲਿਆ ਤਾਂ ਉਹ ਇੰਨਾ ਖੁਸ਼, ਉਹ ਕਹਿੰਦਾ ਜਿਸ ਮੈਂ ਉਹਨੂੰ ਪੁੱਛਿਆ ਕੀ ਹਾਲ ਹੈ ਤੇਰੀ ਡਾਕਟਰ ਦਾ, ਉਹ ਕਹਿੰਦਾ ਉਸ ਦਿਨ ਤੋਂ ਬਾਅਦ ਉਸ ਦਿਨ ਤੋਂ ਬਾਅਦ ਚ ਕਹਿੰਦਾ ਇੱਕ ਦਿਨ ਵੀ ਹਸਪਤਾਲ ਨਹੀਂ ਗਈ। ਸੋ ਦਾਸ ਕੋਲ ਨੇ ਕਈ ਐਂਪਲ ਨੇ, ਮੈਂ ਤੁਹਾਨੂੰ ਐਕਸਪਲੇਨ ਕਰਕੇ ਸਾਰੇ ਟੈਸਟੀਮੋਨੀਅਲ ਬਾਈ ਟੈਸਟੀਮੋਨੀਅਲ ਤੁਹਾਨੂੰ ਭੇਜ ਸਕਦਾ, ਜਿਹੜੇ ਪੇਸ਼ੈਂਟ ਠੀਕ ਹੋਣੇ ਦੱਸਣਗੇ। ਐਡੀ ਵੱਡੀ ਸ਼ਕਤੀ ਹੈ, ਬਿਲਕੁਲ ਠੀਕ ਹੋ ਜੂ, ਤੁਹਾਡਾ ਬਹੁਤ ਜ਼ਿਆਦਾ ਫਰਕ ਪਊਗਾ ਵੱਡੇ ਪੱਧਰ ਤੇ। ਅਸੀਂ ਬਾਣੀ ਉਹੀ ਆ ਜੋ ਸਾਡੀ ਪੇਸ਼ੈਂਟ ਜਿਹੜੇ ਸਾਡੇ ਘਰਾਂ ਦੇ ਵਿੱਚ ਬੀਬੀ ਠੀਕ ਹੋਈ ਸੀ, ਉਹ 2 ਸਾਲ ਤੋਂ ਮੰਜੇ ਤੇ ਪਈ ਸੀ ਤੇ ਉਹ ਬਾਣੀ ਉਹੀ ਬਾਣੀ ਪੜ੍ਹਦੀ ਹੁੰਦੀ ਸੀ, ਨਿਤਨੇਮ ਕਰਦੀ ਹੁੰਦੀ ਸੀ। ਪਰ ਸਿਰਫ ਜਦੋਂ ਅਸੀਂ ਉਹਨੂੰ ਬੇਨਤੀ ਕੀਤੀ ਜੋ ਬਾਣੀ 'ਚ ਕਹਿ ਰਿਹਾ ਉਹ ਮੰਨਣ ਦੀ ਗੱਲ ਕਰੋ, ਉਹਨੂੰ ਮੰਨੋ। ਗਾ ਵੀ ਹੈ, ਸੁਣੀ ਹੈ, ਮਨ ਰੱਖੀਆ ਭਾਵ, ਦੁੱਖ ਪਰ ਹਰ ਸੁਖ ਘਰ ਲੈ ਜਾਏ। ਸੋ ਭੈਣ ਜੀ ਜਸਪ੍ਰੀਤ ਚ ਨੰਬਰ ਲੈ ਰਹੇ ਹੋ, ਦਾਸ ਦਾ ਨੰਬਰ ਨੋਟ ਕਰ ਲਓ, 1714883985। 1 ਮੂਰੇ ਏਰੀਆ ਕੋਡ ਲੱਗਣਾ, ਇੰਟਰਨੈਸ਼ਨਲ USA ਦਾ 1 ਏਰੀਆ ਕੋਡ ਆ। 7148839805 ਜੀ ਹੋ ਜੂ, ਬਿਲਕੁਲ ਬਹੁਤ ਫਰਕ ਪੈ ਜੂਗਾ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬਾਬਾ ਜੀ ਇਹ ਗੱਲ ਸਾਂਝੀ ਕਰਨਾ ਚਾਹੁੰਦੀ ਹਾਂ ਕਿ ਜਿਹੜੇ ਹੁਣੇ ਕੁਐਸਚਨ ਹੁਣੇ ਬੱਚਿਆਂ ਨੇ ਕੀਤੇ ਨੇ, ਇੱਕ ਭੈਣ ਜੀ ਨੇ ਕੀਤੇ ਨੇ ਕਿ ਮਤਲਬ ਮੈਂ ਸਿਮਰਨ ਕਰਦੀ ਹਾਂ, ਪਾਠ ਕਰਦੀ ਹਾਂ, ਅਰਦਾਸ ਕਰਦੀ ਹਾਂ ਤੇ ਮੇਰੇ ਦੁੱਖ ਦੂਰ ਕਿਉਂ ਨਹੀਂ ਦੂਰ ਹੁੰਦੇ। ਤੇ ਮੈਂ 2001-2 ਦੀ ਗੱਲ ਤੁਹਾਡੇ ਨਾਲ ਸ਼ੇਅਰ ਕਰਾਂਗੀ ਕਿ ਮੇਰੇ ਕੋਲ ਅੱਜ ਵੀ ਇਹ ਪਾਠ ਹੈ, ਸਰਬ ਰੋਗ ਕਾ ਔਖਦ ਨਾਮ। ਮੈਂ ਉਦੋਂ ਅਨਮੈਰਿਡ ਸੀ ਤੇ ਬੜੀ ਵੱਡੀ ਪ੍ਰੋਬਲਮ ਹੋਈ ਸੀ, ਘਰ ਦੇ ਵਿੱਚ ਟ੍ਰੈਜਡੀ ਹੋ ਗਈ ਸੀ, ਬਲਾਸਟ ਹੋ ਗਿਆ ਸੀ ਤੇ ਇਹ ਪਾਠ ਕਰਦੇ ਸੀ ਤੇ ਮਹਾਰਾਜ ਨੇ ਹੱਥ ਦੇ ਕੇ ਬਚਾਏ। ਅੱਜ ਪੂਰੀ ਫੈਮਿਲੀ ਅੱਜ ਜੀਵਤ ਬੈਠੀ ਹੈ, ਜਿੰਦਾ ਬੈਠੀ ਹੈ ਤੇ ਮੈਂ ਵੀ ਅੱਜ ਇੱਥੇ ਕੈਂਪ ਦੇ ਵਿੱਚ ਬੈਠੀ ਹਾਂ। ਮੈਂ ਬੜੀ ਕਰਮਾਂ ਭਾਗਾਂ ਵਾਲੀ ਹਾਂ ਕਿ ਮੈਨੂੰ ਸ਼ੁਰੂ ਤੋਂ ਮੇਰੇ ਮਾਤਾ ਪਿਤਾ ਨੇ ਇਸ ਵੱਲ ਜੋੜਿਆ ਤੇ ਅੱਜ ਅਸੀਂ ਆਪਣੇ ਬੱਚਿਆਂ ਨੂੰ ਅੱਗੇ ਜੋੜ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਅਸੀਂ ਲਾਸਟ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਫਤਿਹ। ਵਾਹਿਗੁਰੂ ਜੀ, ਮੈਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਇਸ ਮੀਟਿੰਗ ਵਿੱਚ ਜੁੜੇ ਹੋ, ਸਾਨੂੰ ਇੰਨੀ ਵਧੀਆ ਸਿੱਖਿਆ ਦੇ ਰਹੇ ਹੋ। ਮੇਰਾ ਸਵਾਲ ਇਹ ਸੀਗਾ ਕਿ ਕਦੀ ਕਦੀ ਜਦੋਂ ਹੁੰਦਾ ਹੈ ਗੁਰਬਾਣੀ ਪੜ੍ਹਦੇ ਹੀ ਤੇ ਕਦੀ ਕਦੀ ਨਾ ਮਨ ਗੁਰਬਾਣੀ ਦੇ ਵਿੱਚ ਲੱਗਦਾ ਨਹੀਂ ਹੈ, ਕਿਸੇ ਹੋਰ ਗੱਲ ਵੱਲ ਚਲੇ ਜਾਂਦਾ ਹੈ, ਪਰੇਸ਼ਾਨ ਹੁੰਦਾ ਮਨ, ਜਦੋਂ ਉਸ ਟਾਈਮ ਤੇ ਕੀ ਕਰਨਾ ਚਾਹੀਦਾ? ਜੋ ਮਹਾਰਾਜ ਨੇ ਬਾਣੀ 'ਚ ਕਿਹਾ, ਗਾ ਵੀ ਹੈ, ਸੁਣੀਆ, ਮਨ ਰੱਖੀਆ ਭਾਓ, ਦੁੱਖ ਪਰ ਹਰ ਸੁਖ ਘਰ ਲੈ ਜਾਏ। ਬਾਣੀ ਨੂੰ ਪ੍ਰੇਮ ਦੇ ਨਾਲ ਗਾਓ, ਜਿਵੇਂ ਆਪਾਂ ਇੱਕ ਸ਼ਬਦ ਗਾਇਆ ਤੇ ਉਹਨੂੰ ਕੰਨਾਂ ਦੇ ਨਾਲ ਆਵਾਜ਼ ਨੂੰ ਸੁਣੋ। ਮਹਾਰਾਜ ਕਹਿੰਦੇ ਸੁਣਿਆ ਲੱਗ ਗਿਆ ਸਹਿਜ ਧਿਆਨ। ਮਹਾਰਾਜ ਕਹਿੰਦੇ ਜੋ ਬਾਣੀ ਨੂੰ ਸੁਣੋਗੇ ਤੁਸੀਂ ਕੰਨਾਂ ਨਾਲ, ਤੁਹਾਡਾ ਆਪਣੇ ਆਪ ਧਿਆਨ ਲੱਗ ਜੂਗਾ। ਬਾਣੀ ਜੋ ਕਹਿ ਰਹੀ ਆ 100% ਉਹ ਰਾਈਟ ਉਹ ਹੈ। ਸਾਡਾ ਤਾਂ ਕਹਿੰਦੇ ਅਸੀਂ ਮਨ ਨਹੀਂ ਲੱਗਦਾ, ਮਨ ਕਿਉਂ ਨਹੀਂ ਲੱਗਦਾ? ਮਨ ਤਾਂ ਮਨ ਤੋਂ ਉੱਪਰ ਦੀ ਗੱਲ ਕਰਤੀ ਮਹਾਰਾਜ ਨੇ, ਬਹੁਤ ਜ਼ਿਆਦਾ ਉੱਪਰਲੀ, ਧਿਆਨ ਲੱਗ ਜੂ ਮਹਾਰਾਜ ਕਹਿੰਦੇ ਤੁਹਾਡਾ। ਤੋ ਬਾਣੀ ਨੂੰ ਮੰਨੋ ਜੋ ਬਾਣੀ ਕਹਿ ਰਹੀ ਆ। ਬਾਕੀ ਦਾਸ ਨਾਲ ਕਦੇ ਵੀ ਫੋਨ ਤੇ ਤੁਸੀਂ ਗੱਲ ਕਰੋ, ਮਨ ਇੰਨਾ ਲੱਗਦਾ। ਅਸੀਂ ਸਾਡੀ ਬੇਨਤੀ ਅਰਦਾਸ ਦੀ ਸਾਰੇ ਜਿੰਨੇ ਵੀ ਸੁਣ ਰਹੇ ਨੇ ਆਪਣੇ ਗੁਰੂ ਘਰਾਂ ਦੇ ਵਿੱਚ 1 ਘੰਟਾ ਬਾਣੀ ਗਾਓ ਕਿਸੇ ਟਾਈਮ। ਇੰਨੀ ਕਲਾ ਵਰਤਦੀ ਆ, ਕੋਈ ਸਾਰੇ ਜਿੰਨੇ ਵੀ ਬੈਠੇ ਹੋਣਗੇ ਸਾਰਿਆਂ ਨੂੰ ਪੁੱਛ ਲਿਓ ਇਕੱਲੇ ਇਕੱਲੇ ਨੂੰ ਜੋ ਬਾਣੀ ਗਾ ਕੇ ਹਟੋਗੇ ਪਹਿਲੇ ਦਿਨ ਹੀ, ਫਸਟ ਡੇ ਜੋ ਸਾਰੇ ਬਾਣੀ ਗਾਉਣਗੇ ਇੱਕ ਸੰਗਤ ਦੇ ਵਿੱਚ ਮਹਾਰਾਜ ਦੀ ਹਜ਼ੂਰੀ ਦੇ ਵਿੱਚ, ਸਾਰੇ ਕਹਿਣਗੇ 100% ਦਾਸ ਨੂੰ ਆਲਰੇਡੀ ਪਹਿਲਾਂ ਲਿਖ ਕੇ ਦੇਣ ਦਾ। ਜੇ ਇੱਕ ਨੇ ਵੀ ਕਿਹਾ ਵੀ ਮੈਨੂੰ, ਉਹ ਕਹੂਗਾ ਇੰਨਾ ਚੰਗਾ ਲੱਗਿਆ, ਇੰਨਾ ਮਨ ਲੱਗਿਆ, ਮੈਂ ਦੱਸ ਨਹੀਂ ਸਕਦਾ।
ਸੋ ਇਹ ਤਾਂ ਬਹੁਤ ਛੋਟੀ ਗੱਲ ਹੈ। ਇੰਨਾ ਆਨੰਦ ਆਊਗਾ, ਇੰਨਾ ਆਨੰਦ ਆਉਂਦਾ। ਜਿੱਥੇ ਵੀ ਕੈਂਪ ਲੱਗਿਆ ਸਾਡਾ, ਪਹਿਲੇ ਦਿਨ ਕੈਂਪ ਲੱਗਿਆ, ਫਸਟ ਡੇ ਦਾਸ ਨੂੰ ਕੋਈ ਜਾਣਦਾ ਨਹੀਂ ਸੀ, ਕੋਈ ਪ੍ਰੋਫੈਸ਼ਨ ਨਹੀਂ ਸੀ, ਸਿਰਫ ਸਾਦੇ ਤਰੀਕੇ ਨਾਲ ਬਾਣੀ ਦੇ ਸ਼ਬਦ ਗਾਏ। ਜਦੋਂ ਬਾਹਰ ਆਉਂਦੇ ਹੁੰਦੇ ਸੀ ਸਾਰੀ ਸੰਗਤ ਆਲੇ ਦੁਆਲੇ ਹੋ ਜਾਂਦੇ ਸੀ ਇੱਕਣ ਵੀ ਭਾਈ ਸਾਹਿਬ ਇੰਨਾ ਮਨ ਲੱਗਿਆ ਵੀ ਅਸੀਂ ਨਿਤਨੇਮ ਵੀ ਕਰਦੇ ਹਾਂ, ਇੰਨਾ ਅਸੀਂ ਵੱਡੇ ਵੱਡੇ ਕੀਰਤਨ ਦਰਬਾਰ ਵੀ ਸੁਣੇ, ਪਰ ਇੰਨਾ ਮਨ ਨਹੀਂ ਕਦੇ ਲੱਗਿਆ। ਸੋ ਦਾਸ ਉਹਨਾਂ ਨੂੰ ਇਹੀ ਬੇਨਤੀ ਕਰਦਾ ਹੁੰਦਾ, ਭਾਈ ਜੋ ਬਾਣੀ ਕਹਿ ਰਹੀ ਆ ਉਹ ਹੋ ਰਿਹਾ, ਸੁਣਿਆ ਲੱਗ ਗਿਆ, ਸਹਿਜ ਧਿਆਨ। ਜੋ ਬਾਣੀ ਨੂੰ ਪ੍ਰੇਮ ਨਾਲ ਗਾਉਂਦੇ ਆ, ਕੰਨਾਂ ਨਾਲ ਸੁਣਦੇ ਆ, ਤਾਂ ਸਾਡਾ ਸਹਿਜ ਸੁਭਾਅ ਧਿਆਨ ਲੱਗ ਜਾਂਦਾ, ਸਹਿਜ ਸੁਭਾਅ ਸਾਡਾ ਸਮਾਧੀ ਲੱਗ ਜਾਂਦੀ। ਹਾਂਜੀ। ਸੋ ਅਸੀਂ ਬਿਲਕੁਲ ਲਾਸਟ ਸਵਾਲ ਕਰਾਂਗੇ ਜੀ। ਮੈਂ ਬੇਨਤੀ ਕਰਾਂਗੀ ਜੀ ਜਿਨ੍ਹਾਂ ਦਾ ਹੈਂਡ ਰੇਜ਼ ਆ, ਬੜੇ ਸੰਖੇਪ ਦੇ ਵਿੱਚ ਸਵਾਲ ਪੁੱਛਣਗੇ ਜੀ। ਹਾਂਜੀ ਹਾਂਜੀ, ਮੈਨੂੰ ਲੱਗਦਾ ਜਸਵਿੰਦਰ ਦਾ ਕਨੈਕਸ਼ਨ ਆ ਰਿਹਾ। ਅਮਰਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਤਾਂ ਜੀ ਏਦਾਂ ਹੀ ਕਹਿਣਾ ਚਾਹਾਂਗਾ ਵੀ ਜਿਹੜੇ ਸਾਡੇ ਗੁਰੂ ਜੀ ਨੇ ਉਹ ਸਾਡੀ ਹਰੇਕ ਇੱਛਾ ਪੂਰੀ ਕਰਦੀ ਨੇ। ਤਾਂ ਜੇ ਅਸੀਂ ਉਹਨਾਂ ਦੇ ਭਾਣੇ ਵਿੱਚ ਰਹਿੰਦੇ ਹਾਂ, ਜੇ ਅਸੀਂ ਜੋ ਸਾਡੇ ਨਾਲ ਕਰਦੇ ਨੇ ਅਸੀਂ ਇਹ ਸੋਚ ਕੇ ਉਸ ਨੂੰ ਪ੍ਰਵਾਨ ਕਰਦੇ ਹਾਂ, ਜੋ ਸਾਡਾ ਗੁਰੂ ਕਰਦਾ ਚੰਗਾ ਹੀ ਕਰਦਾ, ਉਸਦੇ ਭਾਣੇ ਵਿੱਚ ਜੇ ਰਹਿਣੇ ਆ, ਉਸ ਦੀ ਬਾਣੀ ਨੂੰ ਪੜ੍ਹ ਕੇ ਆਪਣੇ ਅੰਦਰ ਗੁਣ ਲਿਆਉਣੇ, ਆਪਣੇ ਜੀਵਨ ਵਿੱਚ ਵਸਾਉਣੇ ਆ, ਤਾਂ ਹੀ ਸਾਡੇ ਗੁਰੂ ਜੀ ਸਾਡੀ ਹਰੇਕ ਇੱਛਾ ਪੂਰੀ ਕਰਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, 1 ਮਿੰਟ ਦਾ ਦੱਸਦਾ। ਬਹੁਤ ਚੰਗਾ ਕੁਐਸਚਨ ਕੀਤਾ। ਭਾਣੇ ਦੇ ਵਿੱਚ, ਹੁਕਮ ਦੇ ਵਿੱਚ, ਇਹ ਆਪਣੇ ਬੱਚੇ ਦਾ ਹੁਕਮ ਸੀ ਵੀ ਹੁਕਮ ਦੇ ਵਿੱਚ ਰਹੀਏ, ਤਾਂ ਉਹਦੇ ਵਿੱਚ ਰਹਿਣਾ, ਹੁਕਮ ਦੇ ਵਿੱਚ। ਚਾਹੇ ਦੁੱਖ ਦੇਣ ਮਹਾਰਾਜ, ਚਾਹੇ ਸੁੱਖ ਦੇਣ, ਆਪਾਂ ਕੁਛ ਨਹੀਂ ਕਹਿਣਾ, ਮਹਾਰਾਜ ਨੂੰ ਕੋਈ ਅਰਦਾਸ ਨਹੀਂ ਕਰਨੀ, ਕੋਈ ਉਹਦੇ ਬਾਰੇ ਆਪਾਂ ਆਸ ਨਹੀਂ ਰੱਖਣੀ ਵੀ ਅਸੀਂ ਸੁਖੀ ਹੋਵਾਂਗੇ। ਪਰ ਬੱਚਿਓ, ਬਾਣੀ ਬਾਰ-ਬਾਰ ਕਹਿ ਰਹੀ ਆ, ਬਾਣੀ ਨੂੰ ਗਾਓ, ਤੁਹਾਡੇ ਮਨ ਤੇ ਤਨ ਦੇ ਸੁਖੀ ਹੋਵੋਗੇ। ਇਹ ਮਹਾਰਾਜ ਨੇ ਸਾਨੂੰ ਮਨ ਤੇ, ਉਹ ਮਹਾਰਾਜ ਦਾ ਹੁਕਮ ਆ। ਬਾਣੀ ਸਾਨੂੰ ਕਹਿ ਰਹੀ ਆ ਬਾਣੀ ਨੂੰ ਗਾਓ ਬਾਰ-ਬਾਰ, ਬਾਣੀ ਕਹਿ ਰਹੀ ਹੈ ਬਾਣੀ ਨੂੰ ਸੁਣੋ, ਬਾਣੀ ਕਹਿ ਰਹੀ ਹੈ ਬਾਰ-ਬਾਰ ਸਿਮਰਨ ਕਰੋ। ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ, ਤਾ ਕੋ ਬਿਘਨ ਕੋ ਲਾਗਿਆ, ਜਾ ਕੀ ਪ੍ਰਭ ਆਗੇ ਅਰਦਾਸ। ਬਾਣੀ ਕਹਿੰਦੀ ਅਰਦਾਸ ਕਰੋ, ਤੁਹਾਡੇ ਤਿੰਨੇ ਤਾਪ ਨਿਵਾਰ ਕਰ ਦਾਂਗੇ, ਕਿਉਂਕਿ ਬਾਣੀ ਸਾਨੂੰ ਹੁਕਮ ਕਰ ਰਹੀ ਆ, ਅਸੀਂ ਮਹਾਰਾਜ ਦਾ ਹੁਕਮ ਮੰਨ ਰਹੇ ਹਾਂ। ਭਾਣੇ ਦੇ ਵਿੱਚ ਵੀ ਮਹਾਰਾਜ ਦੀ ਬਾਣੀ ਕਹਿ ਰਹੀ ਹੈ ਭਾਣੇ ਦੇ ਵਿੱਚ ਰਹੋ, ਉਹ ਵੀ ਅਸੀਂ ਹੁਕਮ ਮੰਨਦੇ ਹਾਂ। ਪਰ ਨਾਲ ਨਾਲ ਮਹਾਰਾਜ ਕਹਿੰਦੇ ਭਾਣੇ ਦੇ ਵਿੱਚ ਵੀ ਰਹੋ, ਚਿੰਤਾ ਨਾ ਕਰ, ਤੂੰ ਨਾਲ ਅਰਦਾਸ ਵੀ ਕਰ, ਸਿਮਰਨ ਵੀ ਕਰ, ਬਾਣੀ ਨੂੰ ਗਾ, ਕੰਨਾਂ ਨਾਲ ਸੁਣ। ਮਹਾਰਾਜ ਕਹਿੰਦੇ ਤੇਰਾ ਮਨ ਤਨ ਸੀਤਲ ਸੁਖੀ ਪਿਆ, ਪ੍ਰਭ ਧਿਆਵਣ ਜੋਗ। ਮਹਾਰਾਜ ਕਹਿੰਦੇ ਪ੍ਰਭੂ ਨੂੰ ਧਿਆ। ਸੋ ਇਹ ਅਸੀਂ ਹੁਕਮ ਦੇ, ਉਹਦਾ ਮਹਾਰਾਜ ਦਾ ਹੁਕਮ ਮੰਨ ਰਹੇ ਹਾਂ, ਬਾਣੀ ਨੂੰ ਗਾ ਰਹੇ ਹਾਂ, ਸੁਣ ਰਹੇ ਹਾਂ, ਅਸੀਂ ਮਹਾਰਾਜ ਦਾ ਹੁਕਮ ਮੰਨ ਰਹੇ ਹਾਂ। ਉਹਦੇ ਬਦਲੇ ਮਹਾਰਾਜ ਸਾਡੇ ਦੁੱਖ ਦੂਰ, ਮਨ ਦੀ ਸ਼ਾਂਤੀ ਉਹ ਸਾਰੀ ਸਾਨੂੰ ਦੇ ਰਹੇ ਨੇ, ਤੇ ਨਾਲ ਸਾਡੇ ਵਿੱਚ ਗੁਣ ਪੈਦਾ ਹੋ ਰਹੇ ਨੇ। ਕਿਵੇਂ? ਸੁਣਿਆ ਸਤ, ਸੰਤੋਖ, ਗਿਆਨ। ਅਸੀਂ ਗੁਣ ਆਪ ਪੈਦਾ ਕਰਨੇ ਚਾਹੀਏ, ਹੁੰਦੇ ਨਹੀਂ। ਅਸੀਂ ਗਿਆਨ ਲੈ ਸਕਦੇ ਹਾਂ ਪਰ ਗੁਣ ਹੁੰਦੇ ਨਹੀਂ। ਮਹਾਰਾਜ ਕਹਿੰਦੇ ਬਾਣੀ ਨੂੰ ਸੁਣ, ਗਾ, ਧਿਆਨ ਦੇ ਨਾਲ ਤੇਰੇ ਅੰਦਰ ਸੱਤ ਦਾ ਗੁਣ ਆਜੂ, ਤੇਰੇ ਅੰਦਰ ਸੰਤੋਖ ਦਾ ਗੁਣ ਆਜੂ, ਤੈਨੂੰ ਗਿਆਨ ਹੋ ਜਾਊਗਾ। ਇਹ ਅਥਾਹ ਸਮੁੰਦਰ ਆ, ਬਾਣੀ 'ਚ ਬੜੀ ਵੱਡੀ ਸ਼ਕਤੀ ਆ। ਇਹ ਮਹਾਰਾਜ ਦਾ ਹੁਕਮ ਆ, ਬਾਣੀ ਨੂੰ ਗਾਉਣਾ ਤੇ ਸੁਣਨਾ। ਜਦੋਂ ਅਸੀਂ ਮਹਾਰਾਜ ਦਾ ਹੁਕਮ ਮੰਨਾਂਗੇ, ਸਾਡੇ ਮਨ ਦੇ ਦੁੱਖ ਵੀ ਚਲੇ ਜਾਣੇ ਆ, ਸਾਡੇ ਤਨ ਦੇ ਦੁੱਖ ਵੀ ਚਲੇ ਜਾਣੇ ਆ, ਸਾਡਾ ਮਨ ਵੀ ਸ਼ਾਂਤ ਰਹਿਣਾ, ਸਾਡਾ ਤਨ ਵੀ ਸ਼ਾਂਤ। ਬਹੁਤ ਬਹੁਤ ਧੰਨਵਾਦ ਜੀ ਭਾਈ ਰਾਮ ਸਿੰਘ ਜੀ ਦਾ। ਸੋ ਸਾਰੇ ਹੀ ਵਿਦਿਆਰਥੀ ਵੀ ਚੈਟ ਦੇ ਵਿੱਚ ਬਹੁਤ ਧੰਨਵਾਦ ਕਰ ਰਹੇ ਨੇ ਕਿ ਅੱਜ ਦਾ ਇਹ ਸੈਸ਼ਨ ਜੋ ਲੱਗਿਆ ਉਹਨਾਂ ਨੂੰ ਬੜਾ ਕੁਝ ਸਿੱਖਣ ਨੂੰ ਮਿਲਿਆ। ਸਵਾਸ ਕਰਦੇ ਹਾਂ ਜ਼ਰੂਰ ਅੱਗੇ ਤੋਂ ਵੀ ਇਸ ਤਰ੍ਹਾਂ ਦੇ ਸੈਸ਼ਨਸ ਅਸੀਂ ਆਪ ਜੀ ਤੋਂ ਇਹ ਸੇਵਾ ਲੈਂਦੇ ਰਵਾਂਗੇ ਜੀ। ਸੋ ਅਗਰ ਕੋਲ ਜਿਸ ਤਰ੍ਹਾਂ ਜੋ ਆਪ ਜੀ ਕਹਿ ਰਹੇ ਹੋ ਸਰਬਰੋਗ ਕਾ ਔਖਦ ਨਾਮ ਕੈਂਪ ਦਾ ਅਗਰ ਕੋਈ ਆਨਲਾਈਨ ਲਿੰਕ ਹੋਵੇ ਪਲੀਜ਼ ਆਪ ਜੀ ਸ਼ੇਅਰ ਕਰ ਦੇਣਾ, ਜਿਹੜੇ ਵਿਦਿਆਰਥੀ ਜੁਆਇਨ ਕਰਨਾ ਕਰ ਸਕਣਗੇ। ਸੋ ਅਗਰ ਕਿਸੇ ਹੋਰ ਵਿਦਿਆਰਥੀ ਦਾ ਸਵਾਲ ਹੈ ਚੈਟ ਦੇ ਵਿੱਚ ਭਾਈ ਸਾਹਿਬ ਜੀ ਦਾ ਨੰਬਰ ਜਿਹੜਾ ਉਹ ਸ਼ੇਅਰ ਕਰ ਦਿੱਤਾ ਗਿਆ। ਸੋ ਜਿਹੜਾ ਹੁਣ ਨੰਬਰ ਲਿਖਿਆ ਗਿਆ ਮੈਂ ਦੁਬਾਰਾ ਸ਼ੇਅਰ ਕਰ ਰਹੀ ਹਾਂ, ਤੁਸੀਂ WhatsApp ਦੇ ਉੱਪਰ ਇਹ ਜਿਹੜਾ ਨੰਬਰ ਹੈ ਇਹਨੂੰ ਤੁਸੀਂ ਸੇਵ ਕਰਕੇ WhatsApp ਦੇ ਉੱਪਰ ਭਾਈ ਸਾਹਿਬ ਨਾਲ ਗੱਲਬਾਤ ਕਰ ਸਕਦੇ ਹੋ ਜੀ। ਸੋ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ, ਤੇ ਭਾਈ ਸਾਹਿਬ ਜੀ ਦਾ ਖਾਸ ਤੌਰ ਤੇ ਧੰਨਵਾਦ ਕਿਉਂਕਿ ਇਹਨਾਂ ਦੇ ਜਿੱਥੇ ਰਹਿ ਰਹੇ ਨੇ ਉੱਥੇ ਇਸ ਵੇਲੇ ਸਮਾਂ ਅੰਮ੍ਰਿਤ ਵੇਲੇ ਦਾ ਹੋਇਆ ਪਿਆ 2-3 ਵਜੇ ਦਾ ਕਰੀਬ, ਔਰ ਸਪੈਸ਼ਲੀ ਇਹ ਸਾਡੇ ਸਾਰਿਆਂ ਦੇ ਲਈ ਉੱਥੇ ਸਮਾਂ ਸਾਨੂੰ ਦੇ ਰਹੇ ਨੇ। ਸੋ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ। ਇੱਕ ਬੇਨਤੀ, ਹਾਂਜੀ ਮੈਂ ਖਾਲਸਾ, ਇੱਕ ਬੇਨਤੀ ਸੀ ਭੈਣ ਜੀ, ਇਹਦਾ ਆਪਣੇ YouTube ਸਾਡਾ ਆਨਲਾਈਨ ਚੈਨਲ ਬਣਿਆ ਹੋਇਆ ਦੁੱਖ ਭੰਜਨ ਤੇਰਾ ਨਾਮ ਜੀ, ਉਹਦੇ ਤੇ ਹਰ ਰੋਜ਼ ਆਨਲਾਈਨ ਸਾਡਾ ਇਹ ਕੈਂਪ ਲੱਗਦਾ। ਇੱਕ ਕੈਂਪ ਹਰ ਰੋਜ਼ ਅਸੀਂ ਸ਼ਾਮ ਦੇ ਟਾਈਮ ਇੱਥੋਂ ਲਾਉਂਦੇ ਹਾਂ 1 ਘੰਟੇ ਦਾ। ਉਹ ਆਪਣੇ ਅਸੀਂ ਜ਼ਰੂਰ ਸਾਰੇ ਵਿਦਿਆਰਥੀਆਂ ਨੂੰ ਸ਼ੇਅਰ ਕਰ ਦਾਂਗੇ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ।